ਇਹਨਾਂ ਨੇ ਪਹਿਲਾਂ ਲਹੂ ਨਿਚੋੜਿਆ ਸਾਡਾ, ਖਾ ਗਏ, ਪੀ ਗਏ, ਫਿਰ ਆਪਣੇ ਘਰ ਭਰੇ। ਲਈ ਤਾਂ ਅਸੀਂ ਕਹਿ ਸਕਦੇ ਹਾਂ ਡੈਫੀਨੇਸ਼ਨ ਕਿ ਤੁਸੀਂ ਸਕਸੈਸਫੁਲ ਹੋਣਾ ਹੈ, ਤਾਂ ਤੁਹਾਡੇ ਕੋਲ ਮਾਇਆ ਦਾ ਅਵਤਾਰ ਹੋਣਾ ਚਾਹੀਦਾ ਹੈ। ਕੀ ਕਾਰਨ ਹੈ ਜੀ ਇਹ ਕਿ ਮੁੱਦਿਆਂ ਦਾ ਜ਼ਿਕਰ ਇਸ ਵਕਤ ਬਿਲਕੁਲ ਨਹੀਂ ਹੋ ਰਿਹਾ? ਜੇ ਜ਼ਿਕਰ ਹੋ ਰਿਹਾ ਤਾਂ ਦਲ ਬਦਲੀਆਂ ਦਾ ਹੋ ਰਿਹਾ ਹੈ, ਜ਼ਿਕਰ ਹੋ ਰਿਹਾ ਹੈ ਤਾਂ ਸਿਰਫ ਤੇ ਸਿਰਫ ਦਲਿਤ ਦਾ ਤੇ ਜਨਰਲ ਕੈਟਾਗਰੀ ਦਾ ਹੋ ਰਿਹਾ। ਕੀ ਕਾਰਨ ਹੈ ਜੀ? ਯਾਨੀ ਇਹ ਕਹਿਣਾ ਕਿ ਵੋਟਰੋ ਤੁਸੀਂ ਮੂਰਖ ਹੋ, ਮੂਰਖ ਸੀ ਤੇ ਮੂਰਖ ਬਣਦੇ ਰਹੋਗੇ। ਮੈਂ ਹੈਰਾਨ ਸਾਂ ਵੀ ਇਹ ਇੰਨੇ ਜ਼ਬਰਦਸਤ ਕਿਰਦਾਰਾਂ 'ਚ ਤਬਦੀਲੀ ਹੁੰਦੀ ਕਿਵੇਂ ਹੈ। ਕੀ ਗਰੀਬੀ ਕੋਈ ਯੋਗਤਾ ਕਿ ਸੀਐਮ ਗਰੀਬ ਹੀ ਹੋਵੇ? ਫਿਰਦਾ ਫਿਰਦਾ ਕੈਸ਼ ਘਰ ਵਾਲੇ ਨੂੰ ਅਸੀਂ ਕਹਿੰਦੇ ਹਾਂ ਉਹ ਗਰੀਬ ਹੈ, ਅੱਤ ਦਾ ਗਰੀਬ ਹੈ, ਤਾਂ ਫਿਰ ਉਹਨੂੰ ਕਹਿਣਾ ਕਿ ਆਪਾਂ ਨੂੰ ਇੱਕ ਤਾਂ ਨਵਾਂ ਸ਼ਬਦ ਘੜਨਾ ਪਵੇਗਾ। ਪੰਜਾਬ ਦਾ ਵੋਟਰ ਜਿੰਨਾ ਮਰਜ਼ੀ ਸੁਚੇਤ ਹੋਵੇ, ਉਹਦਾ ਇੱਕ ਸਵਾਲ ਜ਼ਰੂਰ ਹੈ ਕਿ ਜੇ ਸਾਰੇ ਹੀ ਇਸ ਤਰ੍ਹਾਂ ਦੇ ਨੇ ਫਿਰ ਅਸੀਂ ਵੋਟ ਕਿਹਨੂੰ ਪਾਈਏ? ਕੀ ਕਰੇ ਜੀ ਪੰਜਾਬ ਦਾ ਵੋਟਰ? ਉਹ ਇਹ ਬੁਰਕੀਆਂ ਸੁੱਟਣ ਤੇ ਸਮਾਨ ਅਸੀਂ ਲਿਆ ਦਿੱਤਾ, ਕਾਰਨ ਇੱਕੋ ਕਿ ਨੌਕਰੀਆਂ ਦਿੱਤੀਆਂ ਨਹੀਂ, ਬੇਰੁਜ਼ਗਾਰੀ ਸਿਖਰਾਂ ਤੇ ਹੈ। ਉਹ ਕਿਉਂ ਪੰਜਾਬ 'ਚ ਰਹੇਗਾ? ਕਿਉਂ ਪੰਜਾਬ 'ਚ ਡਾਕਟਰਾਂ ਦੀ ਘਾਟ ਹੈ? ਮੈਡੀਕਲ ਕਾਲਜ 10 ਵੀ ਖੋਲ ਲਓਗੇ ਤਾਂ ਚਲਾਣਾ ਕਿਹਨੇ ਹੈ? ਕਿ ਅਸੀਂ ਵੀ ਇਨਕਮ ਟੈਕਸ ਦਿੰਦੇ ਆ, ਇਹਨਾਂ ਨੂੰ ਵੀ ਕਿਹਾ ਜਾਂਦਾ ਇਨਕਮ ਟੈਕਸ ਦੇਣ, ਫਿਰ ਜਾਇਦਾਦਾਂ ਕਿਵੇਂ ਇੰਨੀਆਂ ਵੱਧਦੀਆਂ ਨੇ? 800% ਕਿੱਥੋਂ ਆਉਂਦਾ ਹੈ ਸਮਾਨ? TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਅਸੀਂ ਰੋਜ਼ਾਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੌਰਾਨ ਉਚੇਚੇ ਤੌਰ ਤੇ ਪੰਜਾਬ ਦੀਆਂ ਚੋਣਾਂ ਦੇ ਮੱਦੇਨਜ਼ਰ ਵੱਖੋ-ਵੱਖ ਅਹਿਮ ਮੁੱਦਿਆਂ ਦੇ ਉੱਤੇ ਭਖਦੀ ਵਿਚਾਰ ਚਰਚਾ ਕਰਦੇ ਹਾਂ। ਕਈ ਵਾਰ ਅਹਿਮ ਜਾਣਕਾਰੀ ਤੇ ਕਈ ਵਾਰੀ ਇਸ ਪ੍ਰੋਗਰਾਮ ਦੌਰਾਨ ਮਹਿਮਾਨ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹਿੰਦੇ ਹੈ। ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਵੀ ਕਿਸੇ ਜਾਣਕਾਰੀ ਦੇ ਮੁਹਤਾਜ ਨਹੀਂ। ਉੱਘੀ ਲੇਖਕਾਂ ਨੇ, ਸਪੈਸ਼ਲਿਸਟ ਬੱਚਿਆਂ ਦੇ ਡਾਕਟਰ ਨੇ, ਸਮਾਜ ਸੇਵੀ ਨੇ, ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਸ਼ਾਮਲ ਰਹਿਣਗੇ। ਉਹਨਾਂ ਦੇ ਨਾਲ ਜਿੱਥੇ ਇਸ ਗੱਲਬਾਤ ਨੂੰ ਸ਼ੁਰੂ ਕਰਾਂਗੇ, ਉਹਦੇ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਰੋਜ਼ਾਨਾ ਤੁਹਾਨੂੰ ਕਹਿੰਦਾ ਕਿ ਸਾਡਾ ਕੰਮ ਹੋਕਾ ਦੇਣਾ ਹੈ, ਅਸੀਂ ਕਿਸੇ ਪਾਰਟੀ ਵਿਸ਼ੇਸ਼ ਨਾਲ ਬੱਝੇ ਹੋਏ ਨਹੀਂ ਤੇ ਨਾ ਹੀ ਸਾਡਾ ਇਹ ਮਕਸਦ ਹੈ। ਸਿਰਫ ਚੋਣ ਪ੍ਰਕਿਰਿਆ ਦੇ ਵਿੱਚ ਕੀ ਕੁਝ ਹੋ ਰਿਹਾ ਹੈ, ਕੀ ਫੇਰਬਦਲ ਹੋਣ ਦੀਆਂ ਸੰਭਾਵਨਾਵਾਂ ਨੇ, ਪੰਜਾਬ ਦਾ ਵੋਟਰ ਕੀ ਮਹਿਸੂਸ ਕਰ ਰਿਹਾ ਹੈ, ਉਹ ਸਾਰੇ ਪੱਖ ਤੁਹਾਡੇ ਸਾਹਮਣੇ ਰੱਖਦੇ ਹਾਂ ਤੇ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਵੀ ਕੁਝ ਇੰਜ ਹੀ ਰਹਿਣ ਵਾਲਾ ਹੈ। ਤੇ ਆਓ ਸਭ ਤੋਂ ਪਹਿਲਾਂ ਡਾਕਟਰ ਸਾਹਿਬਾ ਦਾ ਸਵਾਗਤ ਕਰੀਏ। ਡਾਕਟਰ ਹਰਸ਼ਿੰਦਰ ਜੀ, ਤੁਹਾਡਾ ਸਵਾਗਤ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਾਹੀਂ ਸੁਣਨ ਵਾਲੇ ਸਾਰੇ ਹੀ ਪਾਠਕਾਂ ਨੂੰ, ਭਾਵੇਂ ਬਜ਼ੁਰਗ ਹੋਣ, ਬੱਚੇ ਹੋਣ, ਭੈਣਾਂ ਹੋਣ, ਸਭਨਾਂ ਦਾ ਬਹੁਤ ਬਹੁਤ ਨਿੱਘਾ ਸਤਿਕਾਰ। ਲੰਬੇ ਸਮੇਂ ਬਾਅਦ ਅੱਜ ਸਾਨੂੰ ਸਬੱਬ ਜਾਂ ਸੁਭਾਗ ਆਖ ਸਕਦਾ ਮਿਲਿਆ, ਕਿਉਂਕਿ ਅਕਸਰ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸੀ, ਉਹਦੇ ਵਿੱਚ ਕਮਜ਼ੋਰੀਆਂ ਮੇਰੀਆਂ ਨੇ, ਤੁਹਾਡੀਆਂ ਨਹੀਂ। ਇਸ ਗੱਲ ਦੀ ਮੈਂ ਸਮੁੱਚੇ ਦਰਸ਼ਕਾਂ ਦੀ ਕਚਹਿਰੀ ਦੇ ਵਿੱਚ ਤੁਹਾਡੇ ਕੋਲੋਂ ਮੁਆਫੀ ਮੰਗਦਾ ਹਾਂ, ਪਰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਮੁਲਾਕਾਤ ਗਾਹੇ ਵਗਾਹੇ ਹੁੰਦੀ ਰਹੇਗੀ। ਤੇ ਹੁਣ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਸਾਡਾ ਕਿਸੇ ਪਾਰਟੀ ਵਿਸ਼ੇਸ਼ ਨਾਲ ਕੋਈ ਤਾਲੁਕ ਨਹੀਂ, ਕਿਸੇ ਦੀ ਅਸੀਂ ਸਾਈਡ ਨਹੀਂ ਲੈਣੀ ਤੇ ਕਿਸੇ ਦਾ ਵਿਰੋਧ ਨਹੀਂ ਕਰਨਾ, ਤਰਕ ਤੇ ਤੱਤਾਂ ਦੇ ਆਧਾਰ ਤੇ ਗੱਲ ਕਰਨੀ ਹੈ। ਤੱਥ ਕੀ ਨੇ? ਹੁਣ ਮੈਨੂੰ ਇਹ ਦੱਸਿਓ, ਆਮ ਤੌਰ ਤੇ ਜਦੋਂ ਵੀ ਚੋਣ ਮੈਦਾਨ ਦੇ ਵਿੱਚ ਲੋਕ ਨਿੱਤਰਦੇ ਆ, ਕਿਸੇ ਨੂੰ ਇਕੱਲੇ ਮੁਹੱਲੇ ਵਿੱਚ ਜਾਂ ਸ਼ਹਿਰ 'ਚ ਜਾਂ ਪਿੰਡ 'ਚ ਬੱਲੇ ਬੱਲੇ ਕਰਦੇ ਹੋਣ, ਲੋਕ ਜਾਣਦੇ ਹੋਣ, ਲੋਕ ਚੋਣ ਮੈਦਾਨ 'ਚ ਨਿੱਤਰੇ ਆਉਂਦੇ ਆ, ਕੁੱਦੇ ਆਉਂਦੇ ਆ। ਤੁਹਾਨੂੰ ਤਾਂ ਸਮੁੱਚੀ ਦੁਨੀਆ ਵਿੱਚ ਲੋਕ ਪਹਿਚਾਣਦੇ ਆ, ਤੁਹਾਨੂੰ ਸੁਣਨਾ ਚਾਹੁੰਦੇ ਆ, ਤੱਥਾਂ ਤੇ ਆਧਾਰਿਤ ਤੁਸੀਂ ਗੱਲ ਕਰਦੇ ਹੋ। ਕਦੇ ਸੋਚਿਆ ਨਹੀਂ ਚੋਣ ਮੈਦਾਨ 'ਚ ਨਿੱਤਰੀਏ? ਤੁਸੀਂ ਪੈਂਦੀ ਸੱਟੇ ਹੀ ਬਹੁਤਾ ਔਖਾ ਸਵਾਲ ਪੁੱਛ ਲਿਆ ਜੀ। ਇਹਦਾ ਜਵਾਬ ਮੇਰਾ ਖਿਆਲ ਹੈ ਕਿ ਸਿੱਧੇ ਤੌਰ ਤੇ ਦੇਣ ਦੀ ਥਾਂ ਪੂਰੇ ਪ੍ਰੋਗਰਾਮ ਦੇ ਵਿੱਚ ਜਦੋਂ ਵੱਖੋ ਵੱਖਰੇ ਤੱਥ ਰੱਖਾਂਗੇ ਅੱਗੇ, ਮੈਨੂੰ ਲੱਗਦਾ ਹੈ ਵੀ 90% ਪਾਠਕ ਜਾਂ ਸਾਡੇ ਸੁਣਨ ਵਾਲੇ ਪੱਕਾ ਕਹਿਣਗੇ ਵੀ ਹਾਂ, ਚੰਗਾ ਹੀ ਕੀਤਾ ਤੁਸੀਂ ਸਿਆਸਤ ਤੋਂ ਪਰਾਂ ਹੋ। ਵੱਖੋ ਚਲੋ, ਵੱਖ ਜਦੋਂ ਮੁੱਦੇ ਡਿਸਕਸ ਕਰਾਂਗੇ, ਤੁਸੀਂ ਆਪ ਸੋਚ ਲਿਓ ਕਿ ਕੀ ਮੈਂ ਉਹਦੇ ਵਿੱਚ ਫਿੱਟ ਹੁੰਨੀ ਆ ਜਾਂ ਮਿਸ ਫਿੱਟ ਆ। ਤਾਂ ਮੇਰਾ ਖਿਆਲ ਉੱਥੋਂ ਤੁਸੀਂ ਆਪ ਹੀ ਫੈਸਲਾ ਕਰਿਓ। ਕੁਝ ਕੁ ਮੁੱਦਿਆਂ ਤੋਂ ਸ਼ੁਰੂ ਕਰਦੇ ਹਾਂ ਆਪਾਂ। ਪਹਿਲੀ ਗੱਲ, ਕਿਉਂਕਿ ਤੁਸੀਂ ਪੁੱਛਿਆ ਹੀ ਅਜਿਹੀ ਗੱਲ ਕਿ ਆਪਾਂ ਥੋੜਾ ਜਿਹਾ ਪਿੱਛੇ ਤਾਂ ਛੱਡ ਹੀ ਦਿਓ। ਅੱਜ ਦੇ ਜੋ ਮਾਹੌਲ ਵਿੱਚ ਜੇ ਝਾਤ ਮਾਰੀਏ, ਉਹ ਨਾ ਤੁਸੀਂ ਕਿਹਾ ਹੋਏਗਾ ਨਾ ਮੈਂ ਕਿਹਾ ਹੋਏਗਾ, ਉਹ ਸ਼ਬਦ ਜਾਂ ਤਾਂ ਉਸੇ ਪਾਰਟੀ ਦੇ ਵਿੱਚੋਂ ਉਹਨਾਂ ਦੇ ਸਾਥੀਆਂ ਵੱਲੋਂ ਕਹੇ ਗਏ ਜਾਂ ਵਿਰੋਧੀਆਂ ਵੱਲੋਂ ਕਹੇ ਗਏ, ਜਾਂ ਫਿਰ ਕੁਝ ਜੋ
ਅਫਸਰ ਰਿਟਾਇਰ ਹੋ ਚੁੱਕੇ ਉਹਨਾਂ ਵੱਲੋਂ, ਜਾਂ ਕੁਝ ਫਿਰ ਜੋ ਫੜੇ ਗਏ ਕਿਸ ਤਰੀਕੇ ਦੇ ਨੈਕਸਸ ਵਿੱਚ ਉੱਥੇ ਚੱਲ ਰਹੇ ਨੇ, ਜੇ ਉਹ ਆਪਾਂ ਸਾਹਮਣੇ ਗੱਲਾਂ ਲੈ ਆਈਏ ਤਾਂ ਪਹਿਲੀ ਚੀਜ਼ ਤਾਂ ਇਹ ਮੋਟੀ ਜੋ ਮੁੱਦਾ ਸਾਹਮਣੇ ਆਂਦਾ ਹੈ, ਜਿਵੇਂ ਤੁਸੀਂ ਕਿਹਾ ਮੈਂ ਵੀ ਬਿਲਕੁਲ ਸਪਸ਼ਟ ਕਹਿ ਦਿਆਂ, ਕਿਸੇ ਪਾਰਟੀ ਨੂੰ ਕੋਈ ਸਪੋਰਟ ਨਹੀਂ। ਹੂੰ, ਪਰ ਇੱਕ ਵੱਡੀ ਗੱਲ ਕਿ ਇਹਦੇ ਵਿੱਚ ਮਾਫੀਆ ਰਾਜ ਚੱਲਦਾ ਹੈ। ਹੂੰ, ਉਹਦਾ ਮਤਲਬ ਜੋ ਹੁਣ ਫੜੇ ਵੀ ਗਏ ਨੇ, ਉਹਦੇ ਵਿੱਚ ਉੱਪਰ ਸਿਆਸਤਦਾਨਾਂ ਦਾ ਨਾਮ ਵੀ ਆਂਦਾ, ਇੱਕ ਵਿੱਚ ਵੈਦਰਕੌਕ, ਉਹਦਾ ਗੱਲ ਕਰਾਂਗੇ ਕਿਹੜੇ ਵੈਦਰਕੌਕ, ਉਹਨਾਂ ਦਾ ਨਾਮ ਵੀ ਆਂਦਾ ਤੇ ਹੇਠਾਂ ਪੁਲਿਸ ਦਾ ਬੜੇ ਵੱਡੇ ਅਫਸਰਾਂ ਦੇ ਨਾਮ ਵੀ ਆਂਦੇ ਨੇ ਤੇ ਹੇਠਾਂ ਤੱਕ ਜੁੜੇ ਜੋ ਇਹ ਮਾਫੀਆ ਦੇ ਸਾਰੇ ਦਾ ਸਾਰਾ ਜੋ ਸ਼ੁਰੂ ਹੁੰਦਾ ਹੈ ਕੁਨਬਾ, ਉਹਦੇ ਵਿੱਚ ਹੇਠੋਂ ਉੱਪਰ ਤੱਕ ਰੰਗੇ ਲਿਪਤ ਬੰਦੇ ਕਿਵੇਂ ਕੁਝ ਇੱਥੋਂ ਸਾਡੇ ਪੰਜਾਬ ਨੂੰ ਨਿਚੋੜ ਕੇ ਬਾਹਰ ਇਕੱਠਾ ਕਰਦੇ ਨੇ ਸਾਰਾ ਕੁਝ ਜੋ ਸਾਨੂੰ ਪਤਾ ਕਿਵੇਂ ਇਹ ਮਾਇਆ ਜਾਂਦੀ ਜੇ। ਸੋ ਪਹਿਲੀ ਤਾਂ ਅਸੀਂ ਕਹਿ ਸਕਦੇ ਹਾਂ ਡੈਫੀਨੇਸ਼ਨ ਕਿ ਤੁਸੀਂ ਸਕਸੈਸਫੁਲ ਹੋਣਾ ਹੈ, ਤਾਂ ਤੁਹਾਡੇ ਕੋਲ ਮਾਇਆ ਦਾ ਅੰਬਾਰ ਹੋਣਾ ਚਾਹੀਦਾ ਹੈ, ਜਿਸ ਨਾਲ ਉੱਪਰ ਤੱਕ ਤੁਸੀਂ ਰਜਾ ਦਿੱਤਾ ਹੋਏ ਤੇ ਲੋਕਾਂ ਦੇ ਲਹੂ ਤੋਂ ਨਿਚੋੜ ਕੇ ਕੱਢਿਆ ਹੋਵੇ। ਸੋ ਪਹਿਲੀ ਤਾਂ ਅਸੀਂ ਇਹ ਇਹਨਾਂ ਦੀ ਦੱਸ ਦਿੰਦੇ ਹਾਂ। ਹੁਣ ਇੱਕ ਜੀ, ਵੈਦਰਕੌਕ ਦੀ ਗੱਲ ਕੀ, ਆਪਾਂ ਸਿਆਸਤਦਾਨਾਂ ਦੀ ਗੱਲ ਕਰਦੇ ਹਾਂ, ਵੱਡੇ ਪੁਲਿਸ ਮਹਿਕਮਿਆਂ ਦੀ ਵੀ ਗੱਲ ਕਰਦੇ ਹਾਂ, ਅਫਸਰਾਂ ਦੀ, ਕਿ ਉਹ ਵਿੱਚ ਰਲੇ ਮਿਲੇ ਨੇ। ਇੱਕ ਅਜਿਹਾ ਵਿੱਚ ਜਿਹੜਾ ਵਿਚਕਾਰਲਾ ਨੁਕਤਾ ਹੈ ਉਹ ਅਸੀਂ ਭੁੱਲ ਜਾਂਦੇ ਹਾਂ। ਵੈਦਰਕੌਕ ਮੈਂ ਉਹ ਕਿਹਾ ਜੋ ਕਿ ਮੇਰੇ ਵਾਸਤੇ ਸ਼ਬਦ ਨਹੀਂ ਹਨ, ਇਹ ਅਖਬਾਰ ਵਿੱਚ ਛਪੀ ਹੈਡਲਾਈਨ ਦੇ ਉੱਤੋਂ ਹੀ ਮੈਂ ਚੁੱਕੀ ਸੀ ਕਿ ਵੈਦਰਕੌਕ ਇਹਨਾਂ ਨੇ ਕਿਹਾ ਗਿਆ ਸਕੱਤਰ ਸਾਹਿਬਾਨ ਨੂੰ ਕਿ ਉਹਨੇ ਜਿਹੜੇ ਅਸਲ ਮਾਇਨਿਆਂ ਵਿੱਚ, ਕਿਉਂਕਿ ਬਹੁਤ ਵੱਡੀ ਗਿਣਤੀ ਸਾਡੇ ਉਹ ਸਿਆਸਤਦਾਨ ਇੱਥੇ ਅੱਗੇ ਆ ਰਹੇ ਨੇ ਜਿਨ੍ਹਾਂ ਚੋਂ ਹੁਣ ਅੱਜ ਦੇ ਦਿਨ ਵੀ ਝਾਤ ਮਾਰੀਏ, ਕੋਈ 5ਵੀਂ ਪਾਸ, ਕੋਈ 10ਵੀਂ ਪਾਸ, ਕੋਈ 12ਵੀਂ ਪਾਸ, ਜਿਨ੍ਹਾਂ ਨੇ ਸਿਰਫ ਇੱਕੋ ਹੀ ਢੰਗ ਅਪਣਾਉਣਾ ਹੁੰਦਾ, ਕੁਰਸੀ ਲੈਣੀ ਹੈ, ਆਪਣੇ ਟੱਬਰ ਦਾ ਅਗਾਂਹ ਕਾਰੋਬਾਰ ਵਧਾਉਣਾ ਹੈ, ਬਸ ਇੱਥੇ ਤੱਕ ਸੀਮਤ ਨੇ, ਜਿਨ੍ਹਾਂ ਨੂੰ ਗਿਆਨ ਹੀ ਨਹੀਂ ਕਿ ਪੰਜਾਬ ਦੇ ਕੀ ਮੁੱਦੇ ਨੇ, ਕਿਸ ਤਰੀਕੇ ਉੱਥੇ ਅਸੀਂ ਕੰਮ ਕਰਨਾ ਹੈ, ਉਸ ਬਾਰੇ ਨਾ ਪਤਾ ਹੋਣ ਕਾਰਨ ਉਹ ਵੈਦਰਕੌਕਸ ਦਾ ਮਤਲਬ ਉਹਨਾਂ ਨੇ ਇਸ ਕਰਕੇ ਜ਼ਿਕਰ ਕੀਤਾ ਕਿ ਇਹ ਨੇ ਜਿਹੜੇ ਜਦੋਂ ਵੀ ਕਿਸੇ ਦਿਖਦੇ ਆ ਇਹਨਾਂ ਨੂੰ ਕਿ ਇਹ ਵਾਲੀ ਪਾਰਟੀ ਆਂਦੀ ਆ ਰਹੀ ਹੈ ਜਾਂ ਸ਼ਾਇਦ ਪਾਵਰ 'ਚ ਹੋਵੇ, ਤਾਂ ਖਬਰਾਂ ਵੀ ਛਪਦੀਆਂ ਨੇ, ਇਹਦੇ ਵਿੱਚ ਟੀਵੀ ਸ਼ੋਜ਼ ਦੇ ਵਿੱਚ ਦਿਖਾਏ ਵੀ ਜਾਂਦੇ ਨੇ ਕਿ ਵੱਡੀ ਗਿਣਤੀ ਇਹ ਸਕੱਤਰ ਸਾਹਿਬਾਨ ਉੱਥੇ ਉਸ ਦਰ ਦੇ ਉੱਤੇ ਪਹੁੰਚ ਜਾਂਦੇ ਨੇ, ਯਾਨੀ ਹਵਾ ਦੇ ਰੁਖ ਨੂੰ ਦੇਖਦਿਆਂ ਉੱਧਰ ਘੁੰਮਦੇ ਨੇ, ਜਿਸ ਕਾਰਨ ਇਹਨਾਂ ਨੂੰ ਵੈਦਰਕੌਕਸ ਦੇ ਨਾਂ ਹੇਠ ਇਹਨਾਂ ਤੇ ਛਪਿਆ। ਹੂੰ, ਫਿਰ ਇਹਨਾਂ ਚੋਂ ਇੱਕ ਬਹੁਤ ਨਾਮੀ ਗਿਰਾਮੀ ਜੋ ਸਾਡੇ ਹੁਣ ਤਾਂ ਬੜੇ ਸਮੇਂ ਤੋਂ ਰਿਟਾਇਰ ਵੀ ਹੋ ਚੁੱਕੇ ਨੇ, ਜਿਨ੍ਹਾਂ ਦੀ ਇੰਟਰਵਿਊਜ਼ ਮੈਂ ਵੀ YouTube ਤੇ ਹੀ ਸੁਣੀਆਂ, ਕਿ ਉਹਨਾਂ ਨੇ ਸਪਸ਼ਟ ਕਿਹਾ ਕਿ ਸਾਡੇ ਪੁਰਾਣੇ ਵੇਲੇ ਦੇ ਵੀ, ਜੋ ਸਾਡੇ ਸਮਿਆਂ ਵਿੱਚ ਵੀ, ਉਹਨਾਂ ਨੇ ਕਿਹਾ ਕਿ ਮੈਂ ਆਪਣੇ ਸੀਨੀਅਰ ਆਫੀਸਰਸ ਨੂੰ ਵੀ ਦੇਖਿਆ ਸੀ ਕਿ ਕਿਵੇਂ ਕੰਮਕਾਰ ਦੇ ਦੌਰਾਨ ਵੀ ਉਹ ਸ਼ਿਮਲੇ ਜਾ ਕੇ ਬਹਿ ਜਾਂਦੇ ਸਨ, ਅਯਾਸ਼ੀ ਦੇ ਉਹਨਾਂ ਨੇ ਢੰਗ ਦੱਸੇ ਸਨ। ਤੇ ਇਹ ਵੀ ਦੱਸਿਆ ਸੀ ਜਦੋਂ ਪੁੱਛਿਆ ਗਿਆ ਪੱਤਰਕਾਰ ਵੱਲੋਂ ਕਿ ਇੱਕ ਪੱਤਰਕਾਰ ਵੀਰ ਨੇ ਜਦੋਂ ਜਿਹੜੇ ਇੰਟਰਵਿਊ ਲੈ ਰਹੇ ਸਨ ਕਿ ਭਾਈ ਤੁਸੀਂ ਲੋਕਾਂ ਨਾਲ ਮਿਲਦੇ ਗਿਲਦੇ ਕਿਉਂ ਨਹੀਂ, ਪਰ ਫਿਰ ਤੁਸੀਂ ਪੋਲੀਟੀਕਲ ਮਾਈਲੇਜ ਵੀ ਲੈਣ ਲਈ ਨਿਕਲ ਤੁਰਦੇ ਹੋ। ਉਹ ਕਹਿਣ ਲੱਗੇ ਸਾਨੂੰ ਸਿਖਾਇਆ ਹੀ ਇਹ ਜਾਂਦਾ ਕਿ ਲੋਕਾਂ ਨਾਲ ਮਿਲਣਾ ਗਿਲਣਾ ਨਹੀਂ। ਪਰ ਗੱਲ ਉਹ ਇਸ ਗੱਲੋਂ ਸਨ ਕਿ ਜਿੰਨੀਆਂ ਅਸੀਂ ਲਫ਼ਜ਼ ਹੁਣ ਜੋ ਉਹਨਾਂ ਨੇ ਵਰਤਿਆ ਮੈਂ ਉਹੀ ਵਰਤਾਂਗੀ ਕਿ ਜੀ, ਅਯਾਸ਼ੀ ਦੇ ਢੰਗ ਸਾਨੂੰ ਜੋ ਪਤਾ ਲੱਗ ਜਾਂਦੇ ਨੇ ਤੇ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਵੀ ਪਰਾਂ, ਤੇ ਫਿਰ ਅਸੀਂ ਦੱਸਣਾ ਵੀ ਉਹਨਾਂ ਨੂੰ, ਸਿਆਸਤਦਾਨਾਂ ਨੂੰ, ਆਪਣੇ ਹੀ ਉਂਗਲ ਤੇ ਲਪੇਟ ਕੇ ਰੋਲ ਕੇ ਜਿਵੇਂ ਅਸੀਂ ਦੱਸ ਦਿੰਨੇ ਆ, ਤੁਸੀਂ ਸਮਝ ਸਕਦੇ ਹੋ ਕਿ ਇਹ ਕਿੰਨਾ ਵੱਡਾ ਜੋ ਅਸੀਂ ਨੁਕਤਾ ਮਿਸ ਕਰ ਰਹੇ ਹਾਂ, ਕਿ ਜੋ ਮਿਸ ਗਾਈਡ ਵੀ ਕਰਦੇ ਨੇ ਤੇ ਆਪਣੀ ਠੁੱਕ ਵੀ, ਆਪਣੀ ਟੌਰ ਵੀ, ਇਹਨਾਂ ਵਿੱਚੋਂ ਮੈਂ ਸਿਰਫ ਕੁਝ ਗਿਣਤੀ ਨੂੰ ਗਿਣਾਂਗੀ ਜਿਹੜੇ ਇਸ ਪਾਸੇ ਜਾਂਦੇ ਨੇ, ਕਿਉਂਕਿ ਬਹੁਤ ਨੇ ਜਿਹੜੇ ਬੜੇ ਪੋਜ਼ਿਟਿਵ ਕੰਮ, ਜਿਨ੍ਹਾਂ ਦੇ ਇਸ ਦੁਨੀਆ ਤੋਂ ਤੁਰ ਜਾਣ ਬਾਅਦ ਵੀ ਕਈ-ਕਈ ਸਾਲਾਂ ਤੱਕ ਲੋਕ ਉਹਨਾਂ ਦੀ ਤਾਰੀਫ਼ ਕਰਦੇ ਨੇ। ਕੁਝ ਬੜੇ ਤਗੜੇ ਲਿਖਾਰੀ ਵੀ ਨੇ ਤੇ ਕੁਝ ਦੇ ਦਰਦਮੰਦ ਨੇ ਪੰਜਾਬ ਪ੍ਰਤੀ, ਤੇ ਉਹਨਾਂ ਵਿੱਚੋਂ ਇੱਕ ਵੱਡੀ ਗਿਣਤੀ ਜੇ ਅੱਜ ਤੁਹਾਡੀ ਨਜ਼ਰੀ ਆ ਰਿਹਾ ਹੋਵੇ ਤਾਂ ਇੱਕ ਰਿਟਾਇਰਡ ਨੇ ਜੋ ਕਿ ਕਿਰਤੀ ਤੇ ਕਿਸਾਨਾਂ ਦੇ ਨਾਲ ਜੁੜਨ ਵਿੱਚ ਜੱਦੋ-ਜਹਿਦ ਵਿੱਚ ਜੁਟੇ ਨੇ, ਜਿਨ੍ਹਾਂ ਨੇ ਅੱਜ ਦੱਸਿਆ ਕਿ ਸਾਨੂੰ ਲੋਕ ਤਿਰਸਕਾਰ ਸਾਡਾ ਸਿਰਫ ਇਸ ਕਾਰਨ ਕਰਦੇ ਨੇ ਕਿ ਉਹ ਕਹਿੰਦੇ ਨੇ, ਲਫ਼ਜ਼ ਜੋ ਵਰਤਦੇ ਨੇ, ਲੋਕਾਂ ਦੇ ਲਿਖੇ ਵਰਡਸ ਜੀ, ਦੱਸਦੀ ਆਂ, ਇਹ ਜੋ ਇਹਨਾਂ ਨੇ ਪਹਿਲਾਂ ਲਹੂ ਨਿਚੋੜਿਆ ਸਾਡਾ, ਖਾ ਗਏ, ਪੀ ਗਏ, ਫਿਰ ਆਪਣੇ ਘਰ ਭਰੇ, ਆਪਣੇ ਟੱਬਰਾਂ ਨੂੰ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਦੇ
ਪੁੱਤਰ ਧੀਆਂ ਜਾਂ ਤਾਂ ਬਾਹਰ ਨੇ, ਇੱਥੇ ਹੈ ਹੀ ਨਹੀਂ ਪੰਜਾਬ ਅੰਦਰ, ਤੇ ਜਾਂ ਫਿਰ ਉਹਨਾਂ ਵਿੱਚੋਂ ਬਹੁਤ ਸਾਰੇ ਨੇ ਜਿਹੜੇ ਅਜਿਹੀਆਂ ਪਲੰਮ ਪੋਸਟਸ ਤੇ ਬੈਠੇ ਨੇ, ਜਿੱਥੇ ਆਮ ਬੰਦੇ ਦਾ ਹੱਕ ਖੋਹ ਲਿਆ ਗਿਆ, ਜਿਨ੍ਹਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤਾ ਗਿਆ, ਤੇ ਜੋ ਰਵੱਈਆ ਨੌਕਰੀ ਦੌਰਾਨ ਇਹਨਾਂ ਦਾ ਹੁੰਦਾ ਹੈ, ਉਸ ਬਾਰੇ ਇੱਕ ਨਹੀਂ, ਦੋ ਨਹੀਂ, ਅਨੇਕ ਲੇਖ ਵੀ ਲਿਖੇ ਗਏ, ਪੜ੍ਹੇ ਜਾਂਦੇ ਨੇ, ਜਾਂ ਬਹੁਤ ਜਣਿਆਂ ਦੇ ਪਰਸਨਲ ਐਕਸਪੀਰੀਐਂਸਿਸ ਜੋ ਸ਼ੇਅਰ ਕਰਦੇ ਨੇ ਕਿ ਤੁਹਾਨੂੰ ਇਨਸਾਨ ਨਹੀਂ ਗਿਣਦੇ ਜਦੋਂ ਜਾਂਦੇ ਨੇ। ਉਹ ਤੁਹਾਨੂੰ ਦਰਬਾਨ ਵਾਂਗ ਹੀ ਟਰੀਟ ਕਰਦੇ ਨੇ ਕਿ ਅਸੀਂ ਇੱਕ ਰਾਜੇ ਹਾਂ, ਜਿਨ੍ਹਾਂ ਨੇ ਸਾਰਾ ਘੁਮਾਉਣਾ ਹੈ ਪੰਜਾਬ ਦਾ ਜੋ ਆਲਾ-ਦੁਆਲਾ, ਤੇ ਉਹੀ ਅਸੀਂ ਮੰਤਰੀ ਤੋਂ ਘੁਆ ਦੇਣਾ, ਉਹੀ ਅਸੀਂ ਹੇਠਲੇ ਪੱਧਰ ਤੇ ਲਾਗੂ ਕਰਨਾ। ਇਹੀ ਵੱਡਾ ਕਾਰਨ ਜੇ ਕਿ ਸਾਡੇ ਇਸ ਵੇਲੇ ਪੰਜਾਬੀ ਜ਼ਬਾਨ ਲਈ ਕੋਈ ਚਿੰਤਿਤ ਨਹੀਂ, ਕਿਉਂਕਿ ਬਹੁਤ ਵੱਡੀ ਗਿਣਤੀ ਨੇ ਇਸ ਵੇਲੇ ਮੌਜੂਦਾ ਇਹ ਨੌਕਰੀ ਦੇ ਵਿੱਚ ਬੈਠੇ, ਇਸ ਵੇਲੇ ਸਾਡੇ ਜੋ ਆਈਏਐਸ ਆਫੀਸਰਸ ਨੇ, ਜਿਨ੍ਹਾਂ ਚੋਂ ਵੱਡੀ ਗਿਣਤੀ ਬਿਹਾਰ ਜਾਂ ਯੂਪੀ ਤੋਂ ਪਹੁੰਚੇ ਨੇ ਜਾਂ ਹੋਰਨਾਂ ਥਾਵਾਂ ਤੋਂ ਇੱਥੇ ਬੈਠੇ ਨੇ, ਉਹਨਾਂ ਨੂੰ ਪੰਜਾਬੀ ਜ਼ਬਾਨ ਨਾਲ ਮੋਹ ਹੋ ਹੀ ਨਹੀਂ ਸਕਦਾ। ਤੇ ਇਹੋ ਕਾਰਨ ਹੈ ਕਿ ਦੂਜੀ ਗੱਲ, ਨਾ ਤਾਂ ਉਹਨਾਂ ਨੂੰ ਇੱਥੇ ਦੇ ਇਤਿਹਾਸ ਜਾਂ ਸੱਭਿਆਚਾਰ ਜਾਂ ਸਾਡਾ ਧਰਮ, ਮੈਂ ਇੱਕ ਇੰਪੋਰਟੈਂਟ ਵਿਸ਼ਾ ਧਰਮ ਦਾ ਇਸ ਕਰਕੇ ਜ਼ਿਕਰ ਕੀਤਾ, ਇਹਨਾਂ ਚੀਜ਼ਾਂ ਬਾਰੇ ਉਹਨਾਂ ਨੇ ਕਦੇ ਵੀ ਕੋਈ ਆਪਣੇ ਪੋਜ਼ਿਟਿਵ ਵਿਊਜ਼ ਦੱਸੇ ਹੋਣ ਅਜੇ ਤੱਕ ਨਹੀਂ ਪਤਾ, ਪਰ ਜਿਹੜੇ ਇਹਨਾਂ ਚੋਂ ਰਿਟਾਇਰ ਹੋ ਕੇ ਕੋਈ ਪਾਰਟੀ ਜੁਆਇਨ ਕਰ ਲੈਂਦੇ ਨੇ ਜਾਂ ਚੋਣਾਂ 'ਚ ਨਿਕਲ ਆਉਂਦੇ ਨੇ ਜਾਂ ਵੱਡੀਆਂ ਪਲੰਮ ਪੋਸਟਾਂ ਤੇ ਬੈਠ ਜਾਂਦੇ ਨੇ, ਉਹ ਵੀ ਦੁਬਾਰਾ ਜ਼ਿਕਰ ਨਹੀਂ ਕਰਦੇ ਇਸ ਚੀਜ਼ ਦਾ। ਪਰ ਜਿਹੜੇ ਰਿਟਾਇਰ ਹੋ ਕੇ ਆਪਣੀ ਜ਼ਮੀਰ ਜਗਾ ਲੈਂਦੇ ਨੇ, ਉਹ ਇਸ ਮੁੱਦੇ ਬਾਰੇ ਗੱਲ ਕਰਦੇ ਨੇ। ਉਹਨਾਂ ਵਿੱਚੋਂ ਪਹੁੰਚੇ ਵੀ ਨੇ ਕਈ, ਸਾਡੇ ਜਦੋਂ ਕਿਸਾਨ ਬੈਠੇ ਸਨ ਦਿੱਲੀ ਦੀ ਸਰਹੱਦ ਤੇ, ਉਹਨਾਂ ਤੱਕ ਪਹੁੰਚੇ ਵੀ, ਮਾਲੀ ਮਦਦ ਵੀ ਕਰਕੇ ਆਏ, ਉਹਨਾਂ ਨੂੰ ਰਾਹ ਵੀ ਦੱਸਿਆ, ਢੰਗ ਵੀ ਦੱਸਿਆ। ਸੋ ਇਹ ਵੱਖੋ ਵੱਖਰੇ ਨੇ, ਮੈਂ ਇਸੇ ਲਈ ਸਾਰਿਆਂ ਨੂੰ ਇੱਕ 'ਚ ਲਿਪਤ ਨਹੀਂ ਕਰ ਰਹੀ। ਹੁਣ ਇਹਦੇ ਵਿੱਚ ਮੈਂ ਧਰਮ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਅਸੀਂ ਪੰਜਾਬੀ ਕਦੇ ਇਸ ਪੱਧਰ ਤੇ ਪਾੜੇ ਨਹੀਂ ਸਾਂ ਗਏ। ਜੀ। ਜ਼ਰਾ ਪੰਜਾਬ ਦਾ ਦੇਖੋ, ਕਿੰਨਾ ਵੱਡਾ ਆਧਾਰ ਸਾਡਾ, ਕਿੰਨਾ ਉਹਦਾ ਘੇਰਾ ਵਿਸ਼ਾਲ ਸੀ। ਜਿੱਥੋਂ ਪਹਿਲਾਂ ਇਹ ਪਾੜਿਆ ਗਿਆ ਕਿ ਇਹ ਪੰਜਾਬ ਦੇ ਪਹਿਲਾਂ ਤਾਂ ਪਾਕਿਸਤਾਨ ਨੂੰ ਹੀ ਪਾੜ ਦਈਏ, ਕਿ ਇੱਕ ਮੁਸਲਿਮ ਲੀਗ ਹੋਏਗੀ, ਇੱਕ ਹਿੰਦੂ ਮਹਾਸਭਾ ਹੋਏਗੀ, ਇੱਕ ਸਾਡੇ ਸਿੱਖਾਂ ਦਾ ਯਾਨੀ ਆਧਾਰ ਵੱਖ ਕਰਕੇ ਅਕਾਲੀ ਦਲ ਉਦੋਂ ਜਦੋਂ ਹੋਂਦ ਵਿੱਚ ਲਿਆ ਦਿੱਤਾ, ਦਾ ਮਤਲਬ ਸੀ ਇਹ ਪਾੜ, ਜੇ ਅਸੀਂ ਸਾਰੇ ਵੰਡੇ ਗਏ ਜੋ ਕਿ ਇੱਕ ਸਾਂਝਾ ਪੰਜਾਬ ਧਰਮ ਦੇ ਆਧਾਰ ਤੇ, ਫਿਰ ਦੂਜੀ ਮਾਰ ਪਈ ਜ਼ਬਾਨ ਦੇ ਆਧਾਰ ਕਿ ਪੰਜਾਬੀ ਸੂਬਾ ਇੰਨਾ ਹੀ ਰਹਿ ਗਿਆ, ਬਾਕੀ ਸਾਰੇ ਹਰਿਆਣਾ ਦੇ ਦਿਓ, ਹਿੰਦੀ ਬੋਲਦੇ ਨੇ, ਹਿਮਾਚਲ ਵਿੱਚ ਕੱਢ ਦਿਓ। ਤਾਂ ਇਹ ਦੂਜੀ ਮਾਰ ਪਈ ਸੀ ਸਾਨੂੰ। ਇਹ ਪਾੜਨ ਵਾਲੇ ਕੌਣ ਸਨ? ਇਹੀ ਸਨ ਜੋ ਸਿਆਸਤ ਦੀ ਗੱਦੀ ਤੇ ਬੈਠੇ, ਜਿਨ੍ਹਾਂ ਨੇ ਸਾਨੂੰ ਪਹਿਲਾਂ ਧਰਮ ਦੇ ਆਧਾਰ ਤੇ, ਫਿਰ ਜ਼ਬਾਨ ਦੇ ਆਧਾਰ ਤੇ, ਫਿਰ ਉਸ ਤੋਂ ਬਾਅਦ ਹੁਣ ਅੱਜ ਦੇ ਦਿਨ ਝਾਤ ਮਾਰੀਏ ਤਾਂ ਅਸੀਂ ਜਾਤ ਪਾਤ ਦੇ ਆਧਾਰ ਤੇ ਇੰਨੇ ਭੱਦੇ ਤਰੀਕੇ ਪਾੜ ਦਿੱਤੇ ਗਏ ਆ ਕਿ ਮੇਰਾ ਖਿਆਲ ਹੈ ਇਹ ਵਾਪਸ ਹੁਣ ਜਦੋਂ ਸੰਜੋਣਾ ਲਗਭਗ ਨਾਮੁਮਕਿਨ ਜਾਪਦਾ ਹੈ। ਜਿੱਥੇ ਇੱਕ ਜੱਟ ਸਿੱਖ, ਇੱਕ ਅਸੀਂ ਦਲਿਤ, ਇਹ ਸ਼ਬਦ ਆਮ ਤੁਸੀਂ ਹੁਣ ਸੁਣਨ ਲੱਗ ਪਏ ਹੋ, ਜਿਨ੍ਹਾਂ ਵਿੱਚ ਸੋ ਕਾਲਡ ਅਸੀਂ ਕਹਿ ਰਹੇ ਹਾਂ ਜੀ ਰਿਜ਼ਰਵੇਸ਼ਨ ਵਾਲੀਆਂ ਜਿੰਨੀਆਂ ਵੀ ਹੈਗੀਆਂ ਨੇ, ਉਹਨਾਂ ਵਿੱਚੋਂ ਵੀ ਅੱਗੋਂ 15 ਹੋਰ ਕਿਸਮ ਦੀਆਂ ਜਾਂ 20 ਹੋਰ ਕਿਸਮ ਦੀਆਂ ਜਾਤਾਂ ਪਾਤਾਂ ਕੱਢ ਦਿੱਤੀਆਂ। ਇਹੀ ਕਾਰਨ ਜੇ ਕਿ ਸਾਡੀ ਜੋ ਅਸਲ ਜੇ ਮੁੱਦਿਆਂ ਤੇ ਜਿਸਨੇ ਗੱਲ ਕਰਨੀ ਸੀ, ਉਹਨਾਂ ਤੋਂ ਤਾਂ ਅਸੀਂ ਕਿਤੇ ਹੀ ਦੂਰ ਦੌੜ ਚੁੱਕੇ ਹਾਂ, ਹੈ ਹੀ ਨਹੀਂ ਨੇੜੇ ਤੇੜੇ। ਭਾਜੀ ਧਿਆਨ ਕਰਿਓ, ਕਿੰਨੀ ਵੱਡੀ ਗਿਣਤੀ, ਇਹ ਤੁਹਾਡੇ ਅੰਕੜੇ ਤੁਸੀਂ ਵਿੱਚ ਦੇਖ ਸਕਦੇ ਹੋ, ਜਿੱਥੇ 70% ਦੇ ਤੋਂ ਵੀ 80% ਤੱਕ ਦੇ ਉਹਨਾਂ ਨੇ ਕਹਿ ਦਿੱਤਾ, ਇਸ ਤਰੀਕੇ ਦਾ ਮਾਹੌਲ ਬਣਾ ਦਿੱਤਾ ਕਿ ਲੋਕ ਦਿਹਾੜੀਆਂ ਕਰਨ ਤੇ ਮਜਬੂਰ ਕਰ ਛੱਡੇ, ਜਿਨ੍ਹਾਂ ਨੂੰ ਵਿਕ ਗਿਆ ਸਾਰਾ ਜ਼ਮੀਨ, ਕੁਛ ਹੈ ਹੀ ਨਹੀਂ। ਉਹਨਾਂ ਵਿੱਚੋਂ ਇੰਨੀ ਸੋਚ ਸੌੜੀ ਬਣਾ ਦਿੱਤੀ ਕਿ ਕਾਕਾ ਸਵੇਰੇ ਖੜ, ਸ਼ਾਮ ਤੱਕ ਤੂੰ ਬਸ ਇਹ ਕਰ ਜੁਗਾੜ ਆਪਣੀ ਰੋਟੀ ਦਾ, ਇਸ ਤੋਂ ਅਗਾਂਹ ਨਾ ਸੋਚ। ਉਹਨੇ ਕੁਛ ਲੈਣਾ ਹੀ ਨਹੀਂ ਪੰਜਾਬ ਦੇ ਮੁੱਦਿਆਂ ਤੋਂ, ਵੀ ਇੱਥੇ ਕਦੇ ਸਕੂਲ ਵੀ ਹੋਣੇ ਚਾਹੀਦੇ ਸੀ, ਇੱਥੇ ਕੋਈ ਹਸਪਤਾਲਾਂ ਦੀ ਗੱਲ ਸੀ, ਜਾਂ ਇੱਥੇ ਦਾ ਮਾਹੌਲ ਕਿੱਧਰ ਗਿਆ, ਹਵਾ ਦੇਖੋ ਕਿੱਥੇ ਗਈ, ਪਾਣੀ ਭਾਜੀ ਹਿਸਾਬ ਲਾ ਲਓ। ਕਿਸੇ ਨੇ ਗੱਲ ਕੀਤੀ ਹੋਵੇ, ਤੁਹਾਨੂੰ ਪਤਾ ਜੇ ਟਾਈਮਜ਼ ਆਫ ਇੰਡੀਆ ਵਰਗੀ ਅਖਬਾਰ 'ਚ ਵੀ ਖਬਰ ਛਪ ਗਈ ਕਿ 60% ਪਾਣੀ ਜਿਹੜਾ ਪੰਜਾਬ ਦਾ ਇਸ ਵੇਲੇ ਉਹ ਗੰਦਲਾ ਹੋ ਚੁੱਕਿਆ ਜੇ, ਯਾਨੀ ਹੈਵੀ ਮੈਟਲਸ ਉਸ 'ਚ ਨੇ। 400 ਫੁੱਟ ਤੋਂ ਲੈ ਕੇ 1200 ਫੁੱਟ ਤੱਕ ਬੋਰ ਇਸ ਵੇਲੇ ਖਬਰਾਂ ਛਪ ਗਈਆਂ, ਜਿਹੜੇ ਅਸੀਂ ਕੱਢ ਰਹੇ ਹਾਂ ਪਾਣੀ। ਤੇ ਜਿਸ ਤਰੀਕੇ ਦੀ ਬਿਮਾਰੀਆਂ ਸਾਡੇ ਇਸ ਵੇਲੇ ਨੇ,
ਯਕੀਨ ਹੀ ਨਹੀਂ ਹੁੰਦਾ ਕਿ ਅਸੀਂ ਛੋਟੇ ਨਵ ਜੰਮੇ ਬੱਚੇ ਦੇ ਵਿਚਲੇ ਕੈਂਸਰ ਤੋਂ ਲੈ ਕੇ ਤੇ ਅਸੀਂ ਕਿਸ ਤਰੀਕੇ ਨੌਜਵਾਨ 25 28 30 ਸਾਲਾਂ ਦੇ ਹਾਰਟ ਅਟੈਕ ਨਾਲ ਮਰਦੇ ਪਏ ਨੇ। ਡਾਇਬਟੀਜ਼ ਦੀ ਉਹ ਭਰਮਾਰ ਏ, ਬਲੱਡ ਪ੍ਰੈਸ਼ਰ ਦੀ ਉਹ ਭਰਮਾਰ ਏ, ਬੇਅੰਤ ਬਿਮਾਰੀਆਂ, ਜੋੜਾਂ ਦੇ ਦਰਦ, ਕੁਛ ਛੱਡਿਆ ਹੀ ਨਹੀਂ। ਯਾਨੀ ਇਹ ਸਾਰਾ ਸਾਡੇ ਪੰਜਾਬ ਵਿੱਚੋਂ ਹੀ ਸਾਨੂੰ ਪਹੁੰਚ ਰਿਹਾ ਏ। ਤੇ ਫਿਰ ਸਭ ਤੋਂ ਮਾੜੀ ਗੱਲ ਕਿ ਉਹ ਪੰਜਾਬ ਜਿਹੜਾ ਸਾਰੇ ਹਿੰਦੁਸਤਾਨ ਦਾ ਢਿੱਡ ਭਰਦਾ ਸੀ, ਜ਼ਰਾ ਧਿਆਨ ਕਰੋ ਅੱਜ ਉਸੇ ਵਿੱਚ ਮੈਲ ਨਿਊਟ੍ਰੀਸ਼ਨ, ਭੁੱਖਮਰੀ ਦੇ ਬੱਚਿਆਂ ਦੀ ਭਰਮਾਰ ਹੋਣੀ ਸ਼ੁਰੂ ਹੋ ਜਾਏ। ਯਾਨੀ ਭਾਰਤ ਦੇ ਜੋ ਮੈਂ ਹੁਣੇ ਹੀ ਅੰਕੜੇ ਦੇਖ ਰਹੀ ਸਾਂ, ਪਿੱਛੇ ਸਾਡੇ ਜਰਨਲ ਵਿੱਚ ਆਏ ਕਿ ਭਾਰਤ ਵਿੱਚ ਸਾਰੇ ਦੇ ਵਿੱਚੋਂ ਹੀ ਅਸੀਂ ਚੌਥੇ ਨੰਬਰ ਤੇ ਪਹੁੰਚ ਗਏ ਹੋਈਏ, ਯਾਨੀ ਭੁੱਖਮਰੀ ਵਿੱਚ। ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਕਿੱਥੇ ਅਸੀਂ ਖੜੇ ਹਾਂ ਬਾਕੀ ਸੂਬਿਆਂ ਦੇ ਹਿਸਾਬ ਨਾਲ, ਜੇ ਅਸੀਂ ਇੰਨੀ ਉਤਾਂਹ ਲੈਵਲ ਤੇ ਭੁੱਖਮਰੀ ਲੈ ਆਏ ਹਾਂ। ਜਿਨ੍ਹਾਂ ਵਿੱਚੋਂ ਜ਼ਰਾ ਖਿਆਲ ਕਰਿਓ, ਕਿਸੇ ਨੂੰ ਨਹੀਂ ਇਹ ਖਿਆਲ ਹੋਣਾ, ਜਾਂ ਕਿਸੇ ਪਾਰਟੀ ਵਿੱਚ ਜਾਂ ਕਿਸੇ ਨੂੰ ਇਹ ਚੇਤੇ ਵੀ ਹੋਵੇ ਕਿ ਪੰਜਾਬ ਅੰਦਰਲੀਆਂ ਇਸ ਵੇਲੇ 80% ਦੇ ਨੇੜੇ ਤੇੜੇ ਮਾਵਾਂ ਨੇ ਜਿਹੜੀਆਂ ਖੂਨ ਦੀ ਕਮੀ ਨਾਲ ਜੂਝ ਰਹੀਆਂ ਨੇ। ਤੇ ਹੈ ਕੀ ਰੁਪਈਏ ਤੋਂ ਘੱਟ ਦੀ ਗੋਲੀ ਜੇ, ਸਿਰਫ ਅਸੀਂ ਉਹ ਵੀ ਪ੍ਰੋਵਾਈਡ ਨਹੀਂ ਕਰ ਸਕੇ ਕੁਝ ਵੀ। ਯਾਨੀ ਅਸੀਂ ਉਹਨਾਂ ਵਿੱਚੋਂ ਜਿਹੜੇ ਬੱਚੇ ਜੰਮਣੇ ਨੇ, ਉਹ ਵੀ ਜ਼ਰਾ ਧਿਆਨ ਕਰਿਓ ਕਿ ਵੱਡੀ ਗਿਣਤੀ ਮੰਦ ਬੁੱਧ ਜੰਮ ਸਕਦੇ ਨੇ ਜਿਹੜੀਆਂ ਮਾਵਾਂ ਦਾ ਲਹੂ ਘੱਟ ਹੋਵੇ। ਤੇ ਸਾਡੇ ਕੋਲ ਜਿਹੜੀਆਂ ਪਹੁੰਚਦੀਆਂ ਨੇ, ਕਈ ਤਾਂ 2-2 ਗ੍ਰਾਮ ਵਾਲੀਆਂ ਹੁੰਦੀਆਂ ਜੇ। ਫਿਰ ਬਾਲ ਵਿਆਹ, ਕਿਸੇ ਨੇ ਜ਼ਿਕਰ ਕੀਤਾ ਕਿ ਪੰਜਾਬ ਵਿੱਚ ਕਿਵੇਂ ਵੱਡੀ ਗਿਣਤੀ ਬਾਲ ਵਿਆਹ ਹੋਣੇ ਸ਼ੁਰੂ ਹੋ ਗਏ ਨੇ। ਸਿਜਦਾ ਕਰਨ ਦੀ ਗੱਲ ਏ ਕਿ ਜਿਹੜੇ ਸਾਡੇ ਪੱਤਰਕਾਰ ਵੀਰ ਨੇ ਉਹ ਕਿਹੜੇ-ਕਿਹੜੇ ਖੂੰਜੇ ਚੋਂ ਲੱਭ ਲਿਆਉਂਦੇ ਨੇ ਗਿਣਤੀਆਂ। ਕਿਵੇਂ ਲੁਧਿਆਣੇ ਦੇ ਨੇੜੇ ਸਕੂਲ ਵੀ ਉਹਨਾਂ ਨੇ ਲੱਭਿਆ ਕਿ ਉੱਥੇ ਕਿੰਨੀ ਵੱਡੀ ਗਿਣਤੀ ਸਕੂਲ ਵਿੱਚ ਸਾਰੇ 5ਵੀਂ 7ਵੀਂ ਦੇ ਵਿੱਚ ਹੀ ਉਹਨਾਂ ਦਾ ਪਹਿਲਾਂ ਤਾਂ ਗਾਉਣਾ ਕਰ ਦਿੱਤਾ ਜਾਂਦਾ ਹੈ, ਫਿਰ ਉਹਨਾਂ ਦੀ ਜੋ ਵੀ ਉਹਨਾਂ ਨੇ ਰਸਮਾਂ ਕਰਨੀਆਂ ਮੰਗਣੀ ਦੀਆਂ, ਤੇ ਕਿਵੇਂ 7ਵੀਂ ਜਮਾਤ ਤੱਕ ਜਾਂਦਿਆਂ ਦਾ ਵਿਆਹ ਵੀ ਕਰ ਦਿੱਤਾ ਜਾਂਦਾ ਹੈ। ਕਿਵੇਂ 13-13 ਸਾਲ ਦੀਆਂ ਬੱਚੀਆਂ ਦੇ ਅੱਜ ਦੇ ਦਿਨ ਨਕਲੀ ਜੋ ਬਣਾਏ ਜਾਂਦੇ ਨੇ, ਯਾਨੀ ਉਹਨਾਂ ਦੇ ਆਇਡੈਂਟੀਟੀ ਕਾਰਡਸ, ਕਿਵੇਂ ਉਹਨਾਂ ਦੇ ਆਧਾਰ ਕਾਰਡਾਂ ਤੇ ਤਰੀਕਾਂ ਵਧਾਈਆਂ ਜਾਂਦੀਆਂ, ਤੇ ਕਿਵੇਂ 14 ਸਾਲ ਦੀ ਉਮਰ ਵਿੱਚੋਂ ਨਿਆਣੇ ਜੰਮਣੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ, ਕਿਵੇਂ ਮੈਟਰਨਲ ਮੋਰਟੈਲਿਟੀ ਵਧੀ ਜਾਂਦੀ ਜੇ। ਅਸੀਂ ਕਿਸੇ ਹੀ ਪਾਸੇ ਕੋਈ ਇਹਨਾਂ ਤੱਥਾਂ ਵੱਲ ਧਿਆਨ ਨਹੀਂ ਕਰ ਰਹੇ। ਤੇ ਜਿਹਦੇ ਵਿਚਾਰੇ ਨੂੰ ਰੋਟੀ ਦਾ ਜੁਗਾੜ ਨਹੀਂ, ਉਹਨੇ ਕੀ ਲੈਣਾ ਪੰਜਾਬੀ ਜ਼ੁਬਾਨ ਰਹੀ ਨਹੀਂ ਰਹੀ, ਇਹ ਧਰਮ ਰਹਿੰਦਾ ਕਿ ਨਹੀਂ ਰਹਿੰਦਾ, ਇਤਿਹਾਸ ਰਿਹਾ ਕਿ ਨਹੀਂ ਰਿਹਾ, ਸੱਭਿਆਚਾਰ ਕਿੱਥੇ ਕੂੜੇ 'ਚ ਗਿਆ, ਉਹਨਾਂ ਨੇ ਕੀ ਲੈਣਾ। ਅੱਛਾ, ਮੈਨੂੰ ਇਹ ਦੱਸਿਓ, ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਹੈ, ਚੋਣ ਮੁੱਦੇ ਸੱਚਮੁੱਚ ਗਵਾਚ ਗਏ ਹੈ। ਸਾਡੇ ਵਾਸਤੇ ਇਹ ਇੰਪੋਰਟੈਂਟ ਹੋ ਗਿਆ ਕਿ ਸਿੱਧੂ ਚਿਹਰਾ ਹੋਵੇ ਜਾਂ ਇੱਕ ਦਲਿਤ ਡਾਕਟਰ ਚਰਨਜੀਤ ਸਿੰਘ ਚੰਨੀ। ਹੁਣ ਮੈਂ ਇਸ ਕਰਕੇ ਕਹਿਣਾ ਕਿ ਲੋਕ ਉਹਦੇ ਭਰਾ ਨੂੰ ਡਾਕਟਰ ਤੇ ਉਹਨੂੰ ਡਾਕਟਰ ਦੋਵਾਂ ਨੂੰ ਕਹੀ ਜਾਂਦੇ ਨੇ, ਕਿਉਂਕਿ ਉਹ ਕਹਿੰਦੇ ਨੇ ਮੈਂ ਕੰਮ ਕੋਈ ਛੱਡਿਆ ਹੀ ਨਹੀਂ, ਕਿਉਂਕਿ PhD ਕਰ ਰਹੇ ਨੇ। ਦੂਸਰੇ ਪਾਸੇ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਜ਼ੋਰ ਲੱਗਿਆ ਹੈ ਕਿ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਦਿਓ, ਅਸੀਂ ਕਦੇ ਬਣਾਈ ਨਹੀਂ। ਸ਼੍ਰੋਮਣੀ ਅਕਾਲੀ ਦਲ ਕਹਿੰਦਾ ਹੈ ਨਾ, ਵਾਰੀ ਹੁਣ ਸਾਡੀ ਆ ਗਈ। ਕੈਪਟਨ ਅਮਰਿੰਦਰ ਸਿੰਘ ਭਾਜਪਾ, ਸੁਖਦੇਵ ਸਿੰਘ ਢੀਂਡਸਾ ਇਹ ਗੱਠਜੋੜ ਕਰਕੇ ਬੈਠੇ, ਨਾ ਕਹਿੰਦੇ ਇਸ ਵਾਰ ਪੰਜਾਬ ਨੂੰ ਸਭ ਤੋਂ ਵੱਧ ਖਤਰਾ ਹੋ ਗਿਆ, ਸਰਹੱਦੀ ਸੂਬਾ ਹੋ ਗਿਆ, ਸਾਨੂੰ ਮੌਕਾ ਦਿਓ। ਸੰਯੁਕਤ ਸਮਾਜ ਮੋਰਚਾ ਵਾਲੇ ਕਹਿੰਦੇ ਨਹੀਂ, ਅਸੀਂ ਤੁਹਾਡੀ ਸਾਰ ਲਵਾਂਗੇ, ਤੁਹਾਡੇ ਵਿੱਚੋਂ ਨਿਕਲਿਆ, ਤੁਸੀਂ ਸਾਨੂੰ ਕਿਹਾ ਅਸੀਂ ਚੋਣ ਲੜ ਰਹੇ ਹਾਂ। ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕੀਤਾ ਹੈ, ਮੈਂ ਕਿਸੇ ਵੀ ਪਾਰਟੀ ਦਾ ਇਹ ਮੁੱਦਾ ਨਹੀਂ ਦੇਖਿਆ ਕਿ ਪੰਜਾਬੀ ਭਾਸ਼ਾ ਦੀ ਕੋਈ ਗੱਲ ਕਰ ਰਿਹਾ ਹੋਵੇ, ਜ਼ੁਬਾਨ ਦੀ ਕੋਈ ਗੱਲ ਕਰ ਰਿਹਾ ਹੋਵੇ। ਕੋਈ ਨਹੀਂ ਆਖ ਰਿਹਾ ਕਿ ਸਾਡੇ ਬੱਚਿਆਂ ਦੀ ਸਿਹਤ ਉਹਦਾ ਰਖਵਾਲਾ ਕੌਣ ਬਣੇਗਾ। ਕੋਈ ਨਹੀਂ ਆਖ ਰਿਹਾ ਕਿ ਸਾਡੀਆਂ ਸਿਹਤ ਸਹੂਲਤਾਂ ਸਾਡੇ ਕੋਲੋਂ ਖੋਹ ਕੇ ਕੇਂਦਰ ਸਰਕਾਰ ਲੈ ਗਈ ਤੇ ਨਿਗੁਣੀਆਂ ਸਿਹਤ ਸਹੂਲਤਾਂ ਸਾਨੂੰ ਮਿਲ ਰਹੀਆਂ ਨੇ। ਕੀ ਕਾਰਨ ਹੈ ਕਿ ਪੰਜਾਬ ਦੇ ਵੋਟਰ ਨੂੰ ਸੱਚਮੁੱਚ ਇਹਨਾਂ ਮੁੱਦਿਆਂ ਦਾ ਕੋਈ ਫਿਕਰ ਨਹੀਂ? ਕੀ ਪੰਜਾਬ ਦੇ ਵੋਟਰ ਨੂੰ ਸੱਚਮੁੱਚ ਫਿਕਰ ਨਹੀਂ ਕਿ ਭਵਿੱਖ ਦੇ ਕਾਤਲ ਉਹਨਾਂ ਦੇ ਕੌਣ-ਕੌਣ ਨੇ? ਕੀ ਕਾਰਨ ਹੈ ਜੀ ਇਹ ਕਿ ਮੁੱਦਿਆਂ ਦਾ ਜ਼ਿਕਰ ਇਸ ਵਕਤ ਬਿਲਕੁਲ ਨਹੀਂ ਹੋ ਰਿਹਾ? ਜੇ ਜ਼ਿਕਰ ਹੋ ਰਿਹਾ ਤਾਂ ਦਲ ਬਦਲੀਆਂ ਦਾ ਹੋ ਰਿਹਾ ਹੈ, ਜ਼ਿਕਰ ਹੋ ਰਿਹਾ ਤਾਂ ਸਿਰਫ ਤੇ ਸਿਰਫ ਦਲਿਤ ਦਾ ਤੇ ਜਨਰਲ ਕੈਟਾਗਰੀ ਦਾ ਹੋ ਰਿਹਾ। ਕੀ ਕਾਰਨ ਹੈ ਜੀ? ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਇਸ ਵੇਲੇ ਪਹਿਲੀ ਚੀਜ਼ ਤਾਂ ਸਾਫ਼ ਕਿਰਦਾਰ ਨੂੰ ਦਬਾਉਣ ਲਈ ਅਸੀਂ ਪੂਰਾ ਜ਼ੋਰ ਲਾਉਂਦੇ ਹਾਂ। ਜੀ। ਕਿਉਂਕਿ ਮੈਂ ਜ਼ਿਕਰ ਕੀਤਾ ਸੀ ਕਿ ਸਾਰੇ ਖਬਰਾਂ ਸਾਡੇ ਕੋਲ ਸਪਸ਼ਟ ਕਰਦੀਆਂ ਪਈਆਂ ਨੇ ਕਿ ਮਾਫੀਆ ਰਾਜ ਇੱਥੇ ਹੱਡੀ ਰਚ ਚੁੱਕਿਆ ਹੈ। ਤੇ ਇੱਕ ਦੂਸਰੀ ਨੈਪੋਟਿਜ਼ਮ, ਯਾਨੀ ਅਸੀਂ ਖਾਨਦਾਨ ਦੇ ਖਾਨਦਾਨ ਤੁਰੇ ਆਉਂਦੇ ਨੇ ਅੱਗੇ, ਇੱਕੋ ਇੱਕ ਚ ਕਿੰਨੇ ਕਿੰਨੇ ਜਣੇ ਸ਼ੁਰੂ ਹੋ ਜਾਂਦੇ ਨੇ। ਉਹ ਇੱਥੋਂ ਤੱਕ ਕਿ ਇਹ ਵੀ ਜੇ ਤੁਸੀਂ ਜ਼ਿਕਰ ਕੀਤਾ ਚੰਨੀ ਜੀ ਦਾ, ਤਾਂ ਉਹਨਾਂ ਨੇ ਆਪ ਐਲਾਨ ਕੀਤਾ ਕਿ ਮੇਰਾ ਭਰਾ ਵੱਖ ਲੜ ਜ਼ਰੂਰ ਰਿਹਾ ਪਰ ਅਸੀਂ ਹਾਂ ਇੱਕੋ ਹੀ। ਯਾਨੀ ਇਹ ਕਹਿਣਾ ਕਿ ਵੋਟਰੋ ਤੁਸੀਂ ਮੂਰਖ ਹੋ, ਮੂਰਖ ਸੀ ਤੇ ਮੂਰਖ ਬਣਦੇ ਰਹੋਗੇ। ਅਸੀਂ ਅੰਦਰੋਂ ਸਾਰੇ
ਹੀ ਹਾਂ, ਇੱਕ ਵਾਰ ਨਹੀਂ, 2 ਵਾਰ ਨਹੀਂ, ਕਿੰਨੀ-ਕਿੰਨੀ ਵਾਰ ਇਹ ਅਨਾਉਂਸਮੈਂਟ ਕਰ ਚੁੱਕੀ ਹੈ ਤੇ ਅਸੀਂ ਦੇਖ ਵੀ ਚੁੱਕੇ ਕਿ ਕਿਵੇਂ ਜਦੋਂ ਦਲ ਬਦਲੂ ਹੁੰਦੇ ਨੇ, ਇਹ ਪਹਿਲਾਂ ਫਿਰ ਨਿਕਲਦੀਆਂ ਨੇ ਗੱਲਾਂ ਕਿ ਪਹਿਲਾਂ ਵੀ ਜੱਫੀਆਂ ਪਾ ਕੇ ਇਕੱਠੇ ਹੀ ਹੁੰਦੇ ਸਨ। ਅ, ਮੈਂ ਆਪ ਇੱਕ ਤਾਂ ਇਹੋ ਜਿਹੇ ਪ੍ਰੋਗਰਾਮ ਦੀ ਗਵਾਹ ਹਾਂ ਕਿ ਅੰਦਰ ਦਬਾ ਕੇ ਪ੍ਰੋਗਰਾਮ ਵਿੱਚ ਜਦੋਂ ਲਾਈਵ ਚੱਲ ਰਿਹਾ ਸੀ, ਦਬਾ ਕੇ ਇੱਕ ਦੂਜੇ ਦੇ ਵਿਰੁੱਧ ਬੋਲੇ। ਹਾਲ ਇਹ ਲੱਗਦਾ ਸੀ ਸ਼ਾਇਦ ਹੁਣੇ ਹੀ ਗਲਾ ਫੜਿਆ ਕਿ ਹੁਣੇ ਹੀ ਇਹ ਤਾਂ ਹੱਥੋਂ ਪਾਈ ਹੋਏ ਕਿ ਹੋਏ। ਅਗਲੀ ਕਿਉਂਕਿ ਵਾਰੀ ਮੇਰੀ ਸੀ ਉੱਥੇ ਸ਼ੋਅ 'ਚ ਤੇ ਮੈਂ ਤੇ ਹੈਰਾਨ ਸਾਂ ਨਿਕਲ ਕੇ ਕਿਸ ਤਰੀਕੇ ਘੁੱਟ ਕੇ ਉਹਨਾਂ ਨੇ ਜੱਫੀਆਂ ਪਾਈਆਂ, ਕਿਵੇਂ ਮਠਿਆਈਆਂ, ਚਾਹਾਂ ਖਾ ਕੇ ਤੇ ਉਹ ਆਪਣਾ ਤੇਰੇ ਮੁੰਡੇ ਦਾ ਕੀ ਹਾਲ, ਮੇਰੇ ਦਾ, ਉਹ ਯਾਰ ਤੇਰੇ ਰਿਸ਼ਤੇਦਾਰੀ 'ਚ ਵਿਆਹ ਕਰਾਉਣਾ ਸੀਗਾ, ਉਹ ਦੇਖ ਗੱਲ। ਮੈਂ ਹੈਰਾਨ ਸਾਂ ਵੀ ਇਹ ਇੰਨੇ ਜ਼ਬਰਦਸਤ ਕਿਰਦਾਰਾਂ 'ਚ ਤਬਦੀਲੀ ਹੁੰਦੀ ਕਿਵੇਂ ਹੈ? ਕੀ ਦਿਖਾਵਾ ਜੇ, ਕੀ ਮੁਖੌਟਾ ਚਾੜਿਆ ਹੁੰਦਾ ਤੇ ਕੀ ਪਿੱਛੋਂ ਨਿਕਲਦੇ ਨੇ। ਤੇ ਇਹਨਾਂ ਵਿੱਚ ਅਸੀਂ ਭਾਲਦੇ ਹਾਂ ਕਿ ਕੋਈ ਵੀ ਬਦਲ ਕੇ ਦੂਜੇ ਪਾਸੇ ਜਾ ਕੇ ਕੀ ਸਾਡੇ ਮੁੱਦੇ ਚੁੱਕੇਗਾ। ਹੁਣ ਤੁਸੀਂ ਦੇਖੋ, ਇਹ ਇਸ ਗੱਲ ਦਾ ਆਪਾਂ ਜੇ ਸਮਝਣਾ ਚਾਹੀਏ ਕੀ ਮਤਲਬ ਹੈ ਕਿ ਇਹ ਖਬਰ ਇੱਕ ਆਈ ਕਿ ਇੱਕ ਅਨਾਉਂਸਮੈਂਟ ਇਹ ਕਰ ਰਿਹਾ ਬੰਦਾ, ਮੈਂ ਬਿਲਕੁਲ ਨਾਮ ਲਏ ਬਗੈਰ, ਕਿਉਂਕਿ ਮੈਂ ਪਹਿਲਾਂ ਤੁਸੀਂ ਵੀ ਕਹਿ ਚੁੱਕੇ ਹੋ, ਮੈਂ ਵੀ ਕਿਸੇ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਇੱਕ ਸਿੱਧੂ ਨੂੰ ਇਸ ਕਰਕੇ ਢਾਹ ਰਹੇ ਹਾਂ ਕਿ ਉਹ ਸਾਫ਼ ਕਿਰਦਾਰ ਵਾਲੇ ਨੂੰ ਦੇਖਦੇ ਹਾਂ, ਜਦੋਂ ਅਸੀਂ ਸਾਰਿਆਂ ਚੁਫੇਰਾ ਪਾ ਲਵਾਂਗੇ ਤਾਂ ਫਿਰ ਉਹ ਕਿਵੇਂ ਬਚੇਗਾ। ਇਹਦਾ ਕੀ ਮਤਲਬ ਕੱਢੀਏ? ਯਾਨੀ ਇਹਦਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਕੋਈ ਸਾਫ਼ ਕਿਰਦਾਰ, ਜੇ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਉਹਦੇ ਤੇ ਕੁਛ ਨਹੀਂ ਦਾਗ, ਤਾਂ ਇਹਦਾ ਮਤਲਬ ਇਹ ਅਸੀਂ ਸਾਰੇ ਕੌਣ ਆ ਜਿਹੜੇ ਉਹਨੂੰ ਢਾਹ ਲਵਾਂਗੇ? ਕੀ ਦੱਸਣਾ ਚਾਹ ਰਹੇ ਹਾਂ? ਇਹ ਸੁਨੇਹਾ ਕੀ ਜਾ ਰਿਹਾ ਹੈ? ਦਾ ਮਤਲਬ ਕਿ ਕੀ ਕੋਈ ਸਾਫ਼ ਕਿਰਦਾਰ ਵਾਲਾ ਬੰਦਾ ਜਦੋਂ ਨਿੱਤਰਦਾ ਹੈ, ਤਾਂ ਉਹਦੇ ਇਸ ਤਰੀਕੇ ਦੇ ਉਹਦੇ ਤੇ ਲਾਂਛਨ ਲਾਏ ਜਾਂਦੇ ਨੇ, ਬੇਹੂਦਗੀ ਦੀ ਸਿਖਰ ਟੱਪ ਲਈ ਜਾਂਦੀ ਹੈ, ਜੋ ਸੁਣਨੀ ਕੰਨਾਂ 'ਚ ਵੀ ਸੁਣਨ ਯੋਗ ਵੀ ਨਹੀਂ ਕਿ ਟੱਬਰ 'ਚ ਬੈਠ ਕੇ ਉਹ ਸ਼ਬਦ ਸੁਣ ਲਏ ਜਾਣ। ਯਾਨੀ ਇਹ ਅਸੀਂ ਹਿਸਾਬ ਲਿਆ ਧਰਿਆ ਇੱਥੇ ਸਿਆਸਤ ਵਿੱਚ ਕਿ ਗੰਦਗੀ ਖਿਲਾਰੋ ਤਾਂ ਕਿ ਜੇ ਕੋਈ ਆਮ ਬੰਦਾ ਸਮਝੇ ਕਿ ਮੈਂ ਸਾਫ਼ ਕਿਰਦਾਰ ਵਾਲਾ ਇੱਥੇ ਕੁਝ ਕੰਮ ਕਰਨ ਲਈ ਅਗਾਂਹ ਆਉਣਾ, ਤਾਂ ਉਹਨੂੰ ਉੱਥੇ ਹੀ ਢਾਹ ਕੇ ਉਹਨੂੰ ਖਤਮ ਕਰ ਦਿਓ ਕਿ ਭਾਈ ਤੈਨੂੰ ਅਸੀਂ ਆਪਣੇ ਚਿੱਕੜ 'ਚ ਜਾਂ ਤਾਂ ਲਿਪਟ ਜਾ ਤੇ ਨਹੀਂ ਅਸੀਂ ਤੇਰੇ ਤੇ ਇੰਨਾ ਚਿੱਕੜ ਸੁੱਟਾਂਗੇ ਕਿ ਤੂੰ ਆਪ ਹੀ ਮਰ ਜਾਏਗਾ। ਤਾਂ ਇਹੋ ਜਿਹਾ ਅਸੀਂ ਹਾਲਾਤ ਬਣਾ ਛੱਡੇ, ਦਲਦਲ ਬਣਾ ਛੱਡੀ ਹੈ ਸਿਆਸਤ, ਜਿਹਦੇ ਵਿੱਚ ਮੈਂ ਗੱਲ ਕਰਦੀ ਹਾਂ ਇੱਕ ਸ਼ਾਇਦ ਇਹਦੇ ਨਾਲ ਤੁਹਾਨੂੰ ਵੱਖ ਲੱਗੇ। ਜੀ। ਇੱਕ ਈਸਟ ਇੰਡੀਆ ਕੰਪਨੀ ਜਦੋਂ ਆਈ ਸੀ, ਇੱਕ ਚਿੱਠੀ ਲਿਖੀ ਸੀ ਉਹਨਾਂ ਨੇ ਆਉਣ ਲਈ, ਮੈਂ ਜੋ ਤੁਹਾਨੂੰ ਪੜ੍ਹ ਕੇ ਦੱਸਣਾ ਚਾਹੁੰਦੀ ਹਾਂ। ਲਾਹੌਰ ਦੇ ਰੀਜੈਂਟ ਸਰ ਫਰੈਡਰਿਕ ਕਰੀ ਨੇ 4 ਅਕਤੂਬਰ 1848 ਨੂੰ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੂੰ ਚਿੱਠੀ ਲਿਖੀ। ਉਸ 'ਚ ਇੱਕ ਗੱਲ ਲਿਖੀ ਸੀ ਕਿ ਸਾਡੇ ਜਦੋਂ ਅਸੀਂ ਕਬਜ਼ਾ ਸਾਰੇ ਪਾਸੇ ਕਰ ਰਹੇ ਹਾਂ ਨਾ ਭਾਰਤ ਵਿੱਚ, ਤੇ ਉਦੋਂ ਤੋਂ ਹੀ ਮੁੱਢ ਤੋਂ ਹੀ ਇਹੋ ਹੀ ਚਿੱਠੀ 'ਚ ਲਿਖਿਆ ਹੈ, ਪੰਜਾਬ ਦੇ ਹਰ ਹਿੱਸੇ ਵਿੱਚੋਂ ਸਾਡੇ ਵਿਰੁੱਧ ਵਿਰੋਧ ਤੇ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਇਸ ਦਾ ਵਿਸ਼ੇਸ਼ ਪ੍ਰਭਾਵ ਸਾਡੀ ਸਾਰੀ ਈਸਟ ਇੰਡੀਆ ਕੰਪਨੀ ਦੇ ਉਹਨਾਂ ਦੇ ਉੱਤੇ ਲੋਕਾਂ ਤੇ ਪੈ ਰਿਹਾ ਹੈ। ਤੇ ਇਸੇ ਕਰਕੇ ਸਾਡਾ ਵਿਚਾਰ ਹੈ ਕਿ ਜੇ ਪੰਜਾਬ ਤੇ ਰਾਜ, ਹੁਣ ਤੁਸੀਂ ਉਹ ਜੋ ਚਿੱਠੀ ਹੋਈ ਪੜ੍ਹ ਰਹੀ ਹਾਂ ਮੈਂ, ਜੀ ਜੀ। ਜਿੰਨੀ ਦੇਰ ਅਸੀਂ ਸਿੱਖ ਜਨਤਾ ਨੂੰ ਪੂਰੀ ਤਰ੍ਹਾਂ ਲਤਾੜ ਨਹੀਂ ਦਿੰਦੇ ਅਤੇ ਇੱਕ ਆਜ਼ਾਦ ਕੌਮ ਦੀ ਹੈਸੀਅਤ ਵਰਗੀ ਉਹਨਾਂ ਦੀ ਤਾਕਤ ਨੂੰ ਬਿਲਕੁਲ ਤਬਾਹ ਨਹੀਂ ਕਰ ਦਿੰਦੇ, ਤੇ ਉਹਦਾ ਮਤਲਬ ਇਹ ਹੋਏਗਾ ਕਿ ਅਸੀਂ ਪੰਜਾਬ ਲਈਏ ਪਰ ਉਹਦੇ ਵਿੱਚੋਂ ਸਰਦਾਰਾਂ ਨੂੰ ਤੇ ਉਹਨਾਂ ਦੀ ਅਣਖ ਨੂੰ ਖਤਮ ਕਰ ਦੇਈਏ, ਤਾਂ ਆਗੂਆਂ ਤੋਂ ਬਿਨਾਂ ਇਹ ਲੋਕ ਕੁਝ ਨਹੀਂ ਕਰ ਸਕਣਗੇ ਤੇ ਹਿੰਦੁਸਤਾਨ ਵਿੱਚ ਅਸੀਂ ਸੌਖਿਆਂ ਰਾਜ ਕਰ ਸਕਾਂਗੇ। ਮੈਂ ਤੁਹਾਨੂੰ ਚਿੱਠੀ ਭੇਜ ਦਿਆਂਗੀ, ਇਹ ਤੁਸੀਂ ਬੇਸ਼ੱਕ ਸ਼ੇਅਰ ਕਰ ਸਕੋਗੇ। ਜੀ। ਤੁਸੀਂ ਹੁਣ ਇਸ ਤੋਂ ਜ਼ਰਾ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਪੰਜਾਬ ਦੇ ਲੋਕ ਅਣਖੀਲੇ ਯੋਧੇ, ਜਿਨ੍ਹਾਂ ਵਿੱਚ ਕਦੇ ਇਹ ਪਾੜ ਨਹੀਂ ਸੀ ਕਿ ਕੋਈ, ਭਾਵੇਂ ਉਹ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਲਓ, ਕਦੇ ਪਾੜ ਇਸ ਤਰ੍ਹਾਂ ਦਾ ਹੋਵੇ, ਉਹਨੇ ਤਾਂ ਫਰੈਂਚ ਵੀ ਬੰਦਾ ਲਿਆਇਆ ਕਿ ਸਿਰਫ ਅਸੀਂ ਦੇਖਣਾ ਹੈ ਕਿ ਕੌਣ ਇਸ ਸੂਬੇ ਲਈ ਵਾਕਈ ਨਿੱਠ ਕੇ ਕੰਮ ਕਰੇਗਾ, ਇਹਦੀ ਉੱਨਤੀ ਲਈ, ਇਹਦੀ ਤਰੱਕੀ ਲਈ, ਇਹ ਸਾਰੇ ਲੋਕਾਂ ਦੇ ਭਲੇ ਲਈ ਜਿਹੜਾ ਅਸੀਂ ਕੰਮ ਕਰ ਸਕੀਏ। ਉਹ ਸਾਰੇ ਤੋਂ ਅਸੀਂ ਕਿੱਥੇ ਨਿੱਤਰੇ, ਤੇ ਉਹਨਾਂ ਨੇ ਇੱਕ ਹੋਰ ਜੋ ਬੜੀ ਤਗੜੀ ਸੱਟ ਮਾਰੀ ਸੀ ਕਿ ਇਹਨਾਂ ਤੋਂ, ਇਹਨਾਂ ਦੀ ਸਿੱਖਿਆ ਨੀਤੀ ਵਿੱਚੋਂ ਜ਼ਬਾਨ ਖੋਲੋ। ਇਹਨਾਂ ਨੂੰ ਇੱਕ ਗੱਲ ਸਿਰਫ ਦੇ ਦਿਓ, ਤੁਹਾਡੀ ਹੀਨ ਭਾਵਨਾ ਜੋੜ ਦਿਓ ਇਹਨਾਂ ਦੀ ਜ਼ਬਾਨ ਨਾਲ, ਤੇ ਜਿਹੜੇ ਹਰ ਘਰ ਵਿੱਚ ਇਹਨਾਂ ਦਾ ਪੰਜਾਬੀ ਦਾ ਕਾਇਦਾ ਗਾਇਬ ਕਰ ਦਿਓ। ਇਹਨਾਂ ਨੂੰ ਕਹੋ ਕਿ ਸਾਡੀ ਜ਼ਬਾਨ ਅੰਗਰੇਜ਼ੀ ਹੀ ਉੱਤਮ ਹੈ।
ਜ਼ਰਾ ਉਸ ਸਮੇਂ ਤੋਂ, ਮੈਂ 1848 ਦੀ ਗੱਲ ਕਰ ਰਹੀ ਹਾਂ, ਜਦੋਂ ਦੀ ਚਿੱਠੀ ਨਿਕਲੀ ਸੀ ਤੋਂ ਲੈ ਕੇ ਵੇਖ ਲਓ ਕਿ ਨਾ ਤਾਂ ਉਹ ਸਿੱਖਿਆ ਨੀਤੀ ਰਹੀ, ਅਸੀਂ ਸਿੱਖਿਆ ਦੇ ਵਿੱਚ ਇਤਿਹਾਸ ਗਾਇਬ ਕਰ ਦਿੱਤਾ ਆਪਣਾ। ਯਾਨੀ ਜਿੱਥੋਂ ਲਹੂ ਗਰਮਾਉਣਾ ਸੀ, ਜਿੱਥੇ ਕਿਹਾ ਸੀ ਕਿ ਕੋਈ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਪੰਜਾਬੀ ਸਾਂ, ਅਸੀਂ ਨਹੀਂ ਸੀ ਵੱਖ, ਅਸੀਂ ਤਾਂ ਸਾਰੇ ਇਕੱਠੇ ਸਾਂ, ਸਾਂਝੇ ਤਿਉਹਾਰ ਸਨ। ਇੱਕ ਟੱਬਰ ਵਿੱਚ ਜੇ ਇੱਕ ਹਿੰਦੂ ਵੀ ਟੱਬਰ ਸੀ ਤਾਂ ਉਹ ਇੱਕ ਸਿੱਖ ਬਣਾ ਦਿੰਦੇ ਸਨ ਪਹਿਲਾ ਪੁੱਤਰ, ਤੇ ਸਾਰਿਆਂ ਦੇ ਵਿਆਹ ਇਸੇ ਤਰ੍ਹਾਂ ਵਿੱਚ ਰਲੇ ਮਿਲਵੇਂ ਹੁੰਦੇ ਸੀ। ਇਹੋ ਜਿਹੀ ਪਾੜ ਨਹੀਂ ਸੀ। ਹੁਣ ਜੋ ਇਹ ਸਿਆਸਤਦਾਨਾਂ ਦਾ ਦੌਰ ਚਲਾਇਆ, ਇਹਦੇ ਵਿੱਚ ਕਿਰਦਾਰ ਢਾਹ ਦੇਣੇ, ਮਾਫੀਆ ਰਾਜ ਦੀ ਸਿਖਰ ਹੋ ਜਾਣੀ, ਜਿਹਦੇ ਵਿੱਚ ਝੂਠ ਦੇ ਪੁਲੰਦੇ ਖੜੇ ਨੇ। ਯਾਨੀ ਇੱਕ ਸਾਡੇ ਕੋਲ ਅਜਿਹਾ ਕਿਰਦਾਰ ਆ ਗਿਆ ਜੋ ਅਜੇ ਤੱਕ ਕਦੇ ਵੀ ਨਹੀਂ ਸੀ, ਜਿਸਨੇ ਗਰੀਬੀ ਦਾ ਗਿਲਾਫ ਚਾੜ ਕੇ, ਜੋ ਤੁਹਾਡੇ ਸਾਹਮਣੇ ਹੀ ਹੈ ਕਿ ਦਿਖਾ ਦਿੱਤਾ ਕਿ ਜਿੱਥੇ ਹੁਣ ਇਹੋ ਜਿਹੀਆਂ ਵੀ ਖਬਰਾਂ, ਜੋ ਇੱਕ ਹੁਣੀ YouTube ਪਿੱਛੇ ਆਈ ਸੀ ਕਿ ਨਾ ਸਿਰਫ 10 ਕਰੋੜ ਬਲਕਿ ਉਹਦੇ ਭਾਣਜੇ ਜਾਂ ਭਤੀਜੇ, ਜੋ ਵੀ ਤੁਸੀਂ ਕਹਿਣਾ ਚਾਹੋ, ਉਹਦੇ ਤੇ 300 ਕਰੋੜ ਤੋਂ ਉੱਪਰ ਦਾ ਜੇ ਮਾਲ ਨਿਕਲ ਰਿਹਾ, ਤੇ ਉਹ ਮੰਨ ਰਹੇ ਨੇ ਕਿ ਮੇਰਾ ਤਾਂ ਬਦਲੀਆਂ ਵੀ ਮੈਂ ਹੀ ਕਰਾਈਆਂ ਤੇ ਸਾਰਾ ਕੁਝ। ਹੁਣ ਮੇਰੇ ਵੀਰਾ, ਜਿਸ ਪੰਜਾਬ ਵਿੱਚ ਇੱਕ ਬਦਲੀ ਲਈ ਕਰੋੜਾਂ ਦਿੱਤੇ ਜਾਂਦੇ ਹੋਣ, ਉਹ ਬੰਦਾ ਕੀ ਕਰੇਗਾ, ਕਿੱਥੋਂ ਕਮਾਏਗਾ? ਕੀ ਉਹ ਕਦੇ ਉਸ ਤੋਂ ਅਸੀਂ ਨਿਆਂ ਭਾਲ ਸਕਦੇ ਹਾਂ ਕਿ ਇਹ ਬੰਦਾ ਸਾਨੂੰ ਸਹੀ ਢੰਗ ਨਾਲ ਪੰਜਾਬ 'ਚ ਚਲਾ ਕੇ ਦੇ ਦੇਗਾ? ਜਾਂ ਉਹ ਸਿਆਸਤਦਾਨ ਜਿਸਨੇ ਇਹ ਆਪਣੇ ਅੰਡਰ ਲਾਣਾ ਹੀ ਉਹ ਹੈ, ਜਿਹੜਾ ਮੇਰੇ ਕੋਲ ਸਕੱਤਰ ਉਹ ਲੱਗੇਗਾ ਜਿਹੜਾ ਮੇਰੇ ਅੱਗੇ ਝੁਕ ਕੇ ਸਲਾਮ ਮਾਰਦਾ ਹੋਏਗਾ ਤੇ ਆਪਣੇ ਉਹੀ ਕੰਮ ਕਰੇਗਾ ਜੋ ਮੈਂ ਅਲਾਉ ਕਰਾਂਗਾ, ਕਿ ਉਹਦੇ ਕੋਲ ਕੋਈ ਬੰਦਾ ਪੰਜਾਬ ਦਾ ਜਦੋਂ ਉਹਦੇ ਕੋਲ ਆਪਣੀ ਪ੍ਰੋਬਲਮ ਲੈ ਕੇ ਜਾਏਗਾ, ਕਿ ਉਹਨੂੰ ਇਹ ਉਮੀਦ ਹੋਣੀ ਚਾਹੀਦੀ ਹੈ ਮੇਰੀ ਪ੍ਰੋਬਲਮ ਸੋਲਵ ਹੋ ਜਾਏਗੀ। ਤੇ ਜਿਹੜਾ ਬਿਲਕੁਲ। ਪੁਲਿਸ ਵਾਲਾ ਕੋਲ ਤੁਸੀਂ ਆਪਣੀ ਸ਼ਿਕਾਇਤ ਲੈ ਕੇ ਪਹੁੰਚਣੀ ਹੈ, ਮੇਰਾ ਧੱਕਾ ਹੋਇਆ ਮੇਰੇ ਨਾਲ, ਉਹ ਕਹੇਗਾ ਭਾਈ ਮੈਂ ਤਾਂ 20 ਕਰੋੜ ਦੇ ਕੇ ਲੱਗਿਆ, ਲਿਆ ਕੱਢ ਤੇ ਫਿਰ ਤੇਰਾ ਕੰਮ ਕਰਦਾ, ਨਹੀਂ ਤਾਂ ਜਿਹੜਾ ਦੇ ਸਕਦਾ ਉਹਦਾ ਕੰਮ ਕਰਾਂਗਾ। ਯਾਨੀ ਇਹ ਕਿਸੇ ਤੇ ਇਲਜ਼ਾਮ ਨਹੀਂ ਮੈਂ ਲਾ ਰਹੀ, ਪਰ ਮੈਂ ਤੁਹਾਡੀ ਇਹਦੀ ਇਨਫਰੈਂਸ ਕੱਢ ਕੇ ਦੇ ਰਹੀ ਹਾਂ ਕਿ ਜੇ ਇਸ ਤਰ੍ਹਾਂ ਦਾ ਮਾਹੌਲ ਉੱਪਰ ਸਿਰਜ ਦਿੱਤਾ ਗਿਆ ਹੈ, ਤਾਂ ਫਿਰ ਸਾਨੂੰ ਕਿੱਥੋਂ ਤੋਂ ਕਿੱਥੇ ਤੱਕ ਦੀ ਤਬਦੀਲੀ ਲਿਆਉਣ ਦੀ ਲੋੜ ਹੈ, ਜਿਸ 'ਚ ਅਸੀਂ ਕਹਿੰਦੇ ਹਾਂ ਸਾਫ਼ ਕਿਰਦਾਰ ਆਉਣਾ ਨਹੀਂ, ਜਿਸ ਦੇ ਕੋਈ ਨਸ਼ੇ ਦਾ ਮੁੱਦਾ ਹੀ ਕੋਈ ਨਹੀਂ। ਯਾਨੀ ਇਹ ਇੱਕ ਜਿਹੜਾ ਆਪਣੇ ਰਾਜ ਦੇ ਵਿੱਚ ਕਹਿ ਦਿੰਦੇ ਨਸ਼ਾ ਮੈਂ ਖਤਮ ਕਰ ਦਿੱਤਾ, ਹੈ ਹੀ ਨਹੀਂ, ਤੇ ਦੂਜੀ ਪਾਰਟੀ ਉਹਦੇ। ਹੁਣੀ ਜਿਹੜੀਆਂ ਤੁਸੀਂ ਗੱਲਾਂ ਦਾ ਜ਼ਿਕਰ ਕੀਤਾ ਨਾ, ਅੱਜ ਮੈਨੂੰ ਕਿਸੇ ਨੇ ਇੱਕ ਵੀਡੀਓ ਭੇਜਿਆ, ਇੱਕ ਛੋਟਾ ਜਿਹਾ ਬੱਚਾ, ਉਹ ਮਹਿਲਾ ਉਹਨੂੰ ਆਪਣਾ ਪੋਤਰਾ ਦੱਸ ਰਹੀ ਹੈ, ਤੇ ਆਪ ਉਹ ਮਹਿਲਾ ਪਿਛਲੇ ਕਈ ਮਹੀਨਿਆਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਵਾਸਤੇ ਮਜਬੂਰ ਹੈ। ਉਹਨੂੰ ਪੁੱਛਿਆ ਕਿ ਪੱਤਰਕਾਰ ਵੀਰ ਨੇ ਕਿ ਤੁਸੀਂ ਵੋਟ ਪਾਓਗੇ, ਤੇ ਪਾਓਗੇ ਤਾਂ ਕੀ ਕਹਿ ਕੇ ਜਾਂ ਕਿਉਂ ਪਾਓਗੇ? ਉਹ ਕਹਿੰਦੀ ਮੇਰੇ ਤੋਂ ਜਿੱਥੇ ਮਰਜ਼ੀ ਕਹਾ ਲਾਓ, ਮੈਂ ਨਸ਼ਿਆਂ ਨੇ ਉਜਾੜ ਦਿੱਤੀ, ਮੇਰਾ ਹੱਸਦਾ ਵਸਦਾ ਘਰ ਉਜਾੜ ਦਿੱਤਾ, ਮੇਰੇ ਸਿਰ ਦਾ ਸਾਈਂ ਤੇ ਮੇਰਾ ਪੁੱਤਰ ਨਸ਼ਿਆਂ ਦੇ ਰਾਹ ਹੋ ਕੇ ਤੁਰ ਗਿਆ, ਤੇ ਮੈਂ ਰਾਹ ਉਡੀਕਦੀਆਂ ਵਾਪਸ ਜਿੱਥੇ ਗਏ ਨੇ ਉੱਥੋਂ ਕਦੇ ਕੋਈ ਪਰਤਿਆ ਨਹੀਂ। ਆ ਪੋਤਰੇ ਨੂੰ ਲੈ ਕੇ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੀ ਹਾਂ, ਘਰੇ ਮੇਰੇ ਰੋਟੀ ਪੱਕਦੀ ਨਹੀਂ। ਉਹ ਕਹਿੰਦੀ ਮੈਂ ਇਹਨਾਂ ਨੂੰ ਤਾਂ ਨਹੀਂ ਵੋਟ ਪਾਉਂਦੀ ਜਿਨ੍ਹਾਂ ਨੇ ਨਸ਼ਿਆਂ ਦਾ ਦਰਿਆ ਵਗਾ ਦਿੱਤਾ, ਤੇ ਜਿਨ੍ਹਾਂ ਨੇ ਸੌਹਾਂ ਖਾਧੀਆਂ ਸੀ ਸੌਹਾਂ ਖਾ ਕੇ ਮੁੱਕਰ ਗਏ। ਤੁਸੀਂ ਬਹੁਤ ਪਤੇ ਦੀਆਂ ਗੱਲਾਂ ਕੀਤੀਆਂ ਨੇ, ਤਕਰੀਬਨ ਸਾਫ਼ ਕਰਦੇ ਜਾ ਰਹੇ ਹੋ ਕਿ ਤੁਸੀਂ ਚੋਣ ਮੈਦਾਨ ਵਿੱਚ ਕਿਉਂ ਨਹੀਂ। ਹੁਣ ਇੱਕ ਮੁੱਖ ਮੰਤਰੀ ਤਕਰੀਬਨ 4.5 ਪੌਣੇ 5 ਸਾਲ ਰਹਿੰਦਾ ਹੈ, ਕਹਿੰਦਾ ਵੀ ਆਹ ਬੰਦਾ ਮੀਟੂ ਦੇ ਮਾਮਲੇ 'ਚ ਮੇਰੇ ਪੈਰੀਂ ਡਿੱਗ ਪਿਆ, ਸ਼ਾਬਾਸ਼, ਕਾਰਵਾਈ ਕਰਨ ਦੀ ਬਜਾਏ ਤੈਨੂੰ ਉਹਦੇ ਤੇ ਤਰਸ ਆ ਗਿਆ। ਫਿਰ ਕਹਿੰਦਾ ਮੈਨੂੰ ਸੈਂਡ ਮਾਫੀ ਦਾ ਪਤਾ ਲੱਗਿਆ, ਮੈਨੂੰ ਪਤਾ ਸੀ ਕਿ ਚੰਨੀਆਂ ਤੇ ਹੋਰ ਨੇ, ਮੈਨੂੰ ਪਾਰਟੀ ਮੇਰੇ ਸਾਹਮਣੇ ਆ ਕੇ ਖੜ ਗਈ, ਪੰਜਾਬ ਢੱਠੇ ਕੁਝ ਸੁੱਟ ਦਿੱਤਾ। ਹੁਣ ਜਿਨ੍ਹਾਂ ਨੇ 750 ਦੇ ਨੇੜੇ ਤੇੜ ਸਾਡੀਆਂ ਸ਼ਹੀਦੀਆਂ ਤੇ ਹਲੇ ਤੱਕ ਮੁਆਫੀ ਨਹੀਂ ਬੋਲੀ, ਉਹਨਾਂ ਦੇ ਨਾਲ ਅਸੀਂ ਸਾਂਝ ਪਾ ਲਈ। ਦੂਸਰੇ ਪਾਸੇ ਤੁਸੀਂ ਜ਼ਿਕਰ ਕਰ ਦਿੱਤਾ ਕਿ ਸਿੱਧੂ ਨੂੰ ਸਾਈਡਲਾਈਨ ਕੀਤਾ ਹੈ। ਚਰਨਜੀਤ ਸਿੰਘ ਚੰਨੀ ਉਹਨਾਂ ਦੇ ਕਮਾਊ ਪੁੱਤਰ ਨੇ, ਜੇ 111 ਦਿਨਾਂ 'ਚ ਉਹਨਾਂ ਦੀ ਸਾਲੀ ਦਾ ਮੁੰਡਾ 325 ਕਰੋੜ ਕਮਾ ਸਕਦਾ ਹੈ, ਕਹਿੰਦਾ ਤਾਂ ਮਾਸੜ ਨੂੰ ਇਹ ਹੋਣਾ ਹੈ ਵੀ ਬਦਲੀ ਕਰ ਦਿਓ। ਮਾਸੜ ਕੋਲ ਕਿੰਨੇ ਗਏ ਹੋਣਗੇ, ਜਾਂ ਉੱਪਰੋਂ ਥੱਲੇ ਤੱਕ ਜਾਂ ਥੱਲੋਂ ਉੱਪਰ ਤੱਕ ਕਿੰਨੇ ਆਏ ਹੋਣਗੇ? ਹੁਣ ਜਿਹੜੀ ਗੱਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਗੱਲ ਅਖਬਾਰਾਂ 'ਚ ਆਉਂਦੀ ਹੈ, ਸਾਡੇ ਵਰਗੇ ਰੋਜ਼ਾਨਾ ਦੁਹਾਈ ਪਾਉਂਦੇ ਨੇ ਕਿ ਪੰਜਾਬ ਦੇ ਵੋਟਰ ਦੇ ਕੰਨੀ ਪੈਂਦੀ ਨਹੀਂ, ਕਿ ਉਹਨਾਂ ਦੀਆਂ ਅੱਖਾਂ ਥਾਣੀ ਇਹ ਸਭ ਕੁਝ ਲੰਘਦਾ ਨਹੀਂ, ਕਿ ਸਾਡੇ ਮੁੱਦੇ ਇੱਕ ਗਰੀਬੀ ਦੇ ਗਲਾਫ ਹੇਠ ਦੇ ਦਿੱਤੇ, ਕਿ ਉਹ ਬੰਦਾ ਗਰੀਬ ਹੋਊ ਜਿਹੜਾ ਸਭ ਤੋਂ ਪਹਿਲਾਂ ਕਾਰੋਬਾਰ ਇੱਕ ਪੈਟਰੋਲ ਪੰਪ ਦਾ ਕਰਦਾ। ਮੈਂ ਤਾਂ ਪੈਟਰੋਲ ਪੰਪ ਅੱਜ ਵੀ ਨਹੀਂ ਲਾ ਸਕਦਾ ਪੰਜਾਬ 'ਚ ਆ ਕੇ। ਕੀ ਗਰੀਬੀ ਕੋਈ ਯੋਗਤਾ ਜੀ? ਪਹਿਲਾਂ ਮੈਨੂੰ ਇਹ ਦੱਸਿਓ ਕਿ ਗਰੀਬੀ ਕੋਈ ਯੋਗਤਾ ਕਿ ਸੀਐਮ ਗਰੀਬ ਹੀ ਹੋਵੇ?
ਦੇਖੋ ਪਹਿਲੀ ਚੀਜ਼ ਤਾਂ ਅਸੀਂ ਗਰੀਬੀ ਦੀ ਪਰਿਭਾਸ਼ਾ ਹੀ ਕਮਾਲ ਦੀ ਕਰ ਛੱਡੀ ਹੈ। ਹੂੰ। ਤਾਂ ਮੈਨੂੰ ਨਹੀਂ ਪਤਾ ਉਸ ਤੋਂ ਜਿਹੜਾ ਵਿਚਾਰਾ 2 ਵੇਲੇ ਦੀ ਰੋਟੀ ਨਹੀਂ ਕਮਾ ਸਕਦਾ, ਉਹਨੂੰ ਕਹਿਣਾ ਕੀ ਹੈ? ਮੈਨੂੰ ਤਾਂ ਅੱਗੇ ਤੋਂ ਇਹ ਵੀ ਸਮਝ ਆਣੀ ਬੰਦ ਹੋ ਚੁੱਕੀ ਹੈ, ਕਿਉਂਕਿ ਜੇ ਅਸੀਂ 300 ਕਰੋੜ ਸਿਰਫ ਵੈਸੇ ਹੀ ਤੁਰਦਾ ਫਿਰਦਾ ਕੈਸ਼ ਘਰ ਵਾਲੇ ਨੂੰ ਅਸੀਂ ਕਹਿੰਦੇ ਹਾਂ ਉਹ ਗਰੀਬ ਹੈ, ਅੱਤ ਦਾ ਗਰੀਬ ਹੈ, ਤਾਂ ਫਿਰ ਉਹਨੂੰ ਕਹਿਣਾ ਕੀ? ਆਪਾਂ ਨੂੰ ਇੱਕ ਤਾਂ ਨਵਾਂ ਸ਼ਬਦ ਘੜਨਾ ਪਵੇਗਾ। ਦੂਜੀ ਚੀਜ਼ ਕਿ ਦੇਖੋ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਦੱਸਿਆ, ਮੈਂ ਵੀ ਇੱਕ ਇਸੇ ਤਰ੍ਹਾਂ ਦਾ ਐਗਜ਼ਾਮਪਲ ਦੱਸਣਾ ਚਾਹੁੰਦੀ ਹਾਂ। ਉਸੇ ਐਗਜ਼ਾਮਪਲ ਤੋਂ ਮੈਂ ਅੱਜ ਤੋਂ 8 ਕੁ ਸਾਲ ਪਹਿਲਾਂ ਜ਼ਿਕਰ ਸ਼ੁਰੂ ਕੀਤਾ ਸੀ, ਅਖ਼ਬਾਰਾਂ ਰਾਹੀਂ ਵੀ ਰੇਡੀਓ, ਟੀਵੀ ਰਾਹੀਂ ਲੈਕਚਰਜ਼ ਵੀ ਦਿੱਤੇ ਸੀ ਕਿ ਇਹ ਮੁੱਦਾ ਭਾਈ ਬਹੁਤ ਗੰਭੀਰ ਹੁੰਦਾ ਜਾਂਦਾ ਜੇ, ਸਾਡੇ ਕੋਲ ਕੇਸ ਤਗੜੇ ਆ ਰਹੇ ਨੇ ਜਿਨ੍ਹਾਂ 'ਚ ਬੇਟੀਆਂ ਵੀ ਸ਼ਾਮਲ ਹੋਈ ਜਾਂਦੀਆਂ ਤੇ ਬੇਟੀਆਂ ਨੂੰ ਸ਼ਾਮਲ ਕਰਨ ਵਾਲੇ ਸ਼ਾਇਦ ਕੁਛ ਉੱਪਰਲੇ ਲੋਕ ਹੀ ਨੇ, ਜਿਨ੍ਹਾਂ ਤੋਂ ਉਹਨਾਂ ਤੋਂ ਪਤਾ ਲੱਗ ਰਿਹਾ ਕਿ ਸਾਨੂੰ ਤਾਂ ਫਲਾਣੀ ਥਾਂ ਤੇ ਥਾਣੇ ਚੋਂ ਹੀ ਫੜਿਆ ਦੇ ਦਿੱਤਾ ਗਿਆ। ਇਹੋ ਜਿਹੀ ਗੱਲ ਮੈਂ ਵਿਸ਼ਾ ਚੁੱਕਿਆ ਸੀ। ਮੈਂ ਨਾਮ ਨਹੀਂ ਲੈਂਦੀ, ਪਰ ਉਸ ਪਾਰਟੀ ਨੇ ਆਪਣੇ ਕਿਸ ਤਰੀਕੇ ਭੱਦੇ ਤਰੀਕੇ ਮੈਨੂੰ ਹੀ ਭੰਡਣਾ ਸ਼ੁਰੂ ਕਰ ਦਿੱਤਾ ਵੀ ਇਹ ਤਾਂ ਇਲਜ਼ਾਮ ਲਾ ਰਹੀ ਹੈ ਹੀ ਨਹੀਂ, ਨਸ਼ਾ ਤਾਂ ਕਿਤੇ ਹੈ ਹੀ ਨਹੀਂ, ਪੰਜਾਬ ਵਿੱਚ ਦਿਸਦਾ ਹੀ ਨਹੀਂ। ਚਲੋ, ਜੋ ਵੀ ਉਹਨਾਂ ਦਾ ਢੰਗ ਤਰੀਕਾ ਸੀ ਤੁਹਾਡੇ ਸਾਹਮਣੇ ਹੈ। ਹੁਣ ਹਰ ਪਾਰਟੀ ਉਸ ਲਈ ਬੋਲਣੀ ਸ਼ੁਰੂ ਹੋ ਚੁੱਕੀ ਹੈ ਨਸ਼ਾ ਤੇ ਹੁਣ ਜਿਹੜੀ ਤਾਂ ਪਾਵਰ 'ਚ ਹੋਏ ਉਹ ਕਹਿੰਦੀ ਹੈ ਮੈਂ ਕਾਬੂ ਕਰ ਲਿਆ, ਨਸ਼ਾ ਹੈ ਹੀ ਨਹੀਂ। ਤੇ ਜਿਹੜੇ ਬਾਹਰ ਨੇ ਉਹ ਉਸੇ ਤਰ੍ਹਾਂ ਹੀ ਆਪਣੇ ਦੇਈ ਜਾਂਦੇ ਨੇ ਪ੍ਰੂਫ ਕਿ ਆਹ ਦੇਖੋ ਨਸ਼ਾ ਇਸ ਹਾਲ 'ਚ ਹੈ। ਮੈਂ ਆਪ ਜਦੋਂ ਇਹ ਆਵਾਜ਼ ਚੁੱਕੀ ਸੀ ਉਦੋਂ, ਜਿਸ ਕਾਰਨ ਤੁਸੀਂ ਕਿਹਾ ਕਿ ਕੀ ਗਰੀਬ ਸੋਚ ਨਹੀਂ ਸਕ ਰਹੇ ਇਹਨਾਂ ਮੁੱਦਿਆਂ ਬਾਰੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਵੋਟਾਂ ਪਾਉਣ। ਤਾਂ ਮੈਂ ਇੱਕ ਅਜਿਹੀ ਮਾਂ ਦੀ ਗੱਲ ਜੇ ਤੁਹਾਡੇ ਕੋਲ ਸਿਰਫ 3 ਕੁ ਮਿੰਟ ਹੋਣ ਦੱਸਣਾ ਚਾਹੁੰਦੀ ਹਾਂ ਉਹਦੀ ਕਹਾਣੀ ਜਿਹੜੀ ਹੁਣ ਉਹ ਗੱਲ ਇਹ ਸੀ ਕਿ ਉਹ ਮਾਂ ਸ਼ੁਰੂ ਤੋਂ ਆਪਣੇ ਬੱਚੇ ਨੂੰ ਮੇਰੇ ਕੋਲ ਚੈੱਕਅਪ ਕਰਵਾਉਣ ਆਉਂਦੀ ਸੀ ਤੇ ਉਸ ਬੱਚੇ ਦਾ ਇੱਕ ਦ ਦਿਲ ਸੀ ਮੋਟਰਸਾਈਕਲ ਖਰੀਦਣ ਦਾ, ਜਿੱਥੇ ਕਿ 4 ਸਾਲ ਦੇ ਬੱਚੇ ਤੋਂ ਸ਼ੁਰੂ ਹੋਈ ਸੀ ਜਦੋਂ ਦਿਖਾਉਣ ਆਉਂਦੀ ਸੀ। ਤੇ ਉਹ ਹਰ ਵਾਰ ਉਹਨੇ ਕਹਿਣਾ ਮੋਟਰਸਾਈਕਲ ਲੈਣਾ ਹੈ, ਮੇਰੇ ਕੋਲ ਆ ਕੇ ਬੱਚੇ ਨੇ ਕਹਿਣਾ ਕਿ ਬੜਾ ਨਿੱਘਾ ਜਿਹਾ ਸਾਡਾ ਰਿਸ਼ਤਾ ਬਣ ਗਿਆ ਸੀ ਤੇ ਤੁਸੀਂ ਡਾਕਟਰ ਆਂਟੀ ਕਹੋ ਮੇਰੀ ਮੰਮੀ ਨੂੰ। ਮੈਂ ਕਿਹਾ ਤੂੰ ਤਾਂ ਮੋਟਰਸਾਈਕਲ ਜਿੰਨਾ ਵੀ ਨਹੀਂ ਅਜੇ ਉੱਚਾ, ਵੱਡਾ ਹੋ ਜਾ ਤੈਨੂੰ ਜ਼ਰੂਰ ਮੈਂ ਕਹੂੰਗੀ ਤੇਰੀ ਮੰਮੀ ਨੂੰ ਦੇ ਦੇਣ। ਤੋ ਇੰਝ ਹੀ ਸਮਾਂ ਟੱਪਦਾ ਰਿਹਾ ਤੇ ਵਿੱਚ ਜਦੋਂ ਹੋ ਗਿਆ ਹੋਣਾ ਮੇਰਾ ਖਿਆਲ ਹੈ ਕੋਈ 7-8 ਸਾਲ ਕੇ ਹੋ ਗਏ ਹੋਣੇ ਆ, ਤਾਂ ਉਸ ਤੋਂ ਬਾਅਦ ਉਹ ਮੇਰੇ ਕੋਲ ਆਈ ਨਹੀਂ। ਮਤਲਬ ਜਿਵੇਂ ਹੁੰਦੇ ਨੇ ਸਾਡੇ ਕੋਲ ਵੀ ਰਸ਼ ਹੁੰਦਾ, ਥੋੜ੍ਹੀ ਦੇਰ ਤੱਕ ਖਿਆਲ ਰਿਹਾ, ਵਿੱਚ ਨਹੀਂ ਖਿਆਲ ਰਿਹਾ, ਨਹੀਂ ਆਈ ਉਹ। ਫਿਰ ਉਹ ਜਿਵੇਂ 3-4 ਸਾਲ ਬਾਅਦ ਕਿਤੇ ਜਾਂ 2 ਸਾਲ ਬਾਅਦ ਮੈਨੂੰ ਐਗਜ਼ੈਕਟ ਹੁਣ ਯਾਦ ਨਹੀਂ ਰਿਹਾ, ਫਿਰ ਜਦੋਂ ਆਈ ਚਿਰਾਂ ਬਾਅਦ, ਉਹਨੂੰ ਪੁੱਛਿਆ ਕੀ ਹੋਇਆ ਤੇ ਉਹਨੇ ਕਿਹਾ ਮੇਰਾ ਨਾ ਬੁਰਾ ਹਾਲ ਹੈ ਤੇ ਪਤੀ ਹੁਣ ਨਸ਼ੇ 'ਚ ਪੈ ਗਿਆ, ਕੁਝ ਵੀ ਨਹੀਂ ਬਚਿਆ। ਤੇ ਸਾਰਾ ਕੁਝ ਵਿਕ ਗਿਆ, ਸਿਰਫ ਮੁੰਡੇ ਨੂੰ ਬਚਾਂਦੀ ਫਿਰਦੀ ਆਂ ਤੇ ਇਹਦੇ ਲਈ ਬਸ ਥੋੜਾ ਜਿਹਾ ਟੋਟਾ ਜ਼ਮੀਨ ਦਾ ਤੇ ਇੱਕ ਮਾੜਾ ਜਿਹਾ ਇੱਕ ਕਮਰੇ ਦਾ ਘਰ ਇੰਨਾ ਕੀ ਬਚਿਆ, ਸਭ ਕੁਝ ਉਹ ਵੇਚ ਵੱਟ ਕੇ ਖਾ ਗਿਆ, ਉਹ ਤਾਂ ਨਸ਼ੇ 'ਚ ਸਾਡਾ ਗਰਕ ਗਿਆ। ਤੇ ਉਹ ਬੱਚੇ ਨੇ ਉਦੋਂ ਵੀ ਇੱਕ ਜ਼ਿੱਦ ਕੀਤੀ, ਹੁਣ ਮੈਂ ਹੋ ਚੱਲਿਆ, ਮੈਂ 18 ਦਾ ਇੱਕ ਵਾਰ ਡਾਕਟਰ ਆਂਟੀ ਇਹਨਾਂ ਨੂੰ ਕਹੋ ਮੋਟਰਸਾਈਕਲ ਲਏ, ਪਰ ਮੈਨੂੰ ਪਤਾ ਲੱਗ ਗਿਆ ਸੀ ਵੀ ਹਾਲਤ ਇਹਦੀ ਕੁਛ ਨਹੀਂ, ਕਾਸੇ ਜੋਗੇ ਨਹੀਂ। ਤੇ ਮੈਂ ਉਹਨੂੰ ਕਿਹਾ ਬੇਟਾ ਕੁਛ ਮੈਂ ਹਿੱਸਾ ਵੀ ਤੇਰੇ 'ਚ ਪਾ ਦਿਆਂਗੀ, ਚਲੋ ਕੁੱਝ ਆਪਾਂ ਲੋਨ ਲੈ ਕੇ ਦੇਖਾਂਗੇ, ਤੇਰਾ ਕੁਛ ਨਾ ਕੁਛ ਜ਼ਰੂਰ ਕਰਾਂਗੇ, ਪਰ ਤੂੰ ਮਾਂ ਦੀ ਮਦਦ ਕਰ, ਕਿਵੇਂ ਔਖੇ ਸਮੇਂ 'ਚੋਂ ਲੰਘ ਰਹੀ ਹੈ। ਮੈਂ ਭਰਾ ਜਿਹੜੀ ਹੁਣ ਅੱਗੋਂ ਗੱਲ ਕਰਨ ਲੱਗੀ ਆਂ, ਜਿੰਨੀ ਕੁ ਵਾਰ ਵੀ ਕਿਸੇ ਨਾਲ ਕਰਾਂ ਦਿਲ ਭਰ ਜਾਂਦਾ ਹੈ, ਕਾਰਨ ਇਹ ਉਸ ਤੋਂ ਫੇਰ ਲੰਘ ਗਏ ਹੋਣੇ ਆ 2 ਕੁ ਸਾਲ, ਉਹ ਨਹੀਂ ਦਿਸੀ। ਤਾਂ ਇੱਕ ਵਾਰ ਇਸੇ ਤਰ੍ਹਾਂ ਜਨਵਰੀ ਦਾ ਤਗੜੀ ਸੀ, ਤੁਹਾਨੂੰ ਪਤਾ ਸਰਕਾਰੀ ਹਸਪਤਾਲਾਂ ਦਾ ਕਿਹੋ ਜਿਹਾ ਹਾਲ ਹੁੰਦਾ ਹੈ। ਨਾ ਰੋਸ਼ਨਦਾਨ ਸੀ, ਨਾ ਖਿੜਕੀ ਸੀ, ਠੰਡ ਨਾਲ ਬੁਰਾ ਹਾਲ ਸੀ ਤੇ ਇੱਕੋ ਕਮਜ਼ੋਰ ਜਿਹਾ ਹੀਟਰ ਲਾਇਆ ਹੋਇਆ ਸੀ, ਅਸੀਂ ਕਮਰੇ 'ਚ ਦਰਵਾਜ਼ੇ ਢੋਏ ਹੋਏ ਸਨ। ਤੇ ਜਦੋਂ ਉਹ ਅੰਦਰ ਇੱਕ ਦੇਖਿਆ ਅਸੀਂ ਕਿ ਬੜੀ ਇੱਕ ਔਰਤ ਬੜੇ ਬੁਰੇ ਹਾਲ 'ਚ ਪਾਟੇ ਸਾਰੇ ਕੱਪੜੇ ਤੇ ਠੰਡ ਵਿੱਚ ਇਸ ਤਰ੍ਹਾਂ ਆਉਣਾ ਸਾਨੂੰ ਵੀ ਅਜੀਬ ਜਿਹਾ ਲੱਗਿਆ। ਆ ਕੇ ਨਾ ਜਿਵੇਂ ਢਹਿ ਕੇ ਡਿੱਗ ਹੀ ਗਈ ਉੱਥੇ ਆਊਟਡੋਰ 'ਚ। ਇੱਕਦਮ ਫੜਿਆ, ਚੁੱਕਿਆ, ਪਛਾਣ ਨਹੀਂ ਆਈ ਉਹ ਇੰਨੇ ਮੰਦੇ ਹਾਲ 'ਚ ਸੀ ਕੌਣ ਹੈ। ਤੇ ਕੁੱਝ ਚਿਰ ਬਾਅਦ ਇੱਕਦਮ ਝੌਲਾ ਜਿਹਾ ਜਿਵੇਂ ਲੱਗਿਆ ਕਿ ਉਹ ਇਹ ਤਾਂ ਉਹੀ ਲੱਗਦੀ ਆ। ਮੈਂ ਜਿਵੇਂ ਪੁੱਛਿਆ ਵੀ ਤੂੰ ਉਹੀ ਨਹੀਂ ਹੈ? ਹਾਂ, ਹਾਂ ਕਹਿੰਦੇ ਮੈਂ ਉਹੀ ਹਾਂ। ਤੇ ਮੈਂ ਕਿਹਾ ਕੀ ਹਾਲ ਬਣਾਇਆ, ਕਿਸ ਤਰ੍ਹਾਂ, ਪੁੱਤਰ ਕਿੱਥੇ ਹੈ? ਤੇ ਕਹਿਣ ਲੱਗੀ ਅੱਜ ਨਾ ਉਹ 18 ਵਰ੍ਹਿਆਂ ਦਾ ਹੋ ਗਿਆ ਤੇ ਮੈਂ ਨਾ ਉਹਨੂੰ ਮੋਟਰਸਾਈਕਲ ਲੈ ਤਾ। ਤੇ ਮੈਂ ਕਿਹਾ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਸਗੋਂ, ਲੈ ਤੇ ਤੂੰ ਕਿਸ ਹਾਲ ਚ ਆਈ ਐ ਏਦਾਂ ਇੰਨੇ ਮਾੜੇ ਹਾਲ ਚ, ਤੇ ਤੇਰੇ ਪੁੱਤਰ ਨੇ ਤੇਰਾ ਖਿਆਲ ਨਹੀਂ ਰੱਖਿਆ? ਕਹਿਣ ਲੱਗੀ
ਅਸਲ 'ਚ ਮੈਂ ਇੰਨੀ ਦੇਰ ਤਾਂ ਹੀ ਨਹੀਂ ਆਈ ਕਿ ਉਹ ਆਪ ਨਸ਼ੇ ਦੀ ਲੱਤ ਲਾ ਬੈਠਾ ਸੀ। ਤੇ ਇਸ ਹਾਲ ਵਿੱਚ ਸਾਡਾ ਸਾਰਾ ਕੁਝ ਚਲਾ ਗਿਆ ਕਿ ਮੈਂ ਤਾਂ ਸਿਰਫ਼ ਉਨੇ ਕੁ ਪੈਸੇ ਜੋ ਪਰਾਂ ਲੁਕਾ ਕੇ ਜ਼ਮੀਨ ਹੇਠ ਦੱਬੇ ਸੀ, ਨਾ ਮੇਰੇ ਕੋਲ ਹੁਣ ਕੁਛ ਜ਼ਮੀਨ ਹੈ, ਨਾ ਘਰ, ਕੱਖ ਨਹੀਂ ਬਚਿਆ। ਪਰ ਉਹ ਜਿਹੜੇ ਬਚੇ ਪੈਸਿਆਂ ਦਾ ਅੱਜ ਮੈਂ ਉਹਨੂੰ ਰੋਜ਼ ਮਰਦੇ ਦੇਖਦੀ ਸਾਂ, ਸੂਈਆਂ ਲਾ ਕੇ ਨਸ਼ੇ ਵਿੱਚ ਰੋਜ਼ ਤੜਫਦਾ। ਮੇਰੇ ਤੋਂ ਵੇਖਿਆ ਨਹੀਂ ਸੀ ਜਾਂਦਾ। ਅੱਜ ਸਾਰਾ ਕੁਛ ਦੇ ਕੇ ਇੱਕ ਮੋਟਰਸਾਈਕਲ ਲੈਤਾ ਵੀ ਇੱਕੋ ਵਾਰ ਚੜ੍ਹ ਜਾ ਹਾਈਵੇ ਤੇ, ਰੋਜ਼-ਰੋਜ਼ ਮਰਨ ਨਾਲੋਂ ਅੱਜ ਇੱਕੋ ਹੀ ਦਿਨ। ਬਤੌਰ ਡਾਕਟਰ ਵੀਰੇ ਬਹੁਤ ਕੁਛ ਸੁਣਨਾ ਵੀ ਪੈਂਦਾ ਹੈ, ਬਹੁਤ ਕੁਛ ਵੇਖਣਾ ਪੈਂਦਾ ਹੈ। ਦਿਲ ਚੀਕ-ਚੀਕ ਕੇ ਉਦੋਂ ਰੋਂਦਾ ਹੈ ਕਿ ਇਹ ਸਿਆਸਤਦਾਨ ਜੋ ਨਸ਼ੇ ਵੇਚਦੇ ਨੇ, ਇਹ ਪੁਲਿਸ ਦੇ ਨਾਲ ਵਿੱਚ ਰਲ ਮਿਲ ਕੇ ਜਦੋਂ ਇਹ ਸਾਰਾ ਕੁਛ ਕਰਦੇ ਨੇ, ਇਹ ਦੁਰਸੀਸਾਂ ਕਿਵੇਂ ਤੇ ਕਦੋਂ ਤੇ ਕਿੱਥੇ ਲੱਗਣੀਆਂ ਨੇ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ। ਪਰ ਸਾਡੇ ਲੋਕ ਕਿਉਂ ਸੌਂ ਗਏ ਨੇ? ਇਹਦੇ ਵਿੱਚ ਇਸ ਮਾਂ ਦਾ ਮੈਨੂੰ ਦੱਸ ਦਿਓ ਕਿੱਧਰ ਵੋਟ ਪਾਵੇ? ਕਿਸ ਪਾਸੇ ਉਮੀਦ ਰੱਖੇ, ਕਿਸ ਪਾਸੇ ਝਾਕ ਰੱਖੇ? ਇਹੋ ਜਿਹੀਆਂ ਅਸੀਂ ਆਪਣੀਆਂ ਮਾਵਾਂ ਨੂੰ ਸੜਕਾਂ ਦੇ ਕਿਨਾਰੇ ਤੇ ਵੇਖਦੇ ਹਾਂ, ਮਨਰੇਗਾ ਅਧੀਨ ਸੜਕਾਂ ਤੇ ਰੁਲਦੀਆਂ, ਸਭ ਕੁਛ ਕਰਦੀਆਂ। ਇਹਨਾਂ ਲਈ ਸਿਰਫ਼ ਰਾਤ ਦੀ ਰੋਟੀ ਦਾ ਜੁਗਾੜ ਹੀ ਬਹੁਤ ਏ। ਤੇ ਜਦੋਂ ਇਹਨਾਂ ਨੂੰ ਇਸ ਤਰੀਕੇ ਦਾ ਭਰਮਾ ਦਿੱਤਾ ਜਾਂਦਾ ਹੈ ਕਿ ਤੈਨੂੰ ਮਹੀਨੇ ਦਾ ਰਾਸ਼ਨ ਦੇ ਦਿਆਂਗੇ ਜਾਂ ₹1000 ਤੈਨੂੰ ਅਸੀਂ ਸੁੱਟ ਦਿਆਂਗੇ, ਤਾਂ ਉਹ ਅਣਖ ਮਾਰ ਕੇ, ਦਿਲ ਮਾਰ ਕੇ ਵੀ ਫੜਦੀ ਹੈ ਕਿ ਚਲੋ ਜਿਹੜੇ ਮੇਰੇ ਭੁੱਖੇ ਢਿੱਡ ਨਾਲ ਹੁੰਦੀ ਪੀੜ ਸੀ ਨਾ, ਉਹਨੂੰ ਸ਼ਾਇਦ ਨੱਪਣਾ ਨਾ ਪਵੇ, ਮੈਂ ਇੰਨਿਆਂ ਨਾਲ ਟਿਕ ਜਾਵਾਂ। ਮੈਂ ਅੱਜ ਦੇ ਦਿਨ ਪਟਿਆਲੇ ਦੇ ਵਿਚਲੀ ਗੱਲ ਵੀ ਦੱਸਦੀ ਹਾਂ, ਬਿਨਾਂ ਕਿਸੇ ਪਾਰਟੀ ਦੇ ਬੰਦੇ ਦਾ ਨਾਂ ਲਿਆ, ਜੀ। ਕਿ ਇੱਕ ਕਲੋਨੀ ਦੇ ਵਿੱਚ ਗਰੀਬ ਨੇ ਇੱਥੋਂ ਤੱਕ ਧਮਕਾ ਦਿੱਤਾ ਗਿਆ ਕਿ ਤੁਹਾਨੂੰ ਮਹੀਨੇ ਦਾ ਰਾਸ਼ਨ ਵੀ ਨਹੀਂ ਜੇ ਦੇਣਾ ਤੇ ਅਸੀਂ ਬੰਦ ਕਰਵਾ ਦੇਣਾ, ਕੇਸ ਪਵਾ ਦੇਣੇ ਆ ਭੁੱਕੀ ਦੇ, ਜੇ ਸਾਨੂੰ ਵੋਟਾਂ ਨਾ ਪਈਆਂ, ਇਲਾਕੇ ਦੀ ਡਿਟੇਲ ਕਢਾ ਲਾਂਗੇ ਬਾਅਦ ਵਿੱਚ, ਫੇਰ ਵੇਖਿਓ ਕੀ ਹੁੰਦਾ। ਇਹ ਚੱਲ ਰਿਹਾ ਜੇ ਅੱਜ ਦੇ ਦੌਰ ਵਿੱਚ, ਜਿੱਥੇ ਅਸੀਂ ਗੱਲਾਂ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਅਸੀਂ ਮੁੱਦੇ ਦੱਸਾਂਗੇ। ਇਹਨਾਂ ਨੂੰ ਕੀ ਅੱਗੋਂ ਲੈਣਾ ਕਿ ਅਸੀਂ ਕੀ ਪੜ੍ਹਾਇਆ, ਕਿਹੜਾ ਹਸਪਤਾਲ, ਕਿਹੜਾ ਡਾਕਟਰ, ਤੇ ਕਦੇ ਸ਼ਾਇਦ ਕਿਸੇ ਪਾਰਟੀ ਨੂੰ ਇਹ ਧਿਆਨ ਵੀ ਨਹੀਂ ਹੋਣਾ ਕਿਉਂਕਿ ਇਹਨਾਂ ਸਾਰਿਆਂ ਨੇ ਇਲਾਜ ਪੰਜਾਬੋਂ ਬਾਹਰ ਜਾਣਾ ਜਾਂ ਦਿੱਲੀ ਜਾਣਾ ਜਾਂ ਅਮਰੀਕਾ ਜਾਂ ਕੈਨੇਡਾ ਜਾ ਕੇ ਇਲਾਜ ਕਰਵਾਉਣਾ ਹੋਏਗਾ। ਪਰ ਇਹਨਾਂ ਨੂੰ ਅੰਦਾਜ਼ਾ ਵੀ ਹੈ ਕਿ ਕਿਸ ਤਰੀਕੇ ਲੋਕ ਹਾਸਪਿਟਲਸ ਵਿੱਚ ਸਾਡੇ ਕੋਲ ਪਰਚੀ ਫੀਸ ਵੀ ਨਹੀਂ ਹੁੰਦੀ ਵੀਰੇ, ਉਹਦੇ ਕੋਲ ₹10 ਵੀ ਭਰਾਉਣ ਵਾਲੇ ਕਈ ਤਾਂ ਹਾਲਤ 'ਚ ਨਹੀਂ ਆਉਂਦੇ। ਪਾਟੇ ਲੀਰਿਆਂ ਨਾਲ ਖੜ ਜਾਣਗੇ, ਹੈ ਹੀ ਨਹੀਂ ਕੁਝ। ਕਰ ਸਕਦੇ ਹੋ ਬਚਾ ਲਓ, ਨਹੀਂ ਅਸੀਂ ਇੰਝ ਹੀ ਘਰ ਲੈ ਜਾਂਦੇ ਹਾਂ, ਅਸੀਂ ਲੋਥ ਲੈ ਜਾਵਾਂਗੇ। ਇਸ ਹਾਲ 'ਚ ਦੱਸੋ ਇਹਨਾਂ ਲਈ ਜਦੋਂ ਇਹਨਾਂ ਹਾਲਤਾਂ 'ਚ ਆ ਕੇ ਅਸੀਂ ਕਹੀਏ ਭਾਈ ਸਾਡੇ ਕੋਲ ਸਿਰਿੰਜ ਨਹੀਂ ਹੈ, ਤੂੰ ਸਿਰਿੰਜ ਬਾਜ਼ਾਰੋਂ ਖਰੀਦ ਕੇ ਲਿਆ। ਤੇ ਜੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਮੇਰੇ ਵਰਗੇ ਹੋਰ ਸਾਰੇ ਅਸੀਂ ਸਟੂਡੈਂਟਸ ਨੂੰ ਮੈਂ ਕਵਾਂ ਸਾਰਿਆਂ ਨੂੰ ਤਾਂ ਕਿੰਨੀ ਦੇਰ ਦੇ ਲਵਾਂਗੇ? ਹੂੰ। ਉਹ ਵਿਦਿਆਰਥੀ ਜਿਹੜਾ 90 ਲੱਖ ਰੁਪਇਆ ਦੇ ਕੇ ਪਾਸ ਕਰਕੇ ਉਹਨੂੰ ਜਿਹਨੂੰ ₹50,000 ਤਨਖਾਹ ਤੇ ਰੱਖ ਲਿਆ ਜਾਂਦਾ, ਉਹਨੇ ਪਿਓ ਦਾ, ਇੱਕ ਮੈਂ ਡਾਕਟਰ ਦੀ ਗੱਲ ਕਰ ਰਹੀ ਹਾਂ, ਤਾਜ਼ਾ ਨਿਕਲੇ ਡਾਕਟਰ ਦੀ, ਜਿਹਨੇ ਪਿਓ ਦੇ ਸਿਰ ਚੜਿਆ ਕਰਜ਼ਾ ਵੀ ਲਾਣਾ ਹੈ, ਤੇ ਫਿਰ ਅੱਗੋਂ ਉਹਦੇ ਤੋਂ ਐਕਸਪੈਕਟ ਕਰੀਏ ਕਾਕਾ ਤੂੰ ਫ੍ਰੀ ਤਾਂ ਕਰਨਾ ਹੀ ਕਰਨਾ ਹੈ, ਅੱਗੋਂ ਪੱਲਿਓਂ ਪੈਸੇ ਵੀ ਦੇ ਕਿਉਂਕਿ ਇਹਦੇ ਕੋਲ ਹੈ ਨਹੀਂ ਸਿਰਿੰਜ ਲਿਆਉਣ ਦੇ ਪੈਸੇ ਜਾਂ ਟੀਕੇ ਦੇ, ਤੂੰ ਇਹ ਵੀ ਦੇ ਦੇ। ਇਹ ਤੇਰੇ ਤੋਂ ਐਕਸਪੈਕਟ ਕੀਤਾ ਜਾਏਗਾ। ਉਹ ਕਿਉਂ ਪੰਜਾਬ 'ਚ ਰਹੇਗਾ? ਕਿਉਂ ਪੰਜਾਬ 'ਚ ਡਾਕਟਰਾਂ ਦੀ ਘਾਟ ਹੈ? ਮੈਡੀਕਲ ਕਾਲਜ 10 ਵੀ ਖੋਲ ਲਓਗੇ ਤਾਂ ਚਲਾਣਾ ਕਿਹਨੇ ਹੈ? ਯਾਨੀ ਅਸੀਂ ਸਮਾਨ ਲਿਆਉਣ ਲਈ ਤਾਂ ਉਹਦੇ ਚੋਂ ਅਸੀਂ ਜੀ ਸਾਨੂੰ ਮਿਲ ਜਾਣਾ 50% ਅਸੀਂ ਖੀਸੇ 'ਚ ਪਾ ਲਵਾਂਗੇ, ਅਸੀਂ ਸਮਾਨ ਲਿਆ ਕੇ ਧਰ ਦਿੰਨੇ ਆ, ਬਿਲਡਿੰਗਾਂ ਉਸਾਰ ਦਿੰਨੇ ਆ। ਭਈ ਚਲਾਣਾ ਕਿਸ ਨੇ ਹਸਪੀਟਲ? ਕਿਉਂ ਸਾਰੇ ਸਾਡੇ ਡਾਕਟਰ ਮਜਬੂਰ ਨੇ, ਸਾਡੇ ਬੱਚੇ ਡਾਕਟਰਾਂ ਦੇ ਵੀ ਦੂਜੇ ਸੂਬਿਆਂ 'ਚ, ਦਿੱਲੀ ਚਲੇ ਜਾਣਗੇ, ਹਰਿਆਣੇ ਚਲੇ ਜਾਣਗੇ, ਤਨਖਾਹਾਂ ਤਾਂ ਮਿਲਦੀਆਂ ਨੇ। ਤੇ ਸਭ ਤੋਂ ਮਹਿੰਗੀ ਅਸੀਂ ਪੜ੍ਹਾਈ ਇੱਥੇ ਕਰ ਦਿੱਤੀ ਹੈ, ਪ੍ਰਾਈਵੇਟ ਸਕੂਲਾਂ ਦੇ ਸਰਗਨਾ ਕੌਣ ਨੇ? ਦੇਖਿਓ ਕਦੇ ਵਿੱਚ ਵੜ ਕੇ, ਕਿਉਂ ਨਹੀਂ ਇੰਪਰੂਵਮੈਂਟ ਹੋ ਰਹੀ? ਕਿਉਂਕਿ ਇਹੀ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੇ ਹੀ ਕਾਬਜ਼ ਉੱਥੇ ਹੋਏ ਪਏ ਨੇ, ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਦਾ ਪੂਰਾ ਇੱਕ ਮਾਫੀਆ ਤਿਆਰ ਕੀਤਾ ਪਿਆ। ਉਹਦੇ ਵਿੱਚ ਬੱਚਿਆਂ ਨੂੰ ਇਹ ਨਹੀਂ ਦੱਸਿਆ ਜਾਂਦਾ, ਤੁਹਾਡੇ ਮੁੱਦੇ ਕੀ ਨੇ? ਤੁਹਾਡੇ ਹੱਕ ਕੀ ਨੇ? ਉਹਦੇ 'ਚ ਸਿਰਫ਼ ਇਹੀ ਸੁਨੇਹਾ ਦਿੱਤਾ ਜਾਂਦਾ ਹੈ, ਕੈਨੇਡਾ ਦੇ ਵਿੱਚ ਦਰੱਖਤਾਂ ਦੇ ਉੱਤੇ ਡਾਲਰ ਲੱਗੇ ਨੇ, ਜਾਓ ਤੇ ਤੋੜ ਲਿਓ ਤੇ ਉਹੀ ਇੱਕ ਰਾਜ ਏ, ਜ਼ਮੀਨਾਂ ਵੇਚੋ, ਤੁਰ ਜਾਓ। ਇਹਨਾਂ ਨੂੰ ਮੁੱਦੇ ਕੌਣ ਗੱਲ ਕਰੇਗਾ? ਵੀਰ ਤੁਸੀਂ ਵੀ ਖੜੇ ਹੋ ਜਾਓ, ਮੈਂ ਵੀ ਖੜੇ ਹੋ ਜਾਵਾਂ, ਇਹਨਾਂ ਨੂੰ ਕਵਾਂਗੇ ਭਾਈ ਸਾਡਾ ਇੱਕ ਨਲੂਆ ਵੀਰ ਸੀ। ਤੁਹਾਨੂੰ ਪਤਾ ਜੇ ਜਵਾਬ ਕੀ ਦੇਣਗੇ? ਰਾਤ ਦੀ ਰੋਟੀ ਖਾਣੀ ਹੈ, ਇੱਟ ਹੂੰ। ਤੇ ਬੈਠੇ ਆ ਇੱਥੇ, ਸੀਟ ਹੈ ਨਹੀਂ, ਕੌਣ ਨਲੂਆ? ਕਿਹੜਾ ਨਲੂਆ? ਤੇ ਕੀ ਕਰਨਾ ਮੈਂ ਉਹਦੇ ਤੋਂ?
ਉਦੋਂ ਕੀ ਅਸੀਂ ਗੱਲਾਂ ਕਰਦੇ ਹਾਂ ਧਰਮ ਦੀਆਂ, ਕੀ ਜਾਤ ਪਾਤ ਦੀਆਂ, ਕਿਸ ਤਰੀਕੇ ਸਾਨੂੰ ਜਿਹੜੀ ਮਾੜੀ ਮੋਟੀ ਵੀ ਰਹਿ ਗਈ ਸੀ ਰਹਿੰਦ ਖੂੰਦ ਪੰਜਾਬ ਨੂੰ ਇਕੱਠੇ ਕਰਨ ਦੀ, ਇਹਨਾਂ ਨੇ ਉਹ ਵੀ ਖਤਮ ਕਰਤੀ ਕਿ ਤੁਸੀਂ ਹੁਣ ਇੱਕ ਜੱਟ ਸਿੱਖ ਲੱਭਾਂਗੇ ਜਾਂ ਇੱਕ ਅਸੀਂ ਦਲਿਤ ਲੱਭਾਂਗੇ ਤੇ ਦਲਿਤ ਦੀਆਂ ਅੱਗੋਂ ਕਿਸਮਾਂ ਲੱਭਾਂਗੇ, ਫਿਰ ਇਹਨਾਂ ਦੀ ਰਿਜ਼ਰਵੇਸ਼ਨ ਕਰਾਂਗੇ, ਫਿਰ ਇਹਨਾਂ ਦਾ ਯਾਨੀ ਉਹ ਆਮ ਜਿਹੜੀ ਸਾਂਝ ਸੀ ਸਾਡੀ ਖਤਮ ਹੋ ਗਈ। ਭਰਾ ਭਰਾ ਲੜ ਪਏ ਨੇ ਤੇ ਇਹਦੇ ਵਿੱਚ ਇੰਨੀ ਕੁ ਸਾਡੀ ਨਫ਼ਰਤ, ਇਹ ਹਰ ਜਦੋਂ ਵੀ 5 ਸਾਲ ਆਉਂਦੇ ਨੇ ਨਾ, ਸੱਚ ਜਾਣਿਓ ਇਹਨਾਂ ਵਿੱਚੋਂ ਕਦੇ ਮੈਨੂੰ ਦੱਸਿਓ ਉਂਗਲ ਲਾ ਕੇ ਵੀ ਫਲਾਣੇ ਦਾ ਪੁੱਤਰ ਗੋਲੀ ਦਾ ਸ਼ਿਕਾਰ ਹੋਇਆ। ਮਰਦੇ ਕੌਣ ਨੇ? ਅਸੀਂ ਸਾਰੇ ਆਮ ਲੋਕ, ਜਿਨ੍ਹਾਂ ਨੂੰ ਭਰਮਾ ਦਿੱਤਾ ਗਿਆ ਕਿ ਭਾਈ ਤੇਰੇ ਤੇ ਜੇ ਕੋਈ ਕੱਲ ਨੂੰ ਉਂਗਲ ਚੁੱਕੇਗਾ ਉਹਦੇ ਖਿਲਾਫ ਝੂਠਾ ਕੇਸ ਬਣਾਉਣ ਲਈ ਮੈਂ ਖੜਾ ਹੋਊਂਗਾ। ਇਹ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਭਰਮਾਉਣ ਦੀਆਂ ਗੱਲਾਂ। ਤੈਨੂੰ ਲੋੜ ਹੋਈ ਮੈਂ ਆਊਂਗਾ। ਉਹ ਵਿਚਾਰਾ ਗਰੀਬ ਭਰਮਾਇਆ ਜਾਂਦਾ, ਇਹਨਾਂ ਪਿੱਛੇ ਗੋਲੀਆਂ ਖਾ ਕੇ ਮਰ ਜਾਂਦਾ। ਤੇ ਇਹਨਾਂ ਦੇ ਤਾਂ ਕਦੇ ਕਦੇ ਸੁਣਿਆ ਵੀ ਕਿਸੇ ਕੋਈ ਵਿਰਲਾ ਟਾਵਾਂ ਇੱਕ ਆਧੀ ਹੋਏਗਾ, ਨਹੀਂ ਤਾਂ ਜ਼ਰਾ ਅੰਦਾਜ਼ਾ ਤਾਂ ਲਾਓ 800% ਕੋਈ ਹਿਸਾਬ ਕਿਤਾਬ ਤਾਂ ਹੋਏ ਇਹਨਾਂ ਦੀਆਂ ਕਿਵੇਂ ਵੱਧ ਜਾਂਦੀਆਂ ਨੇ ਇਹਨਾਂ ਦੀਆਂ। ਤੁਸੀਂ ਜ਼ਰਾ ਧਿਆਨ ਕਰੋ ਕਿ ਅਸੀਂ ਵੀ ਇਨਕਮ ਟੈਕਸ ਦਿੰਦੇ ਹਾਂ, ਇਹਨਾਂ ਨੂੰ ਵੀ ਕਿਹਾ ਜਾਂਦਾ ਇਨਕਮ ਟੈਕਸ ਦੇਣ, ਫਿਰ ਜਾਇਦਾਦਾਂ ਕਿਵੇਂ ਇੰਨੀਆਂ ਵੱਧਦੀਆਂ ਨੇ? 800% ਕਿੱਥੋਂ ਆਉਂਦਾ ਸਮਾਨ? ਅੱਛਾ, ਮੈਨੂੰ ਇੱਕ ਹੋਰ ਦੱਸਿਓ, ਤੁਸੀਂ ਇਸ ਵਕਤ ਕੰਮ ਕਰਦੇ ਹੋ, ਨਾਲ ਸਮਾਜ ਸੇਵਾ ਵੀ ਕਰਦੇ ਹੋ, 58 ਸਾਲ ਤੱਕ ਕੰਮ ਕਰੇ ਤੀ ਪੈਨਸ਼ਨ ਲੱਗੂਗੀ ਕਿ ਜਾਂ ਪਹਿਲਾਂ ਵੀ ਲੱਗ ਜਾਣੀ ਹੈ ਜੀ? ਕਿਉਂਕਿ ਨਹੀਂ ਜੀ, ਇਹ ਤਾਂ 5 ਵਾਰੀ ਤੁਸੀਂ ਐਮਐਲਏ ਬਣ ਗਏ 5 ਪੈਨਸ਼ਨਾਂ, 6 ਵਾਰੀ ਬਣ ਗਏ 6 ਪੈਨਸ਼ਨਾਂ। ਕੀ ਇਹ ਸੱਚਮੁੱਚ ਗਰੀਬ ਨੇ? 4-4 ਪੈਨਸ਼ਨਾਂ ਤਾਂ ਲੱਗੀਆਂ ਹੋਈਆਂ, ਬੰਦੇ ਕਹਿੰਦੇ ਅਸੀਂ ਗਰੀਬ ਹਾਂ, ਅਸੀਂ ਗਰੀਬਾਂ ਦੇ ਮਸੀਹਾ। ਹੁਣ ਜੇ ਤੁਹਾਨੂੰ ਮੰਨ ਲਓ ਤੁਸੀਂ ਡਾਕਟਰ ਹੋ, ਜੇ ਤੁਹਾਨੂੰ ਡਾਕਟਰੀ ਤਾਂ ਆਉਂਦੀ ਨਹੀਂ, ਜੇ ਡਾਕਟਰੀ ਆਉਂਦੀ ਹੈ ਤਾਂ ਪ੍ਰੋਪਰ ਤੁਸੀਂ ਕੰਮ ਨਹੀਂ ਕਰਦੇ, ਤੁਸੀਂ ਰਿਸ਼ਵਤਖੋਰ ਹੋ, ਤੁਸੀਂ ਇਧਰੋਂ ਉਧਰੋਂ ਪੈਸਾ ਬਣਾਉਣ ਵਿੱਚ ਲੱਗੇ ਹੋਏ ਹੋ, ਤਾਂ ਤੁਹਾਨੂੰ ਅਸੀਂ ਚੰਗੇ ਕਿਵੇਂ ਕਹਾਂਗੇ? ਜੇ ਤੁਸੀਂ ਇਹੀ ਕਹੀ ਜਾਓ ਮੈਨੂੰ ਜੂਸ ਵੀ ਕੱਢਣਾ ਆਉਂਦਾ ਜੀ, ਮੈਨੂੰ ਰੋਟੀ ਪਕਾਉਣੀ ਆਉਂਦੀ ਹੈ ਜੀ, ਫਿਰ ਲਾਂਗਰੀ ਲੱਗੋ ਕਿਤੇ। ਜੇ ਤੁਸੀਂ ਇਹ ਕਹੋ ਮੈਨੂੰ ਮੰਜੇ ਬੁਣਨੇ ਆਉਂਦੇ, ਤਾਂ ਫਿਰ ਮੰਜਿਆਂ ਦਾ ਵਪਾਰ ਕਰੋ, ਕਿਤੇ ਦਰੀਆਂ ਬੁਣਨ ਲੱਗ ਜਾਓ। ਮੈਨੂੰ ਇਹ ਦੱਸੋ, ਜਦੋਂ ਬੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਵੇ ਤਾਂ ਕੀ ਆਪਣੇ ਕੰਮ ਦੇ ਨਾਲ ਤੁਹਾਨੂੰ ਲੱਗਦਾ ਉਹ ਨਿਆਂ ਕਰ ਰਿਹਾ ਹੈ? ਜਾਂ ਤੁਸੀਂ ਇਹ ਗੱਲਾਂ ਕਹੀ ਜਾਓ ਮੈਨੂੰ ਰੋਟੀ ਗੋਲ ਬਣਾਉਣੀ ਆਉਂਦੀ ਹੈ, ਮਤਲਬ ਇਹ ਨਹੀਂ ਕਿ ਉਹ ਸ਼੍ਰੀਲੰਕਾ ਦਾ ਨਕਸ਼ਾ ਬਣਾ ਦਿਆਂ, ਮੈਂ ਭਾਰਤ ਦਾ ਨਕਸ਼ਾ ਬਣਾ ਦਿਆਂ। ਤੁਹਾਨੂੰ ਇੱਥੇ ਰੋਟੀ ਸੋਹਣੀ ਬਣਾਉਂਦੇ ਹੋ ਜਾਂ ਸੂਟ ਚੰਗੇ ਤੁਸੀਂ ਤਿਆਰ ਕਰ ਲੈਂਦੇ ਹੋ, ਸਟਿਚ ਕਰ ਲੈਂਦੇ ਹੋ, ਕਿ ਤੁਹਾਨੂੰ ਇਹਨਾਂ ਕੰਮਾਂ ਵਾਸਤੇ ਰੱਖਿਆ? ਜਾਂ ਤੁਹਾਨੂੰ ਬੱਚਿਆਂ ਨੂੰ ਬਿਮਾਰੀ ਕਿਹੜੀ ਲੱਗੀ ਆ ਉਹਦੀ ਨਬਜ਼ ਦੇਖੋ, ਉਹਨੂੰ ਦਵਾਈ ਕਿਹੜੀ ਦੇਣੀ ਹੈ, ਉਹਦੇ ਟੈਸਟ ਕਿਹੜੇ ਕਿਹੜੇ ਮੌਕੇ ਤੇ ਕਰਨੇ ਨੇ, ਇਸ ਕੰਮ ਵਾਸਤੇ ਰੱਖਿਆ? ਪਰ ਹੁਣ ਸਾਡੇ ਕਹਿੰਦੇ ਕੀ ਨੇ? ਮੈਨੂੰ ਤਾਸ਼ ਖੇਡਣੀ ਆਉਂਦੀ ਹੈ, ਮੈਨੂੰ ਰਿਕਸ਼ਾ ਚਲਾਉਣਾ ਆਉਂਦਾ, ਮੈਨੂੰ ਟੈਂਟ ਗੱਡਣਾ ਆਉਂਦਾ। ਇਹ ਕੰਮਾਂ ਵਾਸਤੇ ਤਾਂ ਮੁੱਖ ਮੰਤਰੀ ਨੇ ਰੱਖਿਆ। ਫਿਰ ਤੁਸੀਂ ਭਾਈ ਜੇ ਗਰੀਬ ਬੰਦਾ ਬਣਾਉਣਾ ਤਾਂ ਰਸਤੇ 'ਚ ਕਿਸੇ ਰਿਕਸ਼ੇ ਵਾਲੇ ਨੂੰ ਫੜੋ, ਉਹਨੂੰ ਬਣਾ ਦਿਓ। ਜਿਹੜੀ ਤੁਸੀਂ ਆਖਿਆ ਕਿ ਗਰੀਬੀ ਦੀ ਪਰਿਭਾਸ਼ਾ ਬਦਲ ਦਿੱਤੀ, ਸ਼ਾਇਦ ਮੈਨੂੰ ਲੱਗਦਾ ਹੈ ਕਿ ਜਿਹੜੇ ਬੰਦਿਆਂ ਨੂੰ ਗਰੀਬ ਲੱਗਦੇ ਆ ਖੁਦ ਅਰਬਪਤੀ ਹੋਣਗੇ, ਉਹਨਾਂ ਨੂੰ ਕਰੋੜਾਪਤੀ ਗਰੀਬ ਲੱਗੀ ਜਾਂਦਾ। ਹੁਣ ਜਿਹੜਾ ਅਗਲਾ ਮੈਂ ਸਵਾਲ ਤੁਹਾਡੇ ਤੋਂ ਕਰਨਾ ਚਾਹੁੰਦਾ, ਤੁਸੀਂ ਬਿਲਕੁਲ ਤਸਵੀਰ ਸਾਫ਼ ਕਰਦੇ ਜਾ ਰਹੇ ਹੋ। ਪੰਜਾਬ ਦਾ ਵੋਟਰ ਜਿੰਨਾ ਮਰਜ਼ੀ ਸੁਚੇਤ ਹੋਵੇ, ਉਹਦਾ ਇੱਕ ਸਵਾਲ ਜ਼ਰੂਰ ਹੈ ਕਿ ਜੇ ਸਾਰੇ ਹੀ ਇਸ ਤਰ੍ਹਾਂ ਦੇ ਨੇ, ਫਿਰ ਅਸੀਂ ਵੋਟ ਕਿਹਨੂੰ ਪਾਈਏ? ਕੀ ਕਰੇ ਜੀ ਪੰਜਾਬ ਦਾ ਵੋਟਰ? ਪਹਿਲੀ ਚੀਜ਼ ਤਾਂ ਦੇਖੋ, ਤੁਸੀਂ ਮੈਨੂੰ ਤਾਂ ਐਟਲੀਸਟ ਕਿਸੇ ਅਹੁਦੇ ਲਈ ਤਿਆਰ ਕਰ ਛੱਡਿਆ, ਕਿਉਂਕਿ ਬਿਲਕੁਲ ਮੈਂ ਮੰਜੇ ਬੁਣਦੀ ਰਹੀ ਹਾਂ, ਮੈਨੂੰ ਨਾਲੇ ਵੀ ਬੁਣਨੇ ਆਉਂਦੇ ਨੇ। ਬਕਾਇਦਾ ਅਸੀਂ ਘਰ 'ਚ ਖੇਤੀ ਕਰਦੇ ਸੀ, ਮੈਂ ਬਿਲਕੁਲ ਉਹ ਵੀ ਕੀਤਾ ਹੋਇਆ, ਮੈਂ ਰੋਡ ਰੋਲਰ ਵੀ ਚਲਾਇਆ ਸਿੱਖਿਆ ਹੋਇਆ। ਸੋ ਮੈਂ ਕਾਫੀ ਹੱਦ ਤੱਕ ਉਸ ਪਾਸੇ ਜਾ ਰਹੀ ਹਾਂ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਰੀਆਂ ਚੀਜ਼ਾਂ ਤਾਸ਼ ਖੇਡਣੀ ਜਾਂ ਇਹੋ ਜਿਹੀਆਂ ਚੀਜ਼ਾਂ ਨਾਲ ਜੇ ਆਪਾਂ ਉਹ ਅਹੁਦਾ ਲੈ ਸਕਦੇ ਹਾਂ, ਬਿਲਕੁਲ ਅਸੀਂ, ਮੈਨੂੰ ਲੱਗਦਾ ਸਾਡੀ ਪੰਜਾਬ ਦੀ 95% ਜਨਤਾ ਫਿੱਟ ਹੋਏਗੀ, ਕਿਉਂਕਿ ਇਹ ਸਾਰੇ ਕੰਮ ਹਰ ਇੱਕ ਜਣਾ ਕਰਦਾ ਰਿਹਾ ਹੈ। ਜੀ ਪਰ ਵੀਰੇ ਸਿਰਫ ਇੱਕ ਗੱਲ, ਕਿ ਇਹ ਤੁਸੀਂ ਜਾਂ ਮੈਂ ਕਦੇ ਇਸ ਤਰ੍ਹਾਂ ਪਬਲਿਕਲੀ ਇਹ ਚੀਜ਼ ਡਿਸਕਲੋਜ਼ ਨਹੀਂ ਕਰਦੇ, ਕਿਉਂਕਿ ਇਹਨੂੰ ਉਦੋਂ ਹੀ ਲੋੜ ਪੈਂਦੀ ਹੈ ਜਦੋਂ ਅਸੀਂ ਕਿਸੇ ਨੂੰ ਭਰਮਾਉਣਾ ਹੁੰਦਾ ਹੈ ਕਿ ਮੈਂ ਇਹ ਕਰ ਸਕਦਾ। ਵਰਨਾ ਤੁਸੀਂ ਵੀ ਕਰ ਸਕਦੇ ਹੋ, ਮੈਂ ਵੀ ਕਰ ਸਕਦਾ। ਜੇ ਹੁਣ ਇਹ ਕਹਿਣਾ ਕਿ ਅਸੀਂ ਚਾਹ ਬਣਾਉਣੀ ਜਾਣਦੇ ਹਾਂ, ਤਾਂ ਕੌਣ ਨਹੀਂ ਜਾਣਦਾ? ਕੋਈ ਵਿਰਲਾ ਹੀ ਹੋਏਗਾ ਜਿਹੜਾ ਕਹੇਗਾ ਨਹੀਂ ਜਾਣਦਾ। ਪਰ ਉਹਨੂੰ ਵਰਤਣਾ ਕਿਵੇਂ, ਇਸ ਗੱਲ ਨੂੰ ਭਰਮਾਉਣਾ ਕਿਵੇਂ ਵੋਟਰ ਨੂੰ, ਉਹ ਤੁਸੀਂ ਸਮਝ ਸਕਦੇ ਹੋ ਕਿਉਂ ਇਹੋ ਜਿਹੀਆਂ ਗੱਲਾਂ ਅਗਾਂਹ ਲਿਆਈਆਂ ਜਾਂਦੀਆਂ ਪਈਆਂ ਨੇ ਤੇ ਕਿਉਂ ਲਿਆਉਣ ਦੀ ਲੋੜ ਪੈ ਰਹੀ ਹੈ। ਕਿਉਂਕਿ ਜਿਸ ਨੇ ਮੁਖੌਟਾ ਚਾੜ੍ਹਨਾ ਹੋਵੇ ਝੂਠ ਦਾ, ਉਹਦੇ ਕੋਲ ਢੰਗ ਇਹੋ ਹੀ ਹੈ ਕਿ ਆਪਣਾ ਪਿਛਾਂਹ ਵਾਲਾ ਹਿੱਸਾ ਲੁਕਾ ਲਓ ਕਿ ਇਹਦੇ ਤੇ ਮਾਫੀਏ ਵੱਲ ਗੱਲ ਨਾ ਜਾਏ, ਪਰ ਆਹ ਪਾਸਾ ਦੇਖਦੇ ਰਹੋ। ਸੋ ਇਹ ਤਾਂ ਸਪਸ਼ਟ ਹੈ ਕਿ ਤੁਸੀਂ ਤੇ ਮੈਂ, ਅਸੀਂ ਸਰੇਆਮ ਰੋਜ਼ ਇਹ ਨਹੀਂ ਕਹਿੰਦੇ ਚਾਹ ਬਣਾਉਣੀ ਆ ਗਈ ਹੈ।
ਹੁਣ ਦੂਜੀ ਗੱਲ, ਵੋਟ ਕਿਸ ਨੂੰ ਪਾਈਏ। ਜੀ। ਹਾਲ ਇਹ ਹੈ ਕਿ ਇਸ ਵੇਲੇ ਸਾਡੇ ਕੋਲ ਇੱਕ ਖਾਲੜਾ ਜੀ ਸਨ ਵੀਰ, ਜਿਨ੍ਹਾਂ ਨੇ ਬੜਾ ਨਿੱਠ ਕੇ ਮਨੁੱਖੀ ਅਧਿਕਾਰਾਂ ਲਈ ਗੱਲ ਕੀਤੀ। ਹੁਣ ਜਦੋਂ ਮੈਂ ਤੁਹਾਨੂੰ ਗੱਲ ਕਰਦੀ ਹਾਂ ਕਿ ਕੁਛ ਅਸੀਂ ਹਵਾ ਚਲਾਉਂਦੇ ਹਾਂ ਜਾਂ ਮੂਵਮੈਂਟ ਸ਼ੁਰੂ ਹੁੰਦੀ ਹੈ, ਜਿੱਥੇ ਮੈਂ ਤਾਂ ਇੱਕ ਗਿਣਤੀ 'ਚ ਹੀ ਨਹੀਂ, ਪਰ ਮੇਰੇ ਨਾਲ ਦੇ ਹੋਰ ਬੜੀ ਦੁਨੀਆ ਜੇ ਅਣਗਿਣਤ ਜਿਹੜੇ ਕੁਛ ਐਡਵੋਕੇਟਸ ਨੇ, ਕੁਛ ਜੱਜ ਨੇ ਰਿਟਾਇਰਡ ਬੈਠੇ, ਕੁਛ ਵਰਕਿੰਗ ਜੱਜਾਂ ਚੋਂ ਵੀ ਕੁਝ ਬੜੇ ਤਗੜੇ ਤਗੜੇ ਸਮਾਜ ਵੀ ਇੱਥੇ ਲੱਗੇ, ਸਾਰੇ ਇਸ ਤਰੀਕੇ ਦੇ ਆਪਣੇ 5 ਸਾਲ ਲਗਾਤਾਰ ਲੱਗ ਕੇ ਲੋਕਾਂ ਨੂੰ ਤੱਥਾਂ ਦੇ ਆਧਾਰ ਤੇ ਨਤੀਜੇ ਦਿਖਾ ਦਿਖਾ ਕੇ ਜਗਾਉਂਦੇ ਨੇ। ਲੋਕ ਜਿੱਤਦੇ ਵੀ ਨੇ, ਖੜੇ ਵੀ ਹੁੰਦੇ ਨੇ ਕਿ ਹਾਂਜੀ ਅਸੀਂ ਇਸ ਵਾਰ ਤਬਦੀਲੀ ਲਿਆਵਾਂਗੇ, ਤੇ ਪੰਜਾਬੀ ਇਸ ਪੱਖੋਂ ਜਾਣਦੇ ਨੇ ਕਿ ਅਸੀਂ ਜੋ ਕਰ ਰਹੇ ਹਾਂ ਉਹਨੂੰ ਤੇੜ ਤੋੜ ਜਵਾਬ ਕਿਵੇਂ ਦੇਣਾ ਹੈ, ਤੇ ਕਿਵੇਂ ਉਹਨਾਂ ਨੇ ਤਬਦੀਲੀ ਵਾਕਈ ਉਹ ਦਿਖਾਉਂਦੇ ਵੀ ਰਹੇ ਨੇ ਕਿ ਅਸੀਂ ਇੰਝ ਲਿਆ ਸਕਦੇ ਹਾਂ, ਅਸੀਂ ਤਖ਼ਤ ਤਾਜ ਦੇ ਮੂੰਹ ਮੋੜ ਸਕਦੇ ਹਾਂ, ਸਾਡੇ ਚ ਇੰਨਾ ਦਮ ਹੈ। ਜਦੋਂ ਅਖੀਰ ਆਉਂਦੀ ਜੇ, ਹੁਣ ਮੈਂ ਤੁਹਾਨੂੰ 2-3 ਐਗਜ਼ਾਮਪਲਸ ਦੇਣੇ ਚਾਹਾਂਗੀ ਜੋ ਜੀ। ਹਕੀਕਤ ਵਿੱਚ ਵਾਪਰੀਆਂ ਗੱਲਾਂ ਨੇ ਸਾਡੇ, ਕਿਉਂਕਿ ਰੋਜ਼ ਦਾ ਸਾਡਾ ਵਾਹ ਹੈ ਉਹਨਾਂ ਗਰੀਬਾਂ ਨਾਲ ਜਿਨ੍ਹਾਂ ਨੇ ਆਣਾ। ਹੁਣ ਇੱਕ ਗਰੀਬ ਮੁਸਲਮਾਨ ਵੀਰ ਸਾਡਾ ਪਹੁੰਚਿਆ, ਜਿਹਦੇ ਕੋਲ 11 ਬੱਚੇ, ਜਿਨ੍ਹਾਂ ਵਿੱਚੋਂ ਉਹਦੀਆਂ 8 ਕੁੜੀਆਂ ਨੇ। ਹੁਣ ਉਹ ਗਰੀਬ ਦਿਹਾੜੀ ਕਰਦਾ ਹੈ, ਤੇ ਉਹਦਾ ਵੱਡਾ ਮੁੰਡਾ ਜਿਹੜਾ ਸਭ ਤੋਂ ਵੱਡਾ, 11 ਬੱਚੇ ਨੇ, ਸਭ ਤੋਂ ਵੱਡੇ ਵਾਲੇ ਨੇ, ਹੁਣ ਉਹ ਰੇਹੜੀ ਚਲਾ ਰਿਹਾ ਹੈ, ਜਿੱਥੋਂ ਉਹ ਕਬਾੜ ਇਕੱਠਾ ਕਰਕੇ ਕਰ ਰਿਹਾ। ਉਹਨੂੰ ਵੈਸੇ ਹੀ ਅਸੀਂ ਸਰਸਰੀ ਪੁੱਛਿਆ, ਭਾਈ ਤੂੰ ਕਿਹਨੂੰ ਵੋਟ ਪਾਏਂਗਾ? ਕਹਿੰਦਾ, ਹੁਣ ਮੈਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ। ਕਹਿੰਦਾ ਜੀ ਮੈਨੂੰ ਤਾਂ ਬਹੁਤਿਆਂ ਦੇ ਨਾਂ ਵੀ ਨਹੀਂ ਪਤਾ ਕੌਣ ਖੜੇ ਆ, ਨਾ ਮੇਰੇ ਕੋਲ ਵੇਲ ਸਵੇਰ ਦਾ ਨਿਕਲਿਆ, ਰਾਤ ਨੂੰ ਮਰਨਾ ਘਰ ਆ ਕੇ ਵੀ ਰੋਟੀ ਤਿਆਰ ਹੋ ਜੇ, ਤੇ ਮੈਨੂੰ ਪਤਾ ਹੈ ਵੀ ਮੈਂ ਕਿੰਨਿਆਂ ਦਾ ਮੂੰਹ ਭਰਨਾ, ਘਰ ਚ ਨੇ ਸਾਰੇ। ਤੇ ਉਹਨੂੰ ਪੁੱਛਿਆ ਐਵੇਂ ਹੀ, ਹੁਣ ਭਾਵੇਂ ਬਿਲਕੁਲ ਮੇਰੀ ਇਹ ਹਿਮਾਕਤ ਸੀ ਤੇ ਕਹਿਣਾ ਵੀ ਨਹੀਂ ਸੀ ਚਾਹੀਦਾ ਵੀ ਭਾਈ ਤੂੰ ਜੇ ਇੰਨਾ ਔਖਾ ਸੀ 11 ਕਿਉਂ ਕੀਤੇ, ਘੱਟ ਕਰ ਲੈਂਦਾ, ਸ਼ਾਇਦ ਸੌਖਾ ਰਹਿ ਜਾਂਦਾ। ਹਾਲਾਂਕਿ ਮੇਰੀ ਕਿਸੇ ਦੇ ਵੀ ਟੱਬਰ ਚ ਇੰਟਰਫੇਰੈਂਸ ਦਾ ਕੋਈ ਮਤਲਬ ਨਹੀਂ ਹੈ। ਹੁਣ ਉਹਦਾ ਜਵਾਬ ਸੀ, ਡਾਕਟਰ ਜੀ ਤੁਹਾਨੂੰ ਪਤਾ ਨਹੀਂ, ਹੁਣ ਹਜ਼ਾਰ ਹਜ਼ਾਰ ਇੱਕ ਕੁੜੀ ਮੇਰੀ ਸਿਰਫ ਬੈਠਿਆਂ ਹੀ ਕਮਾ ਕੇ ਜਦੋਂ ਲਿਆ ਦੇਗੀ, ਮੇਰੇ ਤਾਂ ਘਰ 8,000 ਹੁਣੀ ਆ ਜਾਏਗਾ। ਮੈਂ ਤਾਂ, ਮੈਨੂੰ ਪਤਾ ਵੀ ਨਹੀਂ ਨਾ ਕਿਸ ਦਾ ਤੇ ਨਾ ਮੈਂ ਵੇਖਣਾ ਕਿਹਦਾ ਹੈ, ਪਰ ਮੇਰੇ ਕੋਲ ਜਦੋਂ ਇਹ ਆ ਜਾਏਗਾ ਤਾਂ ਮੈਨੂੰ ਦਿਖਦਾ ਵੀ ਅਗਾਂਹ ਮੈਂ ਸੁਖਾਲਾ ਹੋ ਜਾਊਂਗਾ, ਇਹਨਾਂ ਦੇ ਵਿਆਹ ਹੋ ਨਹੀਂ ਨਹੀਂ, ਜਾਣਗੇ। ਹੁਣ ਤਾਂ ਉਸ ਲਈ 2-2000 ਵਾਲੇ ਵੀ ਹੈ ਜੀ ਮਾਰਕੀਟ 'ਚ, ਹੁਣ 2-2000 ਵਾਲਿਆਂ ਨੂੰ ਮੇਰਾ ਖਿਆਲ ਭੁਗਤੂਗਾ ਜੀ, ਹੁਣ 2-2000 ਮਿਲਣ ਵਾਲੇ ਵੀ ਹੈ। ਬਿਲਕੁਲ। ਹੁਣ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਵੀ ਕਿਉਂ ਇਹ ਬੁਰਕੀਆਂ ਸੁੱਟਣ ਤੇ ਸਮਾਨ ਅਸੀਂ ਲਿਆ ਦਿੱਤਾ। ਕਾਰਨ ਇੱਕੋ ਕਿ ਨੌਕਰੀਆਂ ਦਿੱਤੀਆਂ ਨਹੀਂ, ਬੇਰੁਜ਼ਗਾਰੀ ਸਿਖਰਾਂ ਤੇ ਹੈ। ਉਹਨਾਂ ਦਾ ਹਾਲ ਇਹ ਕਰ ਛੱਡਿਆ ਸੀ ਲੋਕਾਂ ਦਾ, ਵੱਡੀ ਗਿਣਤੀ ਜਿਨ੍ਹਾਂ ਨੂੰ ਹੁਣ ਮੈਂ ਗਰੀਬ ਵੀ ਨਹੀਂ ਕਹਿ ਸਕਦੀ, ਰੱਬ ਜਾਣੇ ਕੀ ਸ਼ਬਦ ਵਰਤਾਂ, ਕਿ ਇਹਨਾਂ ਦੀ ਸੋਚ ਸੀਮਤ ਕਰ ਦਿੱਤੀ। ਟਿਊਬ ਵਿਜ਼ਨ ਹੈ ਕਿ ਅਸੀਂ ਸਿਰਫ ਅਸੀਂ ਰੋਟੀ ਰੋਜ਼ੀ ਹੋ ਜਾਵੇ, ਸੜਕ ਹੈ ਕਿ ਨਹੀਂ ਹੈ, ਬਿਜਲੀ ਹੈ ਕਿ ਨਹੀਂ ਹੈ, ਪਾਣੀ ਸਾਫ਼ ਹੈ ਕਿ ਨਹੀਂ ਹੈ, ਸਾਡੇ ਲਈ ਉਹ ਮੁੱਦੇ ਨਹੀਂ ਹਨ। ਤੇ ਪੰਜਾਬੀ ਜ਼ਬਾਨ ਕਿਹੜੀ, ਉਹ ਕਹਿੰਦਾ ਸੀ ਕੀ ਲੈਣਾ ਉਹਦੇ। ਸੋ ਇਹ ਹਾਲ ਲਿਆ ਧਰਿਆ ਕਿ ਆਮ ਬੰਦਾ ਤਾਂ, ਜੇ ਅਸੀਂ ਪੂਰਾ ਟਿੱਲ ਵੀ ਲਾ ਲਈਏ ਵੀ ਅਸੀਂ ਇਹਨੂੰ ਜਿਤਾ ਦੇਣਾ, ਜਾਂ ਇਹ ਬੰਦਾ ਠੀਕ ਲੱਗਦਾ ਹੈ, ਜਾਂ ਸ਼ਾਇਦ ਉਮੀਦ ਹੈ ਇਹਦੇ ਤੋਂ, ਤਾਂ ਫਿਰ ਸਾਡੇ ਘਰਾਂ 'ਚ ਤਾਂ 2 ਵੋਟਾਂ, ਤੇ ਉੱਥੋਂ 11 ਜਿੱਧਰ ਜਾਣੀਆਂ, ਅਸੀਂ ਕਿੱਥੇ ਜਾ ਰਹੇ ਹਾਂ। ਤੇ ਮੈਂ ਇੱਕ ਸਿਆਸਤਦਾਨ ਦਾ ਨਾਂ ਲਏ ਬਗੈਰ, ਮੇਰੀ ਵਕਤੀ ਜਦੋਂ ਗੱਲ ਹੋਈ ਕਿ ਤੁਸੀਂ ਇੰਨਾ ਸਾਰਾ ਤਾਂ ਸਾਲ ਆਰਾਮ ਨਾਲ ਸੁੱਤੇ ਰਹਿੰਦੇ ਹੋ, ਅਖੀਰੀ 1 ਮਹੀਨੇ 'ਚ ਕਿਵੇਂ ਉਮੀਦ ਹੁੰਦੀ ਹੈ ਤੁਸੀਂ ਜਿੱਤ ਜਾਓਗੇ? ਜਵਾਬ ਸੀ, ਸਾਨੂੰ ਪਤਾ ਹੈ ਕਿਹੜੀਆਂ ਕਲੋਨੀਆਂ 'ਚ ਵੋਟਾਂ ਆਉਂਦੀਆਂ ਤੇ ਕਿੱਥੋਂ ਸਾਡੀਆਂ ਬਣਨੀਆਂ। ਅਸੀਂ ਬਾਕੀ ਤਾਂ ਕਲੋਨੀਆਂ 'ਚ ਜਾਂਦੇ ਹੀ ਨਹੀਂ, ਵੱਡੀਆਂ ਕਲੋਨੀਆਂ ਜਿੱਥੇ ਵੋਟਾਂ 2-2 ਆ, ਅਸੀਂ ਉਹਨਾਂ ਤੋਂ ਕੀ ਲੈਣਾ, ਜਿੱਧਰ ਮਰਜ਼ੀ ਜਾਣ। ਅਸੀਂ ਸਿਰਫ ਮਹੀਨੇ 'ਚ ਉਹਨਾਂ ਦਾ ਢਿੱਡ ਭਰ ਆਣਾ ਤੇ ਸਾਨੂੰ ਪਤਾ ਅਸੀਂ ਓਨੇ ਕੁ ਨਾਲ ਜਿੱਤ ਸਕਦੇ ਹਾਂ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਵੋ ਕਿ ਅਸੀਂ ਕੀ ਸੋਚ ਰਹੇ ਹਾਂ, ਕੀ ਪੰਜਾਬ ਦਾ ਵੋਟਰ ਕਿਹੜੀ ਉਮੀਦ ਨਾਲ, ਤੇ ਕੀ ਅਸੀਂ ਅਖੀਰ ਵਿੱਚ ਸਾਡੇ ਕੋਲ ਮਿਲ ਜਾਣਾ, ਤੇ ਉਹਨਾਂ ਨੇ ਕਿਉਂ ਆਖਰ ਆਪਣੇ ਇਹ ਅੰਬਾਰ ਦੌਲਤ ਦੇ ਇਕੱਠੇ ਕਰਨੇ ਆ, ਉਹ ਇੱਕ ਅਖੀਰੀ ਜਿਹੜੇ 2 ਮਹੀਨੇ ਦੇ ਵਿੱਚ ਉਹਨਾਂ ਦੇ ਘਰ ਭਰ ਦੇਣੇ ਆ। ਤੇ ਕਿਵੇਂ ਅਖੀਰੀ 3 ਦਿਨ ਵਿੱਚ ਇਹ ਸੀਨ ਬਦਲਦਾ ਹੈ, ਸਿਨੈਰੀਓ ਬਦਲਣ ਵਿੱਚ ਕਿਵੇਂ ਕਾਰਾਂ ਭਰੀਆਂ ਜਾਂਦੀਆਂ, ਨੋਟਾਂ ਦੀਆਂ ਬੋਰੀਆਂ ਕਿੱਥੇ ਕਿੱਥੇ ਜਾਂਦੀਆਂ, ਕਿਵੇਂ ਟੈਂਕਰ ਖੜੇ ਹੁੰਦੇ ਨੇ ਇੱਥੇ ਸ਼ਰਾਬ ਦੇ, ਤੇ ਕਿਵੇਂ ਯਾਨੀ ਬਸ ਨਾ ਹੀ ਮੂੰਹ ਖੁਲਵਾਇਆ ਜਾਏ ਤਾਂ ਚੰਗਾ, ਪਰ ਇਹ ਸਭ ਚੀਜ਼ਾਂ ਅਸੀਂ ਹੁੰਦੀਆਂ ਵੇਖ ਰਹੇ ਹਾਂ। ਤੇ ਇਸੇ ਸਦਕਾ ਤਬਦੀਲੀ ਦੇ ਸਿਖਰ ਤੇ ਵੀ ਪੰਜਾਬ ਹੋਵੇ, ਪਰ ਇਹ ਸਿਆਸਤਦਾਨਾਂ ਦੇ ਗੰਧਲੇ ਜੋ ਇਸ ਵੇਲੇ ਕਿਰਦਾਰ ਬਣ ਚੁੱਕੇ ਨੇ, ਤੇ ਜਿਵੇਂ ਉਹ
ਯਾਨੀ ਵੋਟਾਂ ਬਟੋਰਨ ਦੇ ਢੰਗ ਆਪਣੇ ਤਿਆਰ ਕਰ ਚੁੱਕੇ ਨੇ, ਉੱਥੇ ਲੋੜ ਉਸ ਜ਼ਮੀਨੀ ਪੱਧਰ ਦੇ ਲੋਕਾਂ ਨੂੰ ਉਠਾਉਣ ਦੀ ਹੈ ਕਿ ਤੁਸੀਂ ਆਪਣੇ ਜੋਗੇ ਬਣ ਸਕੋ। ਜੇ ਮੇਰੇ ਕੋਲ ਘਰ 'ਚ ਆਂਦਾ, ਅੱਜ ਇੱਕ ਮਾਲੀ ਗੱਲ ਕਰਦਾ ਹੈ ਨਾ, ਬਿਹਾਰ ਤੋਂ ਆਇਆ ਹੋਇਆ, ਕਹਿੰਦਾ ਹੈ, "मैं अपने बेटे को आईपीएस बनाऊँगा।" मैं क्या "ਉਹ ਕਿਉਂ? तेरी इधर तक सोच गई, और कुछ नहीं बनाएगा?" कहता "इसलिए कि यहाँ आईपीएस बहुत से मैंने देखे बिहार से आए हुए, और वो उनके आगे तगड़े-तगड़े पंजाबी इस तरीके गिर जाते हैं, और वो अपनी जिस तरीके से वो खड़े होते हैं ना, मेरे को अच्छा बड़ा लगता है।" ਹੂੰ। ज़रा इहदा मतलब समझ ਕੀ ਇਹ ਅੰਦਰੋਂ ਕੱਢਣਾ ਚਾਹ ਰਿਹਾ ਤੇ ਕਿਵੇਂ ਪੰਜਾਬੀਆਂ ਨੂੰ ਇੱਥੋਂ ਹੀ ਕਮਾ ਰਿਹਾ ਵੀ ਪੰਜਾਬੀਆਂ ਨੂੰ ਢਾਲ ਕੇ ਕਿਵੇਂ ਸਵਾਦ ਆਉਂਦਾ ਹੈ ਸਰਦਾਰਾਂ ਨੂੰ, ਇਹ ਅਣਖ ਵਾਲਿਆਂ ਨੂੰ, ਜਦੋਂ ਆਈਪੀਐਸ ਇੱਕ ਮੇਰਾ ਮੁੰਡਾ ਖੜਾ ਹੋਏਗਾ ਤੇ ਅੱਜ ਤਾਂ ਮੈਂ ਇਹ ਕਰ ਰਿਹਾ ਪਰ ਕੱਲ ਨੂੰ ਇਹ ਬਣਾਉਂਗਾ। ਤੇ ਸਾਡੇ ਪੁੱਤਰ ਧੀਆਂ ਮਜਬੂਰ ਕਰ ਦਿੱਤੇ ਗਏ ਨੇ, ਬਾਹਰ ਨਿਕਲ ਜਾਓ, ਨੌਕਰੀਆਂ ਹੈ ਨਹੀਂ, ਤੁਹਾਨੂੰ ਇੱਥੇ ਟਿਕਣ ਹੀ ਨਹੀਂ ਦੇਣਾ। ਤੇ ਵੀਰਾ ਫਿਰ ਇਹ ਪੰਜਾਬ ਨਹੀਂ ਜੇ ਰਹਿਣਾ। ਇਹ ਸ਼ਾਇਦ ਡੂੰਘੀ ਗੱਲ ਏ, ਸਾਨੂੰ ਸਮਝ ਨਹੀਂ ਆ ਰਹੀ। ਪ੍ਰਵਾਸ ਦੇ ਹਿਸਾਬ ਨਾਲ ਜੇ ਝਾਤ ਮਾਰੀਏ, ਤਾਂ ਜਿੰਨੀ ਵੱਡੀ ਗਿਣਤੀ, ਕਿਉਂਕਿ ਇਹ ਥਾਵਾਂ ਜਿਹੜੀਆਂ ਖਾਲੀ ਹੁੰਦੀਆਂ ਨੇ, ਭਰੀਆਂ ਜਾਂਦੀਆਂ ਨੇ, ਬਾਉਲ ਵਾਂਗ ਬਣ ਜਾਂਦੀ ਹੁੰਦੀ ਆ ਉੱਥੇ ਧਰਤੀ। ਹੁਣ ਇਹ ਬਾਉਲ ਦੇ ਵਿੱਚ ਬਹੁਤ ਵੱਡੀ ਗਿਣਤੀ ਸਾਡੇ ਬਿਹਾਰ ਤੇ ਯੂਪੀ ਤੋਂ ਆ ਚੁੱਕੇ ਹੋਏ ਨੇ, ਤੇ ਜਿੰਨੀ ਵੱਡੀ ਗਿਣਤੀ ਸਾਡੇ ਪੰਜਾਬੀ ਬਾਹਰ ਜਾ ਵੀ ਚੁੱਕੇ ਨੇ, ਵਸ ਚੁੱਕੇ ਨੇ, ਉਹਦਾ ਮਤਲਬ ਇਹੋ ਹੈ ਕਿ ਹੌਲੀ-ਹੌਲੀ ਇਹ ਗਿਣਤੀ ਜੋ ਅੱਜ ਦੇ ਦਿਨ ਕਹਿ ਰਹੇ ਨੇ ਕਿ ਜਿਹੜੇ ਪ੍ਰਵਾਸੀ ਇੱਥੇ ਪਹੁੰਚ ਚੁੱਕੇ ਨੇ, ਜੇ ਇਸੇ ਹਿਸਾਬ ਨਾਲ ਇਹ ਗਿਣਤੀ ਵੱਧਦੀ ਰਹੀ, ਤਾਂ ਅਗਲੇ 15 ਸਾਲਾਂ ਬਾਅਦ ਪੰਜਾਬੀ ਘੱਟ ਹੋਣਗੇ ਤੇ ਇਹ ਵੱਧ, ਤੇ ਇਹਨਾਂ ਦੀ ਗਿਣਤੀ ਲਗਭਗ 56% ਕਹੀ ਜਾ ਰਹੀ ਹੈ, ਜੋ ਇਸ ਵੇਲੇ ਇੱਕ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਸਾਹਿਬਾਨ ਨੇ ਗੱਲ ਕੀਤੀ ਹੈ। ਤਾਂ ਤੁਸੀਂ ਹਿਸਾਬ ਲਾ ਲਓ ਕਿ 15 ਸਾਲ ਬਾਅਦ ਇਹ ਪੰਜਾਬ ਨਹੀਂ ਜੇ ਹੋਣਾ, ਇਹਦਾ ਕੁਛ ਹੋਰ ਹੀ ਨਾਂ ਹੋਏਗਾ। ਪਰ ਉਦੋਂ ਪੰਜਾਬੀ ਦੁਨੀਆ ਭਰ ਵਿੱਚ ਸਿਖਰਾਂ ਛੂੰਹਦੇ ਹੋਏ ਵੀ ਆਪਣੀਆਂ ਉਹ ਇਤਿਹਾਸਿਕ ਥਾਵਾਂ ਕਿਵੇਂ ਬਚਾ ਸਕਣਗੇ? ਇਹ ਬਹੁਤ ਵੱਡਾ ਦੁਖਾਂਤ ਹੈ। ਸੋ ਬਿਲਕੁਲ ਬਹੁਤ ਵਿਸਥਾਰ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਇਸ ਵਕਤ ਕਿਵੇਂ ਮਾਫੀਆ ਰਾਜ ਪ੍ਰਫੁੱਲਤ ਹੋ ਰਿਹਾ ਹੈ। ਪਹਿਲੀ ਗੱਲ ਤਾਂ ਇੱਕ ਆਮ ਇਨਸਾਨ ਸੋਚ ਨਹੀਂ ਸਕਦਾ ਕਿ ਇਸ ਚੋਣ ਪ੍ਰਕਿਰਿਆ ਦੇ ਵਿੱਚ ਸਿੱਧੇ ਰੂਪ ਦੇ ਵਿੱਚ ਹਿੱਸਾ ਲੈ ਸਕੇ, ਕਿਉਂਕਿ ਚੋਣ ਲੜਨੀ ਸੱਚਮੁੱਚ ਬਹੁਤ ਮਹਿੰਗੀ ਹੋ ਚੁੱਕੀ ਹੈ। ਦੂਸਰੀ ਗੱਲ ਇਹ ਕਿ ਜੇਕਰ ਕੋਈ ਸੁਹਿਰਦ ਇਨਸਾਨ ਜਾਂਦਾ ਹੈ ਤਾਂ ਉਹਨੂੰ ਮਾਫੀਆ ਰਾਜ ਵਾਲੇ ਕਿਵੇਂ ਸਿੱਟ ਲੈਂਦੇ ਨੇ, ਕਿਵੇਂ ਹੱਥ ਛੱਡਵੀਂ ਕੈਂਚੀ ਮਾਰਦੇ ਨੇ, ਉਹ ਆਪਣੇ ਸਾਹਮਣੇ ਸਾਰਾ ਕੁਝ ਹੈ। ਤੇ ਫਿਰ ਕਿਵੇਂ ਲੋਕਾਂ ਨੂੰ ਵੋਟ ਬੈਂਕ ਦੇ ਨਾਲ ਨਾਪਿਆ ਜਾਂਦਾ ਹੈ। ਜਿਹੜੀ ਗੱਲ ਤੁਸੀਂ ਬਿਲਕੁਲ ਬਹੁਤ ਸੁਹਿਰਦ ਤਰੀਕੇ ਨਾਲ ਤੇ ਇੱਕ ਤਾਜ਼ਾ ਉਦਾਹਰਨ ਸਾਹਮਣੇ ਰੱਖੀ ਹੈ ਕਿ ਇੱਕ ਪਾਸੇ ਵੋਟਾਂ ਦੋ ਤੇ ਇੱਕ ਪਾਸੇ 11-2 ਵਾਲਿਆਂ ਤੋਂ ਕੀ ਲੈਣਾ, ਉਹਨਾਂ ਦਾ ਤਨਾਕੀ ਮਾਨ ਨਹੀਂ ਹੋ ਸਕਦਾ, ਸਾਡੀ ਉਹ ਗੱਲ ਸੁਣਨ ਹੀ ਨਾ। ਇਸੇ ਕਰਕੇ ਲਗਭਗ ਇਹ ਪੌਣੇ 5 ਸਾਲ ਆਪਣੇ ਮਹਿਲਾਂ ਦੇ ਵਿੱਚੋਂ ਨਿਕਲਦੇ ਨਹੀਂ, ਤਾਂ ਨਾ ਆਮ ਲੋਕਾਂ ਦੀ ਗੱਲ ਸੁਣਦੇ ਤੇ ਨਾ ਖੋਲ੍ਹਦੇ ਆ ਦਰਵਾਜ਼ੇ। ਹੁਣ 18 ਘੰਟੇ ਤੁਰੇ ਫਿਰਦੇ ਆ, ਪਰ 20 ਫਰਵਰੀ ਤੋਂ ਬਾਅਦ ਨਤੀਜੇ 10 ਮਾਰਚ ਨੂੰ ਆ ਜਾਣਗੇ। 10 ਮਾਰਚ ਤੋਂ ਬਾਅਦ ਜਿਹੜੇ ਹੁਣੇ ਤੁਹਾਡੇ ਨਾਲ ਤੁਹਾਡੀ ਦੌਣ ਤੇ ਪੈਨ ਤੇ ਬੈਠ ਕੇ ਰੋਟੀ ਖਾ ਰਹੇ ਨੇ, ਜਿਨ੍ਹਾਂ ਤੋਂ ਤੁਹਾਨੂੰ ਖਤਰਾ ਕੋਈ ਨਹੀਂ, ਹੁਣ ਤੁਹਾਡੇ ਪੈਰੀਂ ਹੱਥ ਲਾ ਰਹੇ ਨੇ, ਫਿਰ ਇਹਨਾਂ ਦੇ ਆਲੇ ਦੁਆਲੇ ਗਨਮੈਨਾਂ ਦਾ ਘੇਰਾ ਹੋਏਗਾ। ਤੁਹਾਡੇ ਕੋਲੋਂ ਇਹਨਾਂ ਨੂੰ ਮੁਸ਼ਕ ਵੀ ਆਊ, ਤੁਹਾਨੂੰ ਨੇੜੇ ਵੀ ਨਹੀਂ ਲੱਗਣ ਦੇਣਾ ਤੇ ਤੁਹਾਨੂੰ ਮਿਲਣਾ ਵੀ ਨਹੀਂ। ਸੋ ਹੁਣ ਇੱਥੇ ਕਿ ਲਿਆ ਕੇ ਪੰਜਾਬ ਖੜਾ ਹੈ ਜੀ ਕਿ ਇਸ ਹਫ਼ਤੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮਨ ਬਣਾ ਲੈਣਾ ਹੈ, ਆਪਣੀ ਕਿਸਮਤ ਦਾ ਫੈਸਲਾ ਕਿਸੇ ਦੇ ਹੱਥ ਫੜਾ ਦੇਣਾ ਹੈ। ਆਪਾਂ ਕਿਸੇ ਨੂੰ ਇੱਕ 5 ਮਿੰਟ ਨਹੀਂ ਦਿੰਦੇ, ਪਰ ਸਾਡੀ ਕਿਸਮਤ ਦਾ ਫੈਸਲਾ ਜਿਨ੍ਹਾਂ ਨੇ 50 ਸਾਲਾਂ ਦੇ ਵਿੱਚ ਲਿਖਣਾ, ਤੇ 50 ਸਾਲਾਂ ਦੇ ਵਿੱਚ ਉਹ ਉਮਰ ਲੰਘ ਜਾਣੀ ਹੈ ਬਹੁਤ ਸਾਰਿਆਂ ਦੀ, ਜਿਨ੍ਹਾਂ ਦੀ ਉਮਰ ਆਪਾਂ ਕਹਿੰਦੇ ਜੀ ਹੁਣ ਉਮਰ ਦੀ ਹੱਦ ਟੱਪ ਗਈ ਤੇ ਹੁਣ ਇਸ ਨੌਕਰੀ ਵਾਸਤੇ ਇਹ ਅਪਲਾਈ ਨਹੀਂ ਕਰ ਸਕਦੇ। ਇਸ ਵਾਸਤੇ ਆਪਣੇ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਸੋਚ ਕੇ ਸਮਝ ਕੇ ਵੋਟ ਜ਼ਰੂਰ ਪਾਉਣ ਜਾਇਓ। ਜਿਹੜੇ 20 ਤੋਂ 30% ਲੋਕ ਵੋਟ ਪਾਉਣ ਨਹੀਂ ਜਾਂਦੇ, ਸਮਝੋ ਕਿ ਉਹ ਉਸ ਬੰਦੇ ਦੀ ਮਦਦ ਕਰ ਰਹੇ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਬੈਠਾ ਨਹੀਂ ਹੋਣਾ ਚਾਹੀਦਾ। ਸੋ ਤੁਸੀਂ ਬਹੁਤ ਵਿਸਥਾਰ ਦੇ ਨਾਲ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਮੂਲੀਅਤ ਕਰਕੇ ਅੱਖਾਂ ਖੋਲ੍ਹਣ ਵਾਲੇ ਖੁਲਾਸੇ ਕੀਤੇ ਨੇ। ਜਾਣ ਤੋਂ ਪਹਿਲਾਂ ਫਿਰ ਕੋਈ ਦਰਸ਼ਕਾਂ ਦੇ ਨਾਮ ਸੁਨੇਹਾ ਦੇਣਾ ਚਾਹੁੰਦੇ ਹੋਵੋ, ਇੱਕ ਤਾਂ ਉਹ ਦਿਓ। ਇੱਕ ਸਾਡੀ ਬੇਨਤੀ ਇਹ ਹੈ ਕਿ ਹਫ਼ਤੇ ਦੇ ਵਿੱਚ ਇੱਕ ਵਾਰ ਸਾਨੂੰ ਸਮਾਂ ਜ਼ਰੂਰ ਦੇ ਦਿਓ ਜੀ। ਜੀ ਜ਼ਰੂਰ, ਮੇਰੇ ਲਈ ਮਾਣ ਦੀ ਗੱਲ ਹੋਏਗੀ ਪਹਿਲਾਂ ਤਾਂ, ਕਿਉਂਕਿ ਤੁਸੀਂ ਤਾਂ ਧਰੂ ਤਾਰੇ ਵਾਂਗ ਲਿਸ਼ਕਦੇ ਹੋ ਜੀ। ਸੋ ਤੁਹਾਡੇ ਪ੍ਰੋਗਰਾਮ ਵਿੱਚ ਆਉਣਾ ਹੀ ਬੜੀ ਮਾਣ ਦੀ ਗੱਲ ਹੈ। ਸੋ ਮੇਰੇ ਲਈ ਤਾਂ ਇਹ ਤਾਂ ਬੜਾ ਕਮਾਲ ਦੀ ਗੱਲ ਹੈ, ਮੈਂ ਜ਼ਰੂਰ ਸ਼ਾਮਿਲ ਹੋਵਾਂਗੀ। ਤੇ ਇੱਕ ਆਖਰੀ ਸੁਨੇਹਾ ਇਹ ਦੇਣਾ ਚਾਹੁੰਦੀ ਹਾਂ ਕਿ ਸਾਡੇ, ਕਿਉਂਕਿ ਜਦੋਂ ਤਬਦੀਲੀ ਆਣੀ ਹੋਏ ਨਾ, ਬੁੱਢਾ ਜਿਹੜਾ ਦਰਖਤ ਤੇ ਬੋੜ ਏ, ਅਖੀਰ ਕਦੇ ਨਾ ਕਦੇ ਤਾਂ ਢਹਿਣਾ ਹੀ ਹੁੰਦਾ ਹੈ, ਤੇ ਨਵੇਂ ਜਦੋਂ ਪੱਤੇ
ਜਾਂ ਨਵਾਂ ਬੂਟਾ ਲਾਉਂਦੇ ਆ ਤੇ ਉਹ ਜ਼ਰੂਰ ਨਵੇਂ ਤਰ੍ਹਾਂ ਦੀ ਇਹ ਸੋਇਲ ਦੀ ਇਰੋਜਨ ਰੋਕਣ ਲਈ ਵੀ ਇਹਦੇ ਲਈ ਜ਼ਰੂਰੀ ਹੁੰਦਾ ਕਿ ਜ਼ਮੀਨ ਨੂੰ ਜੇ ਬਚਾਉਣਾ ਹੈ ਤਾਂ ਨਵੇਂ ਇਸੇ ਤਰ੍ਹਾਂ ਹੀ ਜਿਵੇਂ ਅਸੀਂ ਬਦਲਦੇ ਆ ਕਿ ਅੱਜ ਹੁਣ ਕਣਕ ਲੱਗਣੇ ਨੇ ਤੇ ਅੱਜ ਰਾਗੀ ਲੱਗਣੀ ਹੈ ਤੇ ਅੱਜ ਉਹਦਾ ਮਤਲਬ ਇਹੋ ਹੁੰਦਾ ਕਿ ਜ਼ਮੀਨ ਨੂੰ ਅਸੀਂ ਰਿਚ ਕਰਦੇ ਜਾਈਏ। ਇਸੇ ਤਰ੍ਹਾਂ ਇਹ ਇਸ ਵੇਲੇ ਸਾਡੀ ਸੋਇਲ ਇਰੋਜਨ ਵਾਂਗ ਪੰਜਾਬ ਦੀ ਸਿਆਸਤ ਨੇ ਆਲਮੋਸਟ ਪੰਜਾਬ ਨੇ ਰੁਇਨ ਕਰ ਦਿੱਤਾ, ਜ਼ਖਮੀ ਕਰਤਾ, ਖਤਮ ਕਰ ਦਿੱਤਾ, ਮੋਹਿੰਜੋ-ਦੜੋ ਵੱਲ ਤੋਰ ਦਿੱਤਾ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਵੇਲੇ ਲੋੜ ਏ ਕਿ ਉਹ ਪੋਲਿਟਿਕਸ ਵਿੱਚ ਜੜ੍ਹਾਂ ਮਜ਼ਬੂਤ ਕਰੇ, ਆਪਣਾ ਇੱਥੇ ਪੈਰ ਧਰੇ ਕਿਉਂਕਿ ਇਹਨਾਂ ਨੇ ਇੱਕ ਇਹ ਵੀ ਮਾਰ ਮਾਰੀ ਹੈ ਸਿਆਸਤਦਾਨਾਂ ਨੇ ਕਿ ਯੂਥ ਜਿਹੜੇ ਸਾਡੇ ਸਕੂਲਸ, ਕਾਲਜਿਸ ਵਿੱਚ ਨਿਕਲਦੇ ਸਨ ਪੋਲੀਟੀਸ਼ੀਅਨਸ, ਉਹ ਚੋਣਾਂ ਵੀ ਇਹਨਾਂ ਦੀਆਂ ਬੰਦ ਕਰਵਾ ਦਿੱਤੀਆਂ ਹੋਈਆਂ ਨੇ। ਸੋ ਸਾਨੂੰ ਉਸ ਪਾਸੇ ਧਿਆਨ ਕਰਨ ਦੀ ਲੋੜ ਹੈ ਕਿ ਸਾਡੀਆਂ ਨੌਜਵਾਨ ਬੇਟੀਆਂ ਖਾਸ ਤੌਰ ਤੇ ਬੜੀਆਂ ਪਾਵਰਫੁਲ ਹੋ ਕੇ ਨਿਕਲੀਆਂ ਨੇ ਜਦੋਂ ਤੋਂ ਇਹ ਕਿਸਾਨੀ ਸੰਘਰਸ਼ ਦੇ ਵਿੱਚ। ਜਦੋਂ ਤੱਕ ਉਹ ਸਾਡੀਆਂ ਨੌਜਵਾਨ ਪੀੜ੍ਹੀ ਤਬਦੀਲੀ ਵਾਸਤੇ ਅਗਾਂਹ ਨਹੀਂ ਆਏਗੀ, ਇਹ ਟੱਬਰ ਦੇ ਟੱਬਰ ਜੋ ਸਿਆਸਤਦਾਨ ਤੇ ਕਾਬਜ਼ ਇੱਥੇ ਸਿਆਸਤ ਵਿੱਚ ਕਾਬਜ਼ ਹੋਏ ਪਏ ਨੇ, ਇਹਨਾਂ ਨੂੰ ਨਹੀਂ ਪਰਾਂ ਕਰਦੀ, ਉਦੋਂ ਤੱਕ ਇਹ ਤਬਦੀਲੀ ਸੰਭਵ ਨਹੀਂ ਹੈ। ਵਾਰੀਆਂ ਵੱਟਦੇ ਰਹਿਣਗੇ, ਰਿਸ਼ਤੇਦਾਰੀਆਂ ਦੇ ਵਿੱਚ ਬੱਝੇ ਹੋਏ ਨੇ, ਇਹ ਸਿਰਫ ਸਾਡੀਆਂ ਹੀ ਅੱਖਾਂ 'ਚ ਘੱਟਾ ਪਾਉਣ ਲਈ ਹੈ। ਤੇ ਜੇ ਅਸੀਂ ਖਾਲੜਾ ਜੀ ਨੂੰ ਹਰਾ ਸਕਦੇ ਸਾਂ ਤੇ ਅੱਜ ਵੀ ਤਬਦੀਲੀ ਦੇ ਵਿੱਚੋਂ ਇਹੀ ਕੁਛ ਹੀ ਨਿਕਲ ਕੇ ਆ ਜਾਣਾ ਜੀ, ਕਿਉਂਕਿ ਅਸੀਂ ਤਾਂ ਸਹੀ ਕਿਰਦਾਰ ਵਾਲੇ ਨੂੰ ਨੱਪਣਾ ਹੀ ਜਾਣਦੇ ਹਾਂ, ਚੁਫੇਰਿਓਂ ਹੀ ਉਹਨੂੰ ਪੈ ਜਾਂਦੇ ਹਾਂ ਖਤਮ ਕਰਨ ਲਈ। ਸੋ ਗੱਲ ਮੁੱਦਾ ਇਹੋ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅੱਜ ਇਹਨਾਂ ਦੇ ਸਿਆਸਤਦਾਨਾਂ ਦੇ ਟੱਬਰਾਂ ਦੇ ਕਾਬਜ਼ ਹੋਣ ਤੋਂ ਸਾਨੂੰ ਬਚਾਉਣ ਲਈ ਅਗਾਂਹ ਆਏਗੀ, ਤਾਂ ਹੀ ਕੁਝ ਤਬਦੀਲੀ ਹੋ ਸਕੇਗੀ। ਪਰ ਇਸ ਪੱਧਰ ਤੇ ਸਾਨੂੰ ਬਹੁਤ ਡੂੰਘੀ ਸੋਚ ਦੀ ਗੱਲ ਹੈ ਕਿ ਉਹ 11 ਵੋਟਾਂ ਜਿਨ੍ਹਾਂ ਦੀਆਂ ਆ ਰਹੀਆਂ ਨੇ, ਜਦ ਤੱਕ ਉੱਥੇ ਸਾਡੀ ਟਾਰਗੇਟ ਨਹੀਂ ਪਹੁੰਚਦਾ, ਉਹ ਅਸੀਂ ਇਹੀ ਸਿਆਸਤਦਾਨਾਂ ਦੇ ਮਾਰ ਹੇਠ ਆਉਂਦੇ ਰਵਾਂਗੇ। ਸੋ ਸਾਨੂੰ ਉਹਨਾਂ ਦੀ ਲੋੜ ਹੈ, ਉਹਨਾਂ ਵਿੱਚ ਜਾਗਰਤੀ ਲਿਆਉਣ ਦੀ, ਜਿੱਥੇ ਅਸੀਂ ਪਹੁੰਚ ਨਹੀਂ ਕਰ ਰਹੇ, ਜਾਗੇ ਹੋਇਆਂ ਨੂੰ ਜਗਾਈ ਜਾ ਰਹੇ ਹਾਂ, ਪਰ ਉੱਥੇ ਤੱਕ ਸਾਡੀ ਪਹੁੰਚ ਨਹੀਂ। ਜਿਨ੍ਹਾਂ ਘਰ ਨਾ ਟੀਵੀ ਹੈ, ਨਾ ਮੋਬਾਈਲ ਹੈ, ਨਾ ਉਹ ਇਹ ਯੂਟਿਊਬਾਂ ਦੇਖਦੇ ਨੇ, ਉਹ ਤਾਂ ਸਵੇਰੇ ਆਪਣਾ ਟਿਫਨ ਖੜੇ ਲੈ ਕੇ ਸੜਕਾਂ ਦੇ ਕਿਨਾਰੇ ਖੜੇ ਹੁੰਦੇ ਨੇ ਕਿ ਅੱਜ ਦਾ ਰੁਜ਼ਗਾਰ ਮੇਰਾ ਪੂਰਾ ਹੋ ਜਾਵੇ ਕਿਸੇ ਤਰੀਕੇ। ਬਸ ਉੱਥੇ ਜੇ ਅਸੀਂ ਜਿਸ ਦਿਨ ਤਬਦੀਲੀ ਲਈ ਪਹੁੰਚ ਗਏ ਤਾਂ ਵੀਰਾ ਕ੍ਰਾਂਤੀ ਭੁੱਖੇ ਢਿੱਡ ਲਿਆਂਦੇ ਨੇ, ਰੱਜੇ ਪੁੱਜੇ ਢਿੱਡ ਕ੍ਰਾਂਤੀ ਨਹੀਂ ਲਿਆ ਸਕਦੇ। ਸੋ ਉੱਥੇ ਲੋੜ ਜੇ ਉਹ ਮੂਵਮੈਂਟ ਸ਼ੁਰੂ ਹੋ ਗਈ, ਉਸੇ ਦਿਨ ਇਹ ਸਿਆਸਤਦਾਨਾਂ ਦਾ ਤਖਤਾ ਪਲਟ ਜਾਣਾ। ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਤੇ ਇਹਨਾਂ ਕੀਮਤੀ ਵਿਚਾਰਾਂ ਦੇ ਵਾਸਤੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।